ਅੱਜ ਇੰਡੀਅਨ ਪਾਰਲੀਮੈਂਟ ਚੈਪਟਰ ਪੜਾਂਗੇ ਆਪਾਂ। ਸੈਸ਼ਨ 6 ਹੋਏਗਾ ਆਪਣਾ ਇੰਡੀਅਨ ਪੋਲਿਟੀ ਦਾ। ਠੀਕ ਹੈ, ਆਈ ਹੋਪ ਰਾਜੇ ਤੁਸੀਂ ਸਾਰਾ ਰਿਵੀਜ਼ਨ ਕਰਕੇ ਫੇਰ ਕਲਾਸ ਅਟੈਂਡ ਕਰ ਦਿਓ। ਦੇਖੋ ਬੱਚੇ, ਪ੍ਰੀਵੀਅਸ ਲੈਕਚਰ ਹਮੇਸ਼ਾ ਇੱਕ ਰਿਵਾਈਜ਼ ਕਰਕੇ, ਇੱਕ ਵਾਰੀ ਰਿਵਾਈਜ਼ ਕਰਕੇ ਫੇਰ ਹੀ ਨੈਕਸਟ ਲੈਕਚਰ ਲਗਾਇਆ ਕਰੋ। ਠੀਕ ਹੈ, ਨਾ ਹੀ ਸਿਰਫ ਪੋਲਿਟੀ ਦਾ, ਬਗਰ ਕੁਝ ਵੀ ਪੜ੍ਹਦੇ ਤੁਸੀਂ, ਇਹ ਪੜ੍ਹਨ ਦਾ ਇਹੀ ਤਰੀਕਾ ਹੈਗਾ ਕਿ ਪ੍ਰੀਵੀਅਸ ਜਿਹੜਾ ਤੁਸੀਂ ਲੈਕਚਰ ਲਗਾਇਆ ਹੋਇਆ ਉਹਦੀ ਰਿਵੀਜ਼ਨ ਮਸਟ ਹੁੰਦੀ ਹੈਗੀ। ਠੀਕ ਹੈ, ਚਲੋ ਠੀਕ ਹੈ ਰਾਜੇ, ਹੁਣ ਆਈ ਹੋਪ ਕਿ ਤੁਸੀਂ ਕੀਤੀ ਹੋਈ ਰਿਵੀਜ਼ਨ ਦਾ। ਨੈਕਸਟ ਸਟਾਰਟ ਕਰਦੇ ਆਪਾਂ ਸੈਸ਼ਨ 6। ਹੁਣ ਤੱਕ ਬੱਚੇ ਆਪਾਂ ਨੇ ਕੀ ਕੁਝ ਪੜ੍ਹ ਲਿਆ? ਪ੍ਰੈਜ਼ੀਡੈਂਟ ਪੜ੍ਹ ਲਿਆ ਆਪਾਂ ਨੇ, ਗਵਰਨਰ ਪੜ੍ਹ ਲਿਆ, ਵਾਈਸ ਪ੍ਰੈਜ਼ੀਡੈਂਟ ਪੜ੍ਹ ਲਿਆ, PM ਪੜ੍ਹ ਲਿਆ, CM ਪੜ੍ਹ ਲਿਆ, ਸੈਂਟਰਲ ਕਾਊਂਸਲ ਮਿਨਿਸਟਰ, ਸਟੇਟ ਕਾਊਂਸਲ ਮਿਨਿਸਟਰ, ਇਹ ਪੜ੍ਹਦੇ ਆਪਾਂ ਨੇ। ਠੀਕ ਹੈ ਬੱਚੇ, ਅੱਜ ਦਾ ਆਪਣਾ ਟੌਪਿਕ ਹੋਏਗਾ ਬੱਚੇ ਪਾਰਲੀਮੈਂਟ ਦੇ ਵਿੱਚੋਂ। ਠੀਕ ਹੈ, ਜਿਹੜਾ ਕਿ ਲੈਜਿਸਲੇਚਰ ਦਾ ਪਾਰਟ ਹੈਗਾ। ਠੀਕ ਹੈ, ਆਪਾਂ ਪਾਰਟ 5 ਪੜ੍ਹਿਆ ਸੀ ਬੱਚੇ। ਪਾਰਟ 5 ਦੇ ਵਿੱਚ ਕੀ ਸੀ? ਬੇਸਿਕਲੀ ਯੂਨੀਅਨ ਦੇ ਨਾਲ ਕੰਸਰਨਡ ਹੈ ਸਾਰਾ ਦਾ ਸਾਰਾ ਪਾਰਟ। ਪਾਰਟ 4 ਜਿਹੜਾ 5 ਹੈ ਯੂਨੀਅਨ ਦੇ ਨਾਲ ਕੰਸਰਨਡ ਹੈ। ਅਤੇ ਯੂਨੀਅਨ ਦੇ ਵਿੱਚ ਆਪਾਂ ਨੇ ਫਿਰ ਅੱਗੇ ਇਸ ਪਾਰਟ ਦੇ ਵਿੱਚ ਅੱਗੇ ਚੈਪਟਰਸ ਦੇਖੇ ਸੀਗੇ। ਕਿਹੜੇ ਚੈਪਟਰ ਸੀਗੇ ਬੱਚੇ? ਪਹਿਲਾਂ ਦੇਖਿਆ ਸੀ ਆਪਾਂ ਨੇ ਯੂਨੀਅਨ ਐਗਜ਼ੀਕਿਊਟਿਵ। ਠੀਕ ਹੈ, ਹੁਣ ਯੂਨੀਅਨ ਐਗਜ਼ੀਕਿਊਟਿਵ ਦੇ ਵਿੱਚ ਕੀ ਕੁਛ ਸੀਗਾ? ਐਗਜ਼ੀਕਿਊਟਿਵ, ਯੂਨੀਅਨ ਔਰ ਯੂਨੀਅਨ ਐਗਜ਼ੀਕਿਊਟਿਵ ਦੇ ਵਿੱਚ ਆਪਾਂ ਦੇਖਿਆ ਸੀ ਆਹ ਵਾਲੇ 5 ਪਾਰਟਸ ਨੇਗੇ। ਠੀਕ ਹੈ, ਨੈਕਸਟ ਜਿਹੜਾ ਚੈਪਟਰ ਰਾਜੀ ਉਹ ਹੈਗਾ ਲੈਜਿਸਲੇਚਰ, ਯੂਨੀਅਨ ਲੈਜਿਸਲੇਚਰ। ਠੀਕ ਹੈ, ਤਾਂ ਉਹਦੇ ਵਿੱਚ ਕੀ ਆ ਜਾਏਗਾ ਬੱਚੇ? ਲੈਜਿਸਲੇਚਰ, ਯੂਨੀਅਨ, ਤਾਂ ਉਹਦੇ ਵਿੱਚ ਆਏਗਾ ਆਪਣਾ ਪਾਰਲੀਮੈਂਟ। ਠੀਕ ਹੈ, ਪਾਰਲੀਮੈਂਟ ਦੇ ਵਿੱਚ ਕੌਣ ਹੈ ਆਪਾਂ ਨੂੰ ਪਤਾ ਰਾਜੇ। ਹੁਣ ਆਪਣਾ ਚੈਪਟਰ ਅੱਜ ਦਾ ਪਾਰਲੀਮੈਂਟ ਹੀ ਹੈ। ਚਲੋ ਦੇਖਦੇ ਹਾਂ ਫਿਰ। ਠੀਕ ਹੈ, ਤਾਂ ਬਰੀਫ ਇੰਟਰੋਡਕਸ਼ਨ ਦੇਖਦੇ ਹਾਂ ਬੱਚੇ। ਓਬਵੀਅਸਲੀ ਆਪਾਂ ਪੜ੍ਹਿਆ ਹੁਣ ਕਿ ਪਾਰਟ 5 ਦੇ ਵਿੱਚ ਸਮਝ ਆਉਂਦਾ ਸਾਨੂੰ। ਠੀਕ ਹੈ, ਔਰ ਪਾਰਟ 5 ਦੇ ਵਿੱਚ ਵੀ ਜਿਹੜੇ ਕਿ ਹੁਣ ਪਾਰਟ 5 ਦੇ ਵਿੱਚ ਤਾਂ ਕਾਫੀ ਆਰਟੀਕਲਸ ਨੇ, ਬਟ ਜਿਹੜੇ 79 ਤੋਂ ਲੈ ਕੇ 122 ਦੇ ਵਿੱਚ ਨੇਗੇ, ਇਹ ਜ਼ਿਆਦਾਤਰ ਪਾਰਲੀਮੈਂਟ ਦੇ ਨਾਲ ਹੀ ਕੰਸਰਨਡ ਨੇਗੇ। ਠੀਕ ਹੈ, ਤਾਂ ਪਾਰਲੀਮੈਂਟ ਦੇ ਵਿੱਚ ਪਹਿਲਾਂ ਤਾਂ ਦੇਖਦੇ ਹਾਂ ਜੀ ਕੌਣ ਕੰਸਿਸਟ ਕਰਦਾ। ਠੀਕ ਹੈ, ਦੇਖੋ ਰਾਜ ਸਭਾ ਅਤੇ ਲੋਕ ਸਭਾ ਤਾਂ ਤੁਹਾਨੂੰ ਪਤਾ ਹੈ ਕਿ ਪਾਰਲੀਮੈਂਟ ਦੇ ਵਿੱਚ ਇਹ ਹੁੰਦੇ ਨੇ, ਬਟ ਰਾਜੇ ਇਹ ਵੀ ਧਿਆਨ ਦੇਣ ਵਾਲੀ ਚੀਜ਼ ਹੈ ਕਿ ਪ੍ਰੈਜ਼ੀਡੈਂਟ ਇਜ਼ ਆਲਸੋ ਅ ਪਾਰਟ ਆਫ ਪਾਰਲੀਮੈਂਟ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਪੁਆਇੰਟ ਹੈ। ਆਈ ਹੋਪ ਰਾਜੇ ਆਪਾਂ ਨੇ ਜਦੋਂ ਪ੍ਰੈਜ਼ੀਡੈਂਟ ਵਾਲਾ ਚੈਪਟਰ ਪੜ੍ਹਿਆ ਸੀ ਉਦੋਂ ਵੀ ਆਪਾਂ ਨੇ ਕਾਫੀ ਡਿਟੇਲ ਦੇ ਵਿੱਚ ਇਹ ਚੀਜ਼ ਕੀਤੀ ਸੀਗੀ ਕਿ ਪ੍ਰੈਜ਼ੀਡੈਂਟ ਜਿਹੜਾ ਹੈਗਾ ਇਹ ਪਾਰਟ ਆਫ ਪਾਰਲੀਮੈਂਟ ਹੈਗਾ। ਠੀਕ ਹੈ, ਮੈਂਬਰ ਨਹੀਂ ਕਹਿ ਰਹੇ ਆਪਾਂ ਮੈਂਬਰ ਨਹੀਂ ਕਹਿ ਰਹੇ ਬੱਚੇ, ਆਪਾਂ ਕਹਿ ਰਹੇ ਹਾਂ ਪਾਰਟ ਆਫ ਪਾਰਲੀਮੈਂਟ ਹੈਗਾ। ਠੀਕ ਹੈ, ਕਿਉਂਕਿ ਮੈਂਬਰ ਕੌਣ ਹੁੰਦੇ ਨੇ? ਮੈਂਬਰ ਤਾਂ MPs ਹੁੰਦੇ ਨੇਗੇ। ਜਿਵੇਂ ਅਸੀਂ ਲਾਸਟ ਸੈਸ਼ਨ ਦੇ ਵਿੱਚ ਜਿਹੜਾ ਕੀਤਾ ਸੀ ਬੱਚੇ, ਕਿ ਜਿਹੜੇ ਅਸੀਂ ਲੋਕ ਸਭਾ ਦੇ ਵਿੱਚ ਚੁਣਦੇ ਹਾਂ ਬੰਦਿਆਂ ਨੂੰ, ਉਹਨਾਂ ਨੂੰ MPs ਕਹਿੰਦੇ ਆਪਾਂ, ਜਾਂ ਰਾਜ ਸਭਾ ਦੇ ਬੰਦੇ। ਠੀਕ ਹੈ, ਤਾਂ ਉਹ ਤਾਂ ਹੁੰਦੇ ਨੇ ਮੈਂਬਰਸ, ਇਸ ਹਾਊਸ ਦੇ ਮੈਂਬਰਸ, ਇਸ ਹਾਊਸ ਦੇ ਮੈਂਬਰ। ਠੀਕ ਹੈ, ਉਹ ਤਾਂ ਮੈਂਬਰ ਹੋ ਗਏ, ਬਟ ਪ੍ਰੈਜ਼ੀਡੈਂਟ ਕੀ ਹੈ? ਪ੍ਰੈਜ਼ੀਡੈਂਟ ਮੈਂਬਰ ਨਹੀਂ ਹੈਗਾ ਪਾਰਲੀਮੈਂਟ ਦਾ, ਬਟ ਹੀ ਇਜ਼ ਅ ਪਾਰਟ ਆਫ ਪਾਰਲੀਮੈਂਟ। ਠੀਕ ਹੈ, ਹੀ ਇਜ਼ ਐਨ ਇੰਟੀਗਰਲ ਪਾਰਟ ਆਫ ਪਾਰਲੀਮੈਂਟ। ਬਾਕੀ ਜਦੋਂ ਹੁਣ ਆਪਾਂ ਲਾਅ ਮੇਕਿੰਗ ਦੇਖਾਂਗੇ ਨਾ ਬੱਚੇ, ਦੇਖੋ ਪਾਰਲੀਮੈਂਟ ਦਾ ਕੰਮ ਕੀ ਹੈਗਾ? ਆਪਾਂ ਨੇ ਪੜ੍ਹਿਆ ਬੱਚੇ ਕਿ ਇਹ ਲੈਜਿਸਲੇਚਰ ਹੈਗਾ। ਲੈਜਿਸਲੇਚਰ ਜਿਹੜਾ ਵਰਡ ਹੈਗਾ ਉਹੀ ਕਾਨੂੰਨ ਤੋਂ ਬਣਿਆ ਹੋਇਆ ਹੈਗਾ ਇੱਕ ਤਰ੍ਹਾਂ ਦਾ। ਠੀਕ ਹੈ, ਲੈਜਿਸਲੇਚਰ, ਲੈਜਿਸਲੇਸ਼ਨ, ਲਾਅ, ਠੀਕ ਹੈ, ਲੀਗਲ, ਲੈਜਿਸਲੇਟਿਵ, ਇਹ ਸਭ ਰਾਜੇ ਜਿਹੜੇ ਮੀਨਿੰਗਸ ਨੇਗੇ ਉਹਨਾਂ ਦਾ ਲਾਅ ਦੇ ਉੱਪਰੋਂ ਹੀ ਡਰਾਈਵ ਹੁੰਦੇ ਨੇਗੇ। ਠੀਕ ਹੈ, ਕਾਨੂੰਨ ਤਾਂ ਮਤਲਬ ਇੱਕ ਚੀਜ਼ ਆਪਾਂ ਨੂੰ ਸਮਝ ਆਉਂਦੀ ਹੈ ਕਿ ਜਦੋਂ ਲੈਜਿਸਲੇਚਰ ਦੀ ਆਪਾਂ ਗੱਲ ਕਰਦੇ ਹਾਂ ਤਾਂ ਮਤਲਬ ਕਾਨੂੰਨ ਤਾਂ ਉਹਦੇ ਵਿੱਚ ਵੱਡਾ ਰੋਲ ਪਲੇ ਕਰੇਗਾ। ਠੀਕ ਹੈ, ਤਾਂ ਆਪਾਂ ਨੂੰ ਵੈਸੇ ਵੀ ਕਾਮਨ ਸੈਂਸ ਤੋਂ ਵੀ ਆਪਾਂ ਨੂੰ ਪਤਾ ਹੈ, ਜਿਹੜੀ ਆਪਣੀ ਲੇਮੈਨ ਦੀ ਵਰਗੀ ਆਪਣੀ ਇੱਕ ਨੌਲੇਜ ਜਿਹੜੀ ਆਪਣਾ ਬੇਸ ਬਣਿਆ ਹੋਇਆ ਹੈਗਾ ਸੋਸਾਇਟੀ ਦੇ ਵਿੱਚ ਰਹਿੰਦੇ ਹੋਏ, ਆਪਾਂ ਨੂੰ ਇਹ ਵੀ ਪਤਾ ਰਾਜੇ ਕਿ ਅਸੈਂਬਲੀ ਦੇ ਵਿੱਚ ਕਾਨੂੰਨ ਬਣਦੇ ਨੇਗੇ। ਠੀਕ ਹੈ, ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਦੇ ਨੇ। ਠੀਕ ਹੈ, ਇਹ ਸਮਝ ਆਉਂਦੀ ਆਪਾਂ ਨੂੰ ਚੀਜ਼। ਹੁਣ ਜਦੋਂ ਆਪਾਂ ਕਾਨੂੰਨ ਬਣਾਉਣ ਦਾ ਪ੍ਰੋਸੈਸ ਦੇਖਾਂਗੇ, ਅਸੀਂ ਦੇਖਾਂਗੇ ਕਿ ਜਿਹੜਾ ਪ੍ਰੈਜ਼ੀਡੈਂਟ ਦਾ ਰੋਲ ਹੈ ਉਹਦੇ ਵਿੱਚ ਇੰਟੀਗਰਲ ਰੋਲ ਹੈਗਾ। ਠੀਕ ਹੈ, ਵੀ ਪਹਿਲਾਂ ਇੱਕ ਹਾਊਸ ਕੋਈ ਬਿੱਲ ਪਾਸ ਕਰਦਾ ਹੈ, ਫਿਰ ਦੂਸਰਾ ਹਾਊਸ ਕੋਈ ਬਿੱਲ ਪਾਸ ਕਰਦਾ ਹੈ, ਫਿਰ ਪ੍ਰੈਜ਼ੀਡੈਂਟ ਦੇ ਜਿਹੜੇ ਕਿ ਨਾ ਸਾਈਨ ਹੁੰਦੇ ਨੇਗੇ। ਠੀਕ ਹੈ, ਤਾਂ ਪ੍ਰੈਜ਼ੀਡੈਂਟ ਇੱਕ ਇੰਟੀਗਰਲ ਪਾਰਟ ਹੈ ਕਾਹਦਾ? ਪਾਰਲੀਮੈਂਟ ਦਾ। ਠੀਕ ਹੈ ਬੱਚੇ, ਤਾਂ ਇਹ ਅਸੀਂ ਇਹਨੂੰ ਰਾਜੇ ਵੈਸਟਮਿੰਸਟਰ ਮਾਡਲ ਕਹਿੰਦੇ ਹਾਂ। ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਹੈਗਾ ਸਾਰਾ, ਵੀ ਸਾਡੇ ਦੇਸ਼ ਦੇ ਵਿੱਚ ਪਾਰਲੀਮੈਂਟ ਹੈਗੀ ਹੈ। ਠੀਕ ਹੈ, ਲੋਕ ਸਭਾ ਹੈਗੀ ਹੈ। ਠੀਕ ਹੈ, ਫਿਰ ਲੋਕ ਸਭਾ ਦੇ ਵਿੱਚੋਂ ਅਸੀਂ ਸਰਕਾਰ ਚੁਣਦੇ ਹਾਂ, ਜਿਹੜੀ ਆਪਾਂ ਲਾਸਟ ਸੈਸ਼ਨ ਦੇ ਵਿੱਚ ਗੱਲ ਕੀਤੀ ਹੈ। ਬੱਚੇ ਪਲੀਜ਼ ਅਗਰ ਕੱਲ੍ਹ ਵਾਲਾ ਸੈਸ਼ਨ ਨਹੀਂ ਦੇਖਿਆ ਕਾਊਂਸਲ ਆਫ ਮਿਨਿਸਟਰ, ਤਾਂ ਪਲੀਜ਼ ਉਹ ਪਹਿਲਾਂ ਉਹ ਦੇਖ ਲਓ ਜ਼ਰੂਰ। ਠੀਕ ਹੈ, ਲੈਕਚਰ 5 ਕਾਊਂਸਲ ਆਫ ਮਿਨਿਸਟਰ ਜ਼ਰੂਰ ਦੇਖਣਾ ਹੈਗਾ। ਈਵਨ ਸਾਰੇ ਲੈਕਚਰ ਤੁਸੀਂ ਜਿਹੜੀ ਕੰਟੀਨਿਊਟੀ ਦੇ ਵਿੱਚ ਹੈਗੇ ਨੇ ਜ਼ਰੂਰ ਦੇਖਣੇ, 1 2 3 4 5। ਠੀਕ ਹੈ, ਆਪਣਾ ਦਿਮਾਗ ਪਲੀਜ਼ ਨਾ ਲਗਾਈਓ। ਜਿਵੇਂ ਮੈਂ ਕਹਿ ਰਿਹਾ ਕਿ ਸੀਰੀਅਲ ਵਾਈਜ਼ ਤੁਸੀਂ ਜਿਹੜੇ ਚੈਪਟਰ ਕਰਨੇ ਨੇ ਉੱਦਾਂ ਹੀ ਕਰਨਾ ਹੈਗਾ। ਠੀਕ ਹੈ, ਤਾਂ ਹੁਣ ਅਸੀਂ ਕੱਲ੍ਹ ਵਾਲੇ ਕਾਊਂਸਲ ਆਫ ਮਿਨਿਸਟਰ ਵਾਲੇ ਚੈਪਟਰ ਦੇ ਵਿੱਚ ਇਹ ਪੜ੍ਹੀ ਸੀ ਚੀਜ਼ ਕਿ ਲੋਕ ਸਭਾ ਦੇ ਵਿੱਚੋਂ ਹੀ ਸਰਕਾਰ ਚੁਣਦੇ ਆਪਾਂ। ਠੀਕ ਹੈ, ਤਾਂ ਇਹ ਜਿਹੜੀ ਸਰਕਾਰ ਹੈ ਇਹਦੇ ਵਿੱਚੋਂ ਚੁਣੀ ਹੋਈ ਹੈ। ਹੁਣ ਜਿਹੜਾ ਸਾਰਾ ਸਿਸਟਮ ਹੈਗਾ ਬੱਚੇ ਕਿ ਪਾਰਲੀਮੈਂਟ ਵੀ ਆਪਾਂ ਚੁਣਾਵ ਕਰਨਾ ਹੈ, ਪਾਰਲੀਮੈਂਟ ਦੇ ਵਿੱਚ ਫਿਰ ਸਰਕਾਰ ਚੁਣਨੀ ਹੈ, ਇਹ ਸਭ ਸਿਸਟਮ ਆਪਾਂ ਜਿਹੜਾ ਸਿਸਟਮ ਹੈ ਰਾਜੇ ਨੂੰ ਇਹ ਆਪਾਂ ਨੇ ਇੰਗਲੈਂਡ ਤੋਂ ਬੋਰੋ ਕੀਤਾ ਹੈਗਾ ਪਹਿਲੀ ਗੱਲ ਤਾਂ। ਠੀਕ ਹੈ, ਕਿਉਂਕਿ ਇੰਗਲੈਂਡ ਦੇ ਵਿੱਚ ਹੀ ਸਾਰੀ ਜਿਹੜੀ ਇਸ ਚੀਜ਼ ਦੀ ਇਨਵੈਂਸ਼ਨ ਹੋਈ ਸੀ, ਸਿਸਟਮ ਦੀ। ਸਾਰਾ ਪਾਰਲੀਮੈਂਟਰੀ ਸਿਸਟਮ ਇੰਗਲੈਂਡ ਦੇ ਵਿੱਚ ਹੀ ਆਪਣਾ ਜਿਹੜੀ ਕਿ ਇਨਵੈਂਟ ਹੋਇਆ ਮੰਨਦੇ ਹਾਂ। ਅਤੇ ਬੱਚੇ ਜਿਹੜਾ ਜਿੱਥੇ ਇੰਗਲੈਂਡ ਦੀ ਹੁਣ ਪਾਰਲੀਮੈਂਟ ਹੈਗੀ ਹੈ ਇੱਕ ਤਰ੍ਹਾਂ ਦੇ, ਉਹਨੂੰ ਆਪਾਂ ਵੈਸਟਮਿੰਸਟਰ ਪੈਲੇਸ ਕਹਿ ਦਿੰਦੇ ਹਾਂ। ਠੀਕ ਹੈ, ਤਾਂ ਵੈਸਟਮਿੰਸਟਰ ਇਸ ਸਾਰੇ ਦੇ ਸਾਰੇ ਮਾਡਲ ਦਾ ਨਾਮ ਹੀ, ਸਿਸਟਮ ਦਾ ਨਾਮ ਹੀ ਰਾਜੇ ਕੀ ਪੈ ਗਿਆ? ਵੈਸਟਮਿੰਸਟਰ ਮਾਡਲ। ਠੀਕ ਹੈ, ਇੱਕ ਉੱਥੇ ਪੈਲੇਸ ਹੈ ਰਾਜੇ ਇੱਕ, ਜਿੱਥੇ ਕਿ ਰਾਣੀ ਵੀ ਰਹਿੰਦੀ ਹੈ। ਠੀਕ ਹੈ, ਔਰ ਜਿੱਥੇ ਕਿ ਉਹਨਾਂ ਦੀ ਪਾਰਲੀਮੈਂਟ ਵੀ ਹੈਗੀ ਆ, ਇਹਨਾਂ ਦੀ ਇੰਗਲੈਂਡ ਦੀ। ਤਾਂ ਉਹਨਾਂ ਦਾ ਉਸ ਪੈਲੇਸ ਦਾ ਨਾਮ ਹੈ ਬੇਸਿਕਲੀ ਇਹ ਵੈਸਟਮਿੰਸਟਰ। ਤਾਂ ਉਸ ਪੈਲੇਸ ਦੇ ਨਾਮ ਤੋਂ ਬੱਚੇ ਇਸ ਸਿਸਟਮ ਦਾ ਨਾਮ ਪੈ ਗਿਆ ਕਿ ਵੈਸਟਮਿੰਸਟਰ ਮਾਡਲ ਆਫ ਗਵਰਨਮੈਂਟ। ਠੀਕ ਹੈ, ਜਾਂ ਫਿਰ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ।
ਤਾਂ ਹੁਣ ਆਪਾਂ ਦੇਖਿਆ ਬੱਚੇ ਕਿ 3 ਪਾਰਟਸ ਨੇ ਪਾਰਲੀਮੈਂਟ ਦੇ। ਇੱਕ ਕਾਊਂਸਲ ਆਫ ਸਟੇਟਸ ਮਤਲਬ ਰਾਜ ਸਭਾ, ਠੀਕ ਹੈ। ਹਿੰਦੀ ਨਾਮ ਬੱਚੇ ਜ਼ਰੂਰੀ ਨੇਗੇ ਕਿ ਕਾਊਂਸਲ ਆਫ ਸਟੇਟਸ, ਸਟੇਟਸ ਦੀ ਕਾਊਂਸਲ, ਰਾਜ ਸਭਾ ਰਾਜਿਆਂ ਦੀ ਸਭਾ, ਸਟੇਟਾਂ ਦੀ ਸਭਾ, ਠੀਕ ਹੈ ਜੀ। ਹਾਊਸ ਆਫ ਪੀਪਲ ਲੋਕਾਂ ਦਾ ਹਾਊਸ, ਠੀਕ ਹੈ, ਲੋਕਾਂ ਦਾ ਹਾਊਸ ਲੋਕ ਸਭਾ। ਤਾਂ ਕੁਛ ਮਤਲਬ ਬੇਸਿਸ ਦੇ ਨਾਲ ਹੀ ਨਾਮ ਪੈਂਦੇ ਨੇ। ਅਤੇ ਤੀਜਾ ਜਿਹੜੇ ਪ੍ਰੈਜ਼ੀਡੈਂਟ ਆਪਣਾ ਹੀ ਇਜ਼ ਆਲਸੋ ਐਨ ਇੰਟੀਗਰਲ ਪਾਰਟ ਆਫ ਅ ਪਾਰਲੀਮੈਂਟ। ਬ੍ਰਿਟੇਨ ਦੇ ਵਿੱਚ ਵੀ ਰਾਜੇ ਇਹੀ ਸੇਮ ਚੀਜ਼ ਹੈਗੀ, ਬਿਕਾਜ਼ ਅਸੀਂ ਕਹਿ ਰਹੇ ਬੱਚੇ ਕਿ ਇੰਗਲੈਂਡ ਦੇ ਵਿੱਚ ਵੀ ਜਿਹੜਾ ਕੀ ਹੈ ਬੋਰੋ ਇਹ ਚੀਜ਼ ਸਾਰੀ ਇਨਵੈਂਟ ਹੋਈ ਸੀਗੀ ਅਤੇ ਅਸੀਂ ਇੰਗਲੈਂਡ ਤੋਂ ਹੀ ਬੋਰੋ ਕੀਤਾ ਹੈਗਾ। ਹੁਣ ਬੱਚੇ ਤੁਹਾਡੇ ਵਾਸਤੇ ਇੱਕ ਹੋਮਵਰਕ ਹੈਗਾ, ਇੰਗਲੈਂਡ, ਬ੍ਰਿਟੇਨ ਅਤੇ ਯੂਕੇ। ਤੁਹਾਨੂੰ ਪਤਾ ਰਾਜੇ ਅਸੀਂ ਤਿੰਨਾਂ ਵਰਡਸ ਦਾ ਯੂਜ਼ ਕਰਦੇ ਹਾਂ, ਠੀਕ ਹੈ। ਆਲਮੋਸਟ ਇਹ ਸੇਮ ਹੀ ਚੀਜ਼ਾਂ ਨੇਗੀਆਂ, ਬਟ ਕੁਛ ਫਰਕ ਹੈ। ਪਲੀਜ਼ ਤੁਸੀਂ ਇਹ ਤੁਹਾਡਾ ਹੋਮਵਰਕ ਹੈ, ਤੁਸੀਂ ਇਹਦੇ ਬਾਰੇ ਥੋੜ੍ਹੀ ਰਿਸਰਚ ਕਰਨੀ ਹੈ ਵੀ ਯੂਕੇ ਕੀ ਹੈ, ਬ੍ਰਿਟੇਨ ਕੀ ਹੈ ਔਰ ਇੰਗਲੈਂਡ ਕੀ ਹੈਗਾ, ਠੀਕ ਹੈ। ਅਸੀਂ ਸਾਰਿਆਂ ਨੂੰ ਇੰਟਰਚੇਂਜੇਬਲੀ ਯੂਜ਼ ਕਰਦੇ ਹਾਂ ਹਮੇਸ਼ਾ, ਬਟ ਥੋੜ੍ਹਾ ਜਿਹਾ ਡਿਫਰੈਂਸ ਹੈਗਾ, ਦੇਖਣਾ ਤੁਸੀਂ, ਠੀਕ ਹੈ। ਤਾਂ ਹੁਣ ਬ੍ਰਿਟੇਨ ਦੇ ਵਿੱਚ ਵੀ ਜਿਹੜੀ ਕੀ ਹੈ ਬੱਚੇ, ਪਾਰਲੀਮੈਂਟ ਦੇ ਵਿੱਚ ਇਹੀ ਕੁਛ ਹੈਗਾ। ਪਾਰਲੀਮੈਂਟ ਕੰਸਿਸਟ ਆਫ ਅਪਰ ਹਾਊਸ, ਲੋਅਰ ਹਾਊਸ ਐਂਡ ਦਾ ਕਰਾਊਨ, ਠੀਕ ਹੈ। ਤਾਂ ਮਤਲਬ ਜਿਵੇਂ ਸਾਡਾ ਪ੍ਰੈਜ਼ੀਡੈਂਟ ਹੈ, ਇੰਗਲੈਂਡ ਦੇ ਵਿੱਚ ਪ੍ਰੈਜ਼ੀਡੈਂਟ ਨਹੀਂ, ਬਟ ਉਹਨਾਂ ਦਾ ਜਿਹੜਾ ਕਰਾਊਨ ਹੈ, ਮਤਲਬ ਜਿਹੜੀ ਉਹਨਾਂ ਦੀ ਰਾਣੀ ਹੈ, ਰਾਜਾ ਹੈਗਾ, ਠੀਕ ਹੈ। ਜਿਵੇਂ ਕੁਈਨ ਐਲਿਜ਼ਾਬੈਥ ਦੀ ਗੱਲ ਕਰਦੇ ਆਪਾਂ, ਠੀਕ ਹੈ। ਤਾਂ ਹੁਣ ਜਿਵੇਂ ਸਾਡੇ ਦੇਸ਼ ਦੇ ਵਿੱਚ ਅਸੀਂ ਪਹਿਲਾਂ ਕਰ ਚੁੱਕੇ ਹਾਂ ਬੱਚੇ ਇਹ ਚੀਜ਼, ਮੇ ਬੀ ਪ੍ਰੈਜ਼ੀਡੈਂਟ ਵਾਲੇ ਚੈਪਟਰ ਦੇ ਵਿੱਚ ਕੀਤਾ ਸੀ ਆਪਾਂ ਨੇ, ਕਿ ਜਿਵੇਂ ਸਾਡੇ ਦੇਸ਼ ਦੇ ਵਿੱਚ ਜਿਹੜੀ ਪ੍ਰੈਜ਼ੀਡੈਂਟ ਦੀ ਪੋਜੀਸ਼ਨ ਇੱਕ ਨਾਮ ਮਾਤਰ ਦੀ ਪੋਜੀਸ਼ਨ ਹੈਗੀ ਹੈ, ਵੀ ਸਾਈਨ ਕਰਨ ਵਾਲੀ ਪੋਜੀਸ਼ਨ ਹੈਗੀ ਹੈ ਪ੍ਰੈਜ਼ੀਡੈਂਟ ਦੀ ਆਪਣੇ ਦੀ। ਉਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਜਿਹੜੀ ਰਾਣੀ ਦੀ ਪੋਜੀਸ਼ਨ ਹੈ ਉਹ ਸਾਈਨ ਕਰਨ ਵਾਲੀ ਹੈਗੀ, ਠੀਕ ਹੈ। ਵੀ ਸਾਰਾ ਕੰਮ ਤਾਂ ਦੇਖੋ ਪਾਰਲੀਮੈਂਟ ਜਾਂ ਫਿਰ ਜਿਹੜਾ PM ਹੈਗਾ ਉਹ ਕਰਦਾ ਹੈਗਾ, ਅਤੇ ਜਿਹੜੀ ਰਾਣੀ ਹੈ ਰਾਜੇ ਉਹ ਸਿਰਫ ਸਾਈਨ ਕਰਦੀ ਹੈ, ਜਿਵੇਂ ਕਿ ਸਾਡਾ ਰਾਸ਼ਟਰਪਤੀ ਹੈਗਾ, ਠੀਕ ਹੈ। ਤਾਂ ਉੱਥੇ ਜਿਹੜੀ ਰਾਣੀ ਹੈ ਬੱਚੇ ਇੱਕ ਨੋਮੀਨਲ ਜੀ ਪੋਸਟ ਹੈਗੀ ਹੈ, ਕੋਈ ਮਤਲਬ ਜਿਵੇਂ ਪਹਿਲਾਂ ਰਾਜੇ ਮਹਾਰਾਜੇ ਹੁੰਦੇ ਸੀ ਵੀ ਸਾਰਾ ਕੁਛ ਉਹਨਾਂ ਨੇ ਹੀ ਕਰਨਾ, ਉੱਦਾਂ ਨਹੀਂ ਹੈਗਾ, ਜਸਟ ਹੁਣ ਸਿਰਫ ਇੱਕ ਸਾਈਨ ਕਰਦੀ ਹੈ, ਠੀਕ ਹੈ। ਚਲੋ, ਅਤੇ ਬਟ ਹੁਣ ਦੇਖੋ ਇਹ ਤਾਂ ਆਪਣੇ ਬ੍ਰਿਟੇਨ ਦੀ ਗੱਲ ਕਰ ਰਹੇ ਆਪਾਂ, ਇੰਗਲੈਂਡ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਔਰ ਆਪਾਂ ਇਹ ਵੀ ਕਹਿ ਰਹੇ ਕਿ ਆਪਣੇ ਸਾਰਾ ਸਿਸਟਮ ਇੰਗਲੈਂਡ ਤੋਂ ਹੀ ਬੋਰੋ ਕੀਤਾ ਹੈ। ਜੇ ਆਪਾਂ ਰਾਜੀ ਗੱਲ ਕਰੀਏ ਅਮਰੀਕਾ ਦੀ, ਅਮਰੀਕਾ ਦੇ ਵਿੱਚ ਸਿਸਟਮ ਬਿਲਕੁਲ ਹੀ ਆਪੋਜ਼ਿਟ ਹੈਗਾ ਆਪਣੇ ਸਿਸਟਮ ਦੇ ਨਾਲੋਂ, ਠੀਕ ਹੈ। ਕਿਉਂਕਿ ਅਮਰੀਕਾ ਦੇ ਵਿੱਚ ਰਾਜੀ ਕਿਹੜਾ ਸਿਸਟਮ ਹੈ, ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਸਿਸਟਮ ਹੈਗਾ, ਪ੍ਰੈਜ਼ੀਡੈਂਸ਼ੀਅਲ, ਠੀਕ ਹੈ। ਕਿਉਂਕਿ ਉੱਥੇ ਪ੍ਰੈਜ਼ੀਡੈਂਟ ਬਹੁਤ ਪਾਵਰਫੁਲ ਹੈ। ਆਪਣੇ ਕੇਸ ਦੇ ਵਿੱਚ ਪਾਵਰਫੁਲ ਕੌਣ ਹੈ, ਆਪਣੇ ਕੇਸ ਦੇ ਵਿੱਚ PM ਪਾਵਰਫੁਲ ਹੈਗਾ, ਠੀਕ ਹੈ। ਅਤੇ ਅਸੀਂ ਇਹ ਵੀ ਚੈਪਟਰ ਦੇ ਵਿੱਚ ਕੀਤਾ ਸੀ ਰਾਜੇ, ਲਾਸਟ ਚੈਪਟਰ ਦੇ ਵਿੱਚ, ਕਿ ਅਗਰ ਆਪਾਂ ਆਪਣੇ PM ਨੂੰ ਕੰਪੇਅਰ ਕਰਨਾ ਕਿਸੇ ਨਾਲ, ਤਾਂ ਆਪਾਂ ਕਿਹਦੇ ਨਾਲ ਕਰਾਂਗੇ ਰਾਜੇ, ਅਮਰੀਕਾ ਦੇ ਪ੍ਰੈਜ਼ੀਡੈਂਟ ਨਾਲ ਕੰਪੇਅਰ ਕਰਾਂਗੇ, ਠੀਕ ਹੈ। ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਵਰਗਾ ਆਪਣਾ PM ਹੈਗਾ, ਠੀਕ ਹੈ। ਔਰ ਆਪਣਾ ਪ੍ਰੈਜ਼ੀਡੈਂਟ ਕਿਹਦੇ ਵਰਗਾ, ਆਪਣਾ ਪ੍ਰੈਜ਼ੀਡੈਂਟ ਹੈਗਾ ਇੰਗਲੈਂਡ ਦੀ ਰਾਣੀ ਵਰਗਾ, ਠੀਕ ਹੈ ਜੀ। ਆਪਣੇ ਚੀਜ਼ ਕੀਤੀ ਸੀਗੀ, ਠੀਕ ਹੈ। ਥੋੜ੍ਹਾ ਜਿਹਾ ਪੈਨ ਪੇਪਰ ਚੱਕ ਕੇ ਆਪ ਵੀ ਥੋੜ੍ਹੀ ਕੋਸ਼ਿਸ਼ ਕਰਿਆ ਕਰੋ, ਠੀਕ ਹੈ, ਐਨਾਲਾਈਜ਼ ਕਰਨ ਦੀ ਚੀਜ਼ਾਂ ਨੂੰ, ਤਾਂ ਜ਼ਿਆਦਾ ਕਲੈਰਿਟੀ ਆ ਜਾਏਗੀ। ਹੁਣ ਜੇ ਆਪਾਂ ਗੱਲ ਕਰੀਏ ਅਮਰੀਕਾ ਦੀ, ਅਮਰੀਕਾ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਹੈ, ਕਿਉਂਕਿ ਆਪਾਂ ਕਹਿ ਰਹੇ ਹਾਂ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈਗਾ ਸਿਸਟਮ ਉੱਥੇ, ਠੀਕ ਹੈ। ਤਾਂ ਉਹਦੇ ਵਿੱਚ ਉੱਥੇ ਜਿਹੜਾ ਰਾਜੇ ਪ੍ਰੈਜ਼ੀਡੈਂਟ ਆ ਉਹਨਾਂ ਦਾ, ਜੋ ਬਾਈਡਨ ਦੀ ਆਪਾਂ ਗੱਲ ਕਰੀਏ, ਹੀ ਇਜ਼ ਨਾਟ ਐਨ ਇੰਟੀਗਰਲ ਪਾਰਟ ਆਫ ਪਾਰਲੀਮੈਂਟ, ਠੀਕ ਹੈ। ਉੱਥੋਂ ਦੀ ਪਾਰਲੀਮੈਂਟ ਕਿਹੜੀ ਹੈ ਬੱਚੇ, ਉੱਥੋਂ ਦੀ ਪਾਰਲੀਮੈਂਟ ਹੈਗੀ ਕਾਂਗਰਸ। ਕਾਂਗਰਸ ਦੇ 2 ਹਾਊਸਿਸ ਨੇਗੇ, ਹਾਊਸ ਆਫ ਰਿਪਰੈਜ਼ੈਂਟੇਟਿਵਸ ਅਤੇ ਹਾਊਸ ਆਫ ਸੈਨੇਟ ਅਤੇ ਹਾਊਸ ਆਫ ਰਿਪਰੈਜ਼ੈਂਟੇਟਿਵ, ਠੀਕ ਹੈ ਜੀ। ਸੈਨੇਟ ਕਿਹੜਾ ਉਹਨਾਂ ਦਾ ਅਪਰ ਹਾਊਸ ਹੈਗਾ, ਅਤੇ ਜਿਹੜਾ ਰਾਜੇ ਹਾਊਸ ਆਫ ਰਿਪਰੈਜ਼ੈਂਟੇਟਿਵ ਉਹ ਲੋਅਰ ਹਾਊਸ ਹੈਗਾ। ਤਾਂ ਰਾਜੇ ਜਿਹੜਾ ਇਹਨਾਂ ਦਾ ਪ੍ਰੈਜ਼ੀਡੈਂਟ ਹੈ ਅਮਰੀਕਾ ਦਾ, ਜੋ ਬਾਈਡਨ, ਉਹ ਕਿਸੇ ਵੀ ਨਾ ਤਾਂ ਕਿਸੇ ਹਾਊਸ ਦਾ ਮੈਂਬਰ ਹੈ, ਨਾ ਹੀ ਇਸ ਦਾ ਕਾਂਗਰਸ ਦਾ ਪਾਰਟ ਹੈਗਾ, ਠੀਕ ਹੈ। ਕਾਂਗਰਸ ਤੋਂ ਬਿਲਕੁਲ ਹੀ ਅਲੱਗ ਹੈਗਾ ਉਹ, ਠੀਕ ਹੈ। ਜਿਵੇਂ ਆਪਾਂ ਗੱਲ ਕਰਦੇ ਹਾਂ ਬੱਚੇ, ਆਪਣੇ ਨਾਲ ਸਲਾਈਡ ਕੀਤੀ ਸੀਗੀ, ਠੀਕ ਹੈ। ਜਿਵੇਂ ਹੁਣ ਆਪਣੇ ਕੇਸ ਦੇ ਵਿੱਚ ਤਾਂ ਕੀ ਹੈ ਬੱਚੇ, ਆਪਣੇ ਕੇਸ ਦੇ ਵਿੱਚ ਜਿਹੜਾ ਇਹ ਐਗਜ਼ੀਕਿਊਟਿਵ ਸੀਗਾ, ਸਰਕਾਰ ਸੀਗੀ, ਉਹ ਲੈਜਿਸਲੇਚਰ ਦੇ ਵਿੱਚੋਂ ਹੀ ਆਉਂਦੀ ਸੀਗੀ, ਠੀਕ ਹੈ। ਆਪਾਂ ਨੇ ਦੇਖਿਆ ਸੀਗਾ ਕਿ ਇਹ ਲੋਕ ਸਭਾ ਹੈਗੀ, ਠੀਕ ਹੈ, ਇਹ ਲੋਕ ਸਭਾ ਹੈ, ਔਰ ਸਰਕਾਰ ਇਹਦੇ ਵਿੱਚੋਂ ਹੀ ਬਣਦੀ ਸੀਗੀ, ਆਪਾਂ ਦੇਖਿਆ ਸੀਗਾ ਇਹ ਚੀਜ਼। ਇਹ ਰਾਜੀ ਕਿ ਟਿਪੀਕਲ ਪੁਆਇੰਟ ਹੈ ਇੱਕ ਪਾਰਲੀਮੈਂਟਰੀ ਗਵਰਨਮੈਂਟ ਦਾ। ਬਟ ਅਮਰੀਕਨ ਸਿਸਟਮ ਦੇ ਵਿੱਚ ਕੀ ਹੈਗਾ, ਉਹਨਾਂ ਦੀ ਪਾਰਲੀਮੈਂਟ ਅਲੱਗ ਬੈਠੀ ਹੈਗੀ, ਠੀਕ ਹੈ। ਉਹਨਾਂ ਦਾ ਇਹ ਜਿਹੜਾ ਸੈਨੇਟ ਅਲੱਗ ਬੈਠੀ ਹੈ, ਹਾਊਸ ਆਫ ਰਿਪਰੈਜ਼ੈਂਟੇਟਿਵ ਅਲੱਗ ਬੈਠਿਆ, ਔਰ ਉਹਨਾਂ ਦਾ ਪ੍ਰੈਜ਼ੀਡੈਂਟ ਬਿਲਕੁਲ ਹੀ ਅਲੱਗ ਬੈਠੇਗਾ, ਠੀਕ ਹੈ। ਆਪਣਾ PM ਤਾਂ ਇੱਥੇ ਬੈਠਦਾ ਦੇਖੋ, ਠੀਕ ਹੈ। ਆਪਣਾ PM ਤਾਂ ਅਸੀਂ ਲੋਕ ਸਭਾ ਦਾ ਮੈਂਬਰ ਚੁਣਿਆ, ਫਿਰ PM ਬਣਿਆ ਇਹ, ਬਟ ਉਹਨਾਂ ਦਾ ਪ੍ਰੈਜ਼ੀਡੈਂਟ ਰਾਜੀ ਕਿਸੇ ਵੀ ਹਾਊਸ ਦਾ ਨਾ ਹੀ ਮੈਂਬਰ ਹੈ, ਨਾ ਹੀ ਪਾਰਟ ਹੈਗਾ, ਠੀਕ ਹੈ। ਬਿਲਕੁਲ ਹੀ ਸੈਪਰੇਟ ਹੈਗਾ। ਔਰ ਇਸੇ ਚੀਜ਼ ਨੂੰ ਆਪਾਂ ਕਹਿੰਦੇ ਹਾਂ ਰਾਜੇ ਸੈਪਰੇਸ਼ਨ ਆਫ ਪਾਵਰ। ਇਹ ਵੀ ਆਪਾਂ ਪੜ੍ਹਾਂਗੇ ਜਦੋਂ ਆਪਾਂ ਪਾਰਲੀਮੈਂਟਰੀ ਸਿਸਟਮ ਵਾਲਾ ਚੈਪਟਰ ਪੜ੍ਹਾਂਗੇ, ਤਾਂ ਆਪਾਂ ਪੜ੍ਹਾਂਗੇ ਕਿ ਅਮਰੀਕਾ ਦੇ ਵਿੱਚ ਬਿਲਕੁਲ ਹੀ ਸੈਪਰੇਸ਼ਨ ਆਫ ਪਾਵਰ ਹੈਗੀ। ਦੋਨਾਂ ਦੇ ਵਿੱਚ ਕੋਈ ਵਾਦ ਵਿਵਾਦ ਨਹੀਂ ਹੈਗਾ, ਬਿਲਕੁਲ ਹੀ ਅਲੱਗ ਚੱਲਦੇ ਨੇ ਦੋਨੋਂ, ਠੀਕ ਹੈ। ਲੈਜਿਸਲੇਚਰ ਆਪਣਾ ਕੰਮ ਕਰ ਰਹੀ ਹੈ, ਐਗਜ਼ੀਕਿਊਟਿਵ ਆਪਣਾ ਕੰਮ ਕਰ ਰਿਹਾ ਹੈਗਾ, ਠੀਕ ਹੈ। ਆਪਣੇ ਕੇਸ ਦੇ ਵਿੱਚ ਕੀ ਹੈ ਰਾਜੇ, ਜਿਹੜਾ ਐਗਜ਼ੀਕਿਊਟਿਵ ਹੈਗਾ ਉਹ ਲੈਜਿਸਲੇਚਰ ਦੇ ਵਿੱਚੋਂ ਹੀ ਆਉਂਦਾ ਹੈਗਾ, ਠੀਕ ਹੈ। ਲੈਜਿਸਲੇਚਰ ਕੀ ਹੈ, ਲੋਕ ਸਭਾ, ਐਗਜ਼ੀਕਿਊਟਿਵ ਕੀ ਹੈ, ਜਿਹੜੀ ਸਰਕਾਰ ਹੈਗੀ ਹੈ, ਠੀਕ ਹੈ। ਤਾਂ ਆਪਣੇ ਕੇਸ ਦੇ ਵਿੱਚ ਤਾਂ ਰਾਜੇ ਦੋਨਾਂ ਦੇ ਵਿੱਚ ਕੀ ਓਵਰਲੈਪ ਹੈਗਾ, ਇੱਦਾਂ ਦਾ ਵੇਨ ਡਾਇਗਰਾਮ ਬਣੂ। ਅਮਰੀਕਾ ਦੇ ਵਿੱਚ ਜਿਹੜਾ ਡਾਇਗਰਾਮ ਬਣੂ ਰਾਜੇ ਉਹ ਬਿਲਕੁਲ ਹੀ ਸੈਪਰੇਟ ਬਣੂਗਾ, ਠੀਕ ਹੈ। ਕਿ ਲੈਜਿਸਲੇਚਰ ਅਲੱਗ ਫਿਰਦਾ ਔਰ ਐਗਜ਼ੀਕਿਊਟਿਵ ਅਲੱਗ ਫਿਰਦਾ ਹੈਗਾ, ਠੀਕ ਹੈ ਜੀ। ਇਹ ਚੀਜ਼ ਧਿਆਨ ਕਰਨੀ ਹੈ।
ਤਾਂ ਬਿਲਕੁਲ ਅਮਰੀਕਾ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਹੀ ਇਜ਼ ਨਾਟ ਐਨ ਇੰਟੀਗਰਲ ਪਾਰਟ ਆਫ ਲੈਜਿਸਲੇਚਰ, ਠੀਕ ਹੈ ਜੀ, ਇੰਪੋਰਟੈਂਟ ਹੈ ਬੱਚੇ ਇਹ। 1954 ਦੇ ਵਿੱਚ ਜਿਹੜੇ ਅਸੀਂ ਰਾਜ ਸਭਾ ਅਤੇ ਲੋਕ ਸਭਾ ਰਾਜੇ ਹਿੰਦੀ ਨਾਮ ਨੇ ਉਹ ਅਡੋਪਟ ਕੀਤੇ ਨੇ। ਇਸ ਤੋਂ ਪਹਿਲਾਂ ਜਿਹੜੇ ਨਾਮ ਸੀ ਉਹ ਕਾਊਂਸਲ ਆਫ ਸਟੇਟਸ ਅਤੇ ਹਾਊਸ ਆਫ ਪੀਪਲ ਹੀ ਸੀਗੇ। 1954 ਦੇ ਵਿੱਚ ਅਸੀਂ ਹਿੰਦੀ ਨਾਮ ਅਡੋਪਟ ਕੀਤੇ ਨੇ, ਧਿਆਨ ਦੇਣਾ ਇਸ ਚੀਜ਼ ਦਾ ਵੀ। ਪਾਰਲੀਮੈਂਟ ਦੀ ਬਿਲਡਿੰਗ ਦੀ ਗੱਲ ਕਰਦੇ ਹਾਂ ਬੱਚੇ, 1920s ਦੇ ਵਿੱਚ ਇਹ ਬਿਲਡਿੰਗ ਬਣੀ ਸੀਗੀ, ਠੀਕ ਹੈ। ਤਾਂ ਐਡਵਿਨ ਲੁਟੀਅਨਸ, ਤੁਹਾਨੂੰ ਪਤਾ ਰਹੇ, ਤੁਸੀਂ ਸੁਣਦੇ ਹੋਗੇ ਲੁਟੀਅਨਸ ਦਿੱਲੀ, ਹੈ ਨਾ, ਲੁਟੀਅਨਸ ਦਿੱਲੀ। ਤਾਂ ਜਿੰਨੀਆਂ ਵੀ ਸਰਕਾਰੀ ਬਿਲਡਿੰਗਸ ਨੇਗੇ ਆਪਣੇ, ਜਿਹੜੇ ਹੈਡਕੁਆਟਰ ਮਤਲਬ ਹੋਰ ਜਿਹੜੇ ਉਹਨਾਂ ਦੇ ਰੈਜ਼ੀਡੈਂਸ਼ੀਅਲ ਪਲੋਟਸ ਬਣੇ ਹੋਏ ਨੇਗੇ, ਠੀਕ ਹੈ, ਜੋ ਵੀ ਮਤਲਬ ਜਿੰਨੇ ਸਰਕਾਰੀ ਬਿਲਡਿੰਗਸ ਨੇ ਸਾਰੀਆਂ ਇਹਨਾਂ ਦੋਨਾਂ ਨੇ ਹੀ ਪਲਾਨ ਕੀਤੀਆਂ ਸੀ, ਡਿਜ਼ਾਈਨ ਕੀਤੀਆਂ ਸੀਗੀਆਂ, ਐਡਵਿਨ ਲੁਟੀਅਨਸ ਅਤੇ ਹਰਬਰਟ ਬੇਕਰ। ਬਿਕਾਜ਼ ਦੇਖੋ ਰਾਜੇ, ਹੁਣ ਸਾਡੀ ਨਵੀਂ ਪਾਰਲੀਮੈਂਟ ਇੱਕ ਪ੍ਰਪੋਜ਼ ਕੀਤੀ ਜਾ ਰਹੀ ਹੈ, ਨੰਬਰ ਸੈਂਟਰਲ ਵਿਸਟਾ ਪ੍ਰੋਜੈਕਟ ਆਪਾਂ ਕਹਿੰਦੇ ਹਾਂ, ਠੀਕ ਹੈ। ਤਾਂ ਕਿਉਂਕਿ ਹੁਣ ਪੁਰਾਣੀ ਨਵੀਂ ਬਿਲਡਿੰਗ ਬਣ ਰਹੀ ਹੈ, ਤਾਂ ਪੁਰਾਣੀ ਬਿਲਡਿੰਗ ਦੇ ਜਿਹੜੇ ਫੈਕਟ ਨੇ ਉਹ ਵੀ ਇੰਪੋਰਟੈਂਟ ਬਣ ਜਾਂਦੇ ਨੇ, ਠੀਕ ਹੈ, ਕਿ ਪੁਰਾਣੇ ਕਿਹਨੇ ਡਿਜ਼ਾਈਨ ਕੀਤੇ ਸੀਗੇ। ਔਰ ਕਿਉਂਕਿ ਪੁਰਾਣੇ ਡਿਜ਼ਾਈਨਰ ਇੰਪੋਰਟੈਂਟ ਨੇ ਤਾਂ ਨਵੇਂ ਆਰਕੀਟੈਕਟ ਵੀ ਇੰਪੋਰਟੈਂਟ ਨੇਗੇ, ਠੀਕ ਹੈ। ਤਾਂ HCP ਡਿਜ਼ਾਈਨ ਕਰਕੇ ਰਾਜੇ ਇੱਕ ਕੰਪਨੀ ਹੈਗੀ ਗੁਜਰਾਤ ਦੀ, ਠੀਕ ਹੈ, ਉਹਨਾਂ ਦਾ ਜਿਹੜਾ ਮਾਲਿਕ ਹੈ ਬਿਮਲ ਪਟੇਲ। ਇਸ ਕੰਪਨੀ ਨੂੰ ਰਾਜੇ ਕੀ ਇਹਦਾ ਸਾਰਾ ਕੰਟਰੈਕਟ ਮਿਲਿਆ ਹੋਏਗਾ, ਕਾਹਦਾ, ਡਿਜ਼ਾਈਨਿੰਗ ਦਾ, ਆਰਕੀਟੈਕਚਰ ਦਾ। ਬਟ ਜਿਹੜਾ ਉਹ ਕੰਸਟਰਕਸ਼ਨ ਦਾ ਓਬਵੀਅਸਲੀ ਕਿਸੇ ਹੋਰ ਨੂੰ ਹੈਗਾ, ਮੇਬੀ ਟਾਟਾ ਕੋਲੇ ਹੈਗਾ। ਤਾਂ ਬਟ ਜਿਹੜਾ ਆਪਾਂ ਨੇ ਇੰਪੋਰਟੈਂਟ ਕੀ ਹੈ ਕਿ ਕਿਸ ਕੋਲੇ ਰਾਜੇ ਇਹਦਾ ਆਰਕੀਟੈਕਟ ਕੌਣ ਹੈਗਾ, ਬੇਸਿਕਲੀ ਡਿਜ਼ਾਈਨ ਕਿਹਨੇ ਕੀਤਾ, ਤਾਂ HCP ਡਿਜ਼ਾਈਨ ਕਰਕੇ ਕੰਪਨੀ ਹੈ ਬਿਮਲ ਪਟੇਲ ਦੀ, ਇਹ ਯਾਦ ਕਰਨਾ ਇੰਪੋਰਟੈਂਟ ਹੈ। ਗੱਲ ਕਰਦੇ ਬੱਚੇ ਹੁਣ ਆਪਾਂ ਹੋਰ ਜਾਣਦੇ ਹਾਂ ਪਾਰਲੀਮੈਂਟ ਦੇ ਵਿੱਚ ਕੀ ਕੁਛ ਹੈ। ਤਾਂ ਪਹਿਲਾ ਜਿਹੜਾ ਵੱਡਾ ਹਾਊਸ ਹੈ ਰਾਜੇ ਉਹਨਾਂ ਦਾ ਅਪਰ ਹਾਊਸ ਹੈ, ਉਹ ਰਾਜ ਸਭਾ ਹੈਗਾ, ਠੀਕ ਹੈ, ਰਾਜਿਆਂ ਦੀ ਸਭਾ। ਪਹਿਲੀ ਗੱਲ ਤਾਂ ਇਹ ਅਪਰ ਹਾਊਸ ਹੈ ਬੱਚੇ, ਠੀਕ ਹੈ, ਅਪਰ ਹਾਊਸ ਹੈ। ਔਰ ਦੂਸਰਾ ਇਹਨੂੰ ਸੈਕਿੰਡ ਚੈਂਬਰ ਕਹਿੰਦੇ ਆਪਾਂ, ਠੀਕ ਹੈ। ਧਿਆਨ ਦੇਣਾ ਵਿੱਚ ਅਪਰ ਹਾਊਸ ਕੌਣ ਹੈ, ਲੋਅਰ ਹਾਊਸ ਕੌਣ ਹੈਗਾ। ਸਾਡੇ ਵਿੱਚ ਇੰਡੀਆ ਦੇ ਵਿੱਚ ਅਪਰ ਹਾਊਸ ਰਾਜ ਸਭਾ ਹੈ, ਅਮਰੀਕਾ ਦੇ ਵਿੱਚ ਅਪਰ ਹਾਊਸ ਕਿਹੜਾ ਬੱਚੇ, ਸੈਨੇਟ ਹੈਗਾ, ਠੀਕ ਹੈ। ਔਰ ਇੰਗਲੈਂਡ ਦੇ ਵਿੱਚ ਕੀ ਹੈ ਰਾਜੇ, ਹਾਊਸ ਆਫ ਲੋਰਡਸ, ਹਾਊਸ ਆਫ ਲੋਰਡਸ, ਠੀਕ ਹੈ ਜੀ। ਇਹ ਅਮਰੀਕਾ ਹੋ ਗਿਆ, ਇਹ ਰਾਜੇ ਹੋ ਗਿਆ ਆਪਣਾ ਇੰਗਲੈਂਡ ਜਾਂ ਫਿਰ ਬ੍ਰਿਟੇਨ ਜਾਂ ਫਿਰ UK, ਠੀਕ ਹੈ ਬੱਚੇ। ਤਾਂ ਸੈਕਿੰਡ ਚੈਂਬਰ ਕਹਿੰਦੇ ਆ ਔਰ ਹਾਊਸ ਆਫ ਐਲਡਰਸ ਕਹਿੰਦੇ ਆ, ਠੀਕ ਹੈ। ਇੱਕ ਰੀਜ਼ਨ ਇਹ ਵੀ ਹੈ ਕਿਉਂਕਿ ਜਿਹੜੀ ਇਹਨਾਂ ਦੀ ਏਜ ਹੈਗੀ ਰਾਜੇ ਉਹ 30 ਈਅਰਸ ਹੈਗੀ, ਮਿਨੀਮਮ ਏਜ ਰਾਜ ਸਭਾ ਦਾ ਮੈਂਬਰ ਬਣਨ ਦੀ 30 ਸਾਲ ਹੈਗੀ ਹੈ। ਔਰ ਆਪਾਂ ਪੜ੍ਹਾਂਗੇ ਰਾਜੇ ਲੋਕ ਸਭਾ ਦੇ ਮੈਂਬਰ ਬਣਨ ਦੀ ਮਿਨੀਮਮ ਏਜ ਹੈਗੀ ਹੈ 25 ਸਾਲ ਦੀ, ਠੀਕ ਹੈ। ਤਾਂ ਲੋਕ ਸਭਾ ਦੇ ਮੈਂਬਰ ਆਪਾਂ ਕਹਿ ਸਕਦੇ ਵੀ ਯੰਗਰ ਨੇਗੇ, ਰਾਜ ਸਭਾ ਦੇ ਕੁਛ ਐਲਡਰਸ ਨੇਗੇ, ਤਾਂ ਆਪਾਂ ਕਹਿੰਦੇ ਨੇ ਹਾਊਸ ਆਫ ਐਲਡਰਸ ਵੀ ਕਹਿ ਦਿੰਦੇ ਨੇ। ਮੈਕਸਿਮਮ ਸਟਰੈਂਥ ਰਾਜੇ 250 ਹੈਗੀ ਹੈ। ਦੇਖੋ ਬੁੱਕਸ ਦੇ ਵਿੱਚ ਕਈ ਨੰਬਰਸ ਲਿਖੇ ਹੋਏ ਨੇ, 238 + 12 ਲਿਖਿਆ ਹੋਏਗਾ, ਹੈ ਨਾ। ਤਾਂ ਹੋਰ ਵੀ ਕਈ ਨੰਬਰਸ ਲਿਖੇ ਹੋਏ ਨੇ, ਤੁਸੀਂ ਕਿਸੇ 'ਤੇ ਵੀ ਧਿਆਨ ਨਹੀਂ ਦੇਣਾ ਪਲੀਜ਼, ਠੀਕ ਹੈ। ਹਾਂ, ਇਹ ਜ਼ਰੂਰ ਯਾਦ ਕਰਨਾ ਕਿ 12 ਮੈਂਬਰਸ ਨੋਮੀਨੇਟਡ ਨੇ, ਠੀਕ ਹੈ, ਇਹ ਆਪਾਂ ਪੜ੍ਹਦੇ ਹਾਂ ਰਾਜੇ। ਬਟ ਸਿਰਫ ਔਰ ਸਿਰਫ ਤੁਸੀਂ ਬੁੱਕਸ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਕੋਈ ਵੀ ਫਿਗਰ ਪੇਪਰ ਦੇ ਵਿੱਚ ਨਹੀਂ ਆਊਗੀ। ਪਹਿਲੀ ਗੱਲ ਮੈਂ ਤੁਹਾਨੂੰ ਕਲੈਰੀਫਾਈ ਕਰਦਾ, ਨਹੀਂ ਆਊਗੀ। ਅਗਰ ਵੱਧੋ ਵੱਧ ਆਊਗੀ ਰਾਜੇ ਇਹੀ ਫਿਗਰ ਆਊਗੀ ਕਿ ਮੈਕਸਿਮਮ ਸਟਰੈਂਥ ਕਿੰਨੀ ਹੋ ਸਕਦੀ ਰਾਜ ਸਭਾ ਦੀ, ਤਾਂ ਉਹ 250 ਹੈਗੀ ਹੈ, ਠੀਕ ਹੈ। ਹੋਰ ਕੋਈ ਵੀ ਫਿਗਰ ਯਾਦ ਨਹੀਂ ਕਰਨੀ, ਚਾਹੇ ਲక్ష్ਮੀਕਾਂਤ ਦੇ ਵਿੱਚ ਦਿੱਤੀ ਹੈ, ਕਿਸੇ ਵੀ ਬੁੱਕ ਦੇ ਵਿੱਚ ਦਿੱਤੀ ਹੋਈ ਹੈ, ਕੋਈ ਵੀ ਫਿਗਰ ਨਹੀਂ ਯਾਦ ਕਰਨੀ ਹੈਗੀ। ਇਲੈਕਟਡ ਮੈਂਬਰਸ ਆਫ ਸਟੇਟ ਲੈਜਿਸਲੇਟਿਵ ਅਸੈਂਬਲੀਜ਼। ਬੱਚੇ ਹੁਣ ਤੁਹਾਨੂੰ ਲੋਕ ਸਭਾ ਦਾ ਤਾਂ ਪਤਾ ਹੋਊਗਾ ਤੁਹਾਨੂੰ ਕਿਵੇਂ ਆਪਾਂ ਇਲੈਕਟ ਕਰਦੇ ਹਾਂ, ਠੀਕ ਹੈ, ਕਿਉਂਕਿ ਅਸੀਂ ਖੁਦ ਚੁਣਦੇ ਹੈਗੇ ਆ ਲੋਕ ਸਭਾ ਦੇ ਮੈਂਬਰਸ ਨੂੰ। ਤਾਂ ਲੋਕ ਸਭਾ ਜਿਹੜੇ ਮੈਂਬਰਸ ਨੇ ਰਾਜੇ ਉਹਨਾਂ ਦੇ ਵਿੱਚ ਡਾਇਰੈਕਟ ਇਲੈਕਸ਼ਨ ਹੁੰਦਾ, ਆਪਾਂ ਪੜ੍ਹਦੇ ਹੁੰਦੇ ਹਾਂ, ਠੀਕ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਜਿਹੜੇ ਆਪਣੇ MPs ਨੂੰ ਖੁਦ ਚੁਣ ਕੇ ਭੇਜਦੇ ਹਾਂ। ਬਟ ਤੁਹਾਡੇ ਦਿਮਾਗ 'ਚ ਜਾਂਦੀ ਹੋ ਰਾਜੇ, ਰਾਜ ਸਭਾ ਦੇ ਮੈਂਬਰ ਅਸੀਂ ਕਦੇ ਵੀ ਚੁਣ ਕੇ ਨਹੀਂ ਭੇਜੇ ਹੈਗੇ, ਤਾਂ ਫਿਰ ਇਹ ਕਿੱਥੋਂ ਜਾਂਦੇ ਨੇ ਰਾਜੇ। ਆਪਾਂ ਨੂੰ ਪਤਾ ਕਿ ਆਪਣੇ ਪੰਜਾਬ ਦੇ ਵਿੱਚੋਂ ਕਿੰਨੇ ਜਾਂਦੇ ਰਾਜ ਸਭਾ ਦੇ ਮੈਂਬਰ ਬੱਚੇ, 7 ਮੈਂਬਰ ਜਾਂਦੇ ਨੇਗੇ, ਠੀਕ ਹੈ। 7 ਮੈਂਬਰ ਫਰੋਮ ਪੰਜਾਬ ਗੋਜ਼ ਟੂ ਰਾਜ ਸਭਾ ਆਪਣੇ, ਠੀਕ ਹੈ। ਰਾਜ ਸਭਾ ਦੇ 7 ਮੈਂਬਰ ਆਪਾਂ ਪੰਜਾਬ ਦੀ ਅਸੈਂਬਲੀ ਭੇਜਦੀ ਹੈਗੀ, ਠੀਕ ਹੈ। ਹੁਣ ਪੰਜਾਬ ਦਾ ਅਸੈਂਬਲੀ ਦਾ ਭੇਜਣ ਦਾ ਮਤਲਬ ਕੀ ਹੋਇਆ, ਪੰਜਾਬ ਦੀ ਅਸੈਂਬਲੀ ਕੀ ਹੈ ਬੱਚੇ, ਇਹ ਵਾਲੀ ਹੈਗੀ ਹੈ, ਠੀਕ ਹੈ। ਇੱਥੇ ਬੈਠੇ ਨੇ ਕੈਪਟਨ ਸਾਹਿਬ, ਇੱਥੇ ਆਪਣਾ ਸਪੀਕਰ ਬੈਠੇਗਾ। ਤਾਂ ਹੁਣ ਇਸ ਅਸੈਂਬਲੀ ਦੇ ਵਿੱਚ ਰਾਜੇ ਇਲੈਕਸ਼ਨ ਹੁੰਦੇ ਨੇਗੇ, ਠੀਕ ਹੈ। ਇਸ ਅਸੈਂਬਲੀ ਦੇ ਵਿੱਚ ਜਿਹੜੇ 117 ਬੰਦੇ ਬੈਠੇ ਨੇ, ਇਹ ਇਲੈਕਸ਼ਨ ਕਰਦੇ ਨੇ ਵੀ ਅਸੀਂ 7 ਬੰਦਿਆਂ ਨੂੰ ਭੇਜਣਾ ਹੈਗਾ, ਠੀਕ ਹੈ। ਇਹ ਸਾਰੇ ਦੇਖੋ MLAs ਬੈਠੇ ਨੇਗੇ, ਇਹ ਸਾਰੇ MLAs ਬੈਠੇ ਨੇ। ਹੁਣ ਇਹਨਾਂ ਸਾਰੇ MLAs ਨੇ ਰਾਜੇ ਕੁਛ 7 ਬੰਦੇ ਚੁਣ ਕੇ ਭੇਜਣੇ ਨੇਗੇ, ਠੀਕ ਹੈ। ਤਾਂ 117 ਬੰਦੇ ਵੋਟਿੰਗ ਕਰਨਗੇ, ਠੀਕ ਹੈ। ਵੋਟਿੰਗ ਕਰਕੇ ਇਹਨਾਂ 7 ਬੰਦਿਆਂ ਨੂੰ ਕੀ ਹੈ ਰਾਜ ਸਭਾ ਦੇ ਵਿੱਚ ਭੇਜਣਗੇ, ਠੀਕ ਹੈ। ਤਾਂ ਇੱਥੋਂ ਆਪਾਂ ਨੂੰ ਕੀ ਕਲੈਰੀਫਾਈ ਹੋ ਰਿਹਾ ਹੈ ਕਿ ਰਾਜ ਸਭਾ ਦੇ ਵਿੱਚ ਬੰਦੇ ਕਿੱਥੋਂ ਆਏ ਬੱਚੇ, ਸਾਡੇ ਸਟੇਟ ਅਸੈਂਬਲੀਜ਼ ਦੇ ਜਿਹੜੇ MLAs ਨੇ ਉਹ ਚੁਣ ਕੇ ਭੇਜਦੇ ਨੇਗੇ, ਠੀਕ ਹੈ। ਤਾਂ ਇੰਪੋਰਟੈਂਟ ਇਹ ਚੀਜ਼, ਜਿਵੇਂ ਸਾਡੇ ਪੰਜਾਬ ਨੇ ਭੇਜਿਆ ਉਵੇਂ ਹਰਿਆਣਾ ਦੀ ਅਸੈਂਬਲੀ ਵੀ ਚੁਣੂਗੀ, ਕੁਛ ਆਪਣੇ ਬੰਦੇ ਰਾਜਸਥਾਨ ਦੀ ਵੀ ਅਸੈਂਬਲੀ ਚੁਣੂਗੀ। ਤਾਂ ਸਾਰੀਆਂ ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਜਿਹੜੀਆਂ ਹੈਗੀਆਂ ਰਾਜੇ, ਆਪਣੇ ਆਪਣੇ ਬੰਦੇ, ਆਪਣੇ ਆਪਣੇ ਹਿੱਸੇ ਦੇ ਬੰਦੇ ਜਿਹੜੇ ਹੈਗੇ ਆ ਚੁਣ ਕੇ ਉਹ ਰਾਜ ਸਭਾ ਦੇ ਵਿੱਚ ਭੇਜਦੀ ਹੈਗੀ ਹੈ, ਠੀਕ ਹੈ। ਹੁਣ ਦੇਖੋ ਡਿਫਰੈਂਟ ਨੰਬਰ ਹੁੰਦਾ, ਜਿਵੇਂ ਪੰਜਾਬ ਦਾ 7 ਨੰਬਰ ਹੈਗਾ, ਠੀਕ ਹੈ। UP ਦਾ ਕੁਛ ਨੰਬਰ ਹੈਗਾ, 31 ਨੰਬਰ ਹੈਗੇ ਨੇ ਵੀ, UP ਦੇ ਵਿੱਚੋਂ 31 ਮੈਂਬਰਸ ਜਾਣਗੇ। ਤ੍ਰਿਪੁਰਾ ਦੇ ਵਿੱਚ ਸਿਰਫ ਇੱਕ ਮੈਂਬਰ ਜਾਂਦਾ ਰਾਜੇ। ਇਹਦਾ ਰੀਜ਼ਨ ਕੀ ਹੈ ਰਾਜੇ, ਇਹਦਾ ਰੀਜ਼ਨ ਸਿੰਪਲ ਜੀ ਗੱਲ ਹੈ, ਪਾਪੂਲੇਸ਼ਨ। ਜਿੰਨੀ ਕਿਸੇ ਸਟੇਟ ਦੀ ਪਾਪੂਲੇਸ਼ਨ ਹੈਗੀ ਹੈ ਉਨੀਆਂ ਉਹਨੂੰ ਸੀਟਾਂ ਅਲੋਟ ਹੋਈਆਂ ਨੇਗੀਆਂ, ਠੀਕ ਹੈ। ਤਾਂ ਸਾਨੂੰ ਸੀਟਾਂ ਅਲੋਟ ਹੋਈਆਂ ਨੇ ਵੀ ਹਾਂ, ਰਾਜ ਸਭਾ ਦੇ ਵਿੱਚ ਪੰਜਾਬ ਨੂੰ 7 ਸੀਟਾਂ ਅਲੋਟ ਨੇਗੀਆਂ।
यूपी ਨੂੰ 31 ਸੀਟਸ ਅਲੋਟ ਨੇਗੀਆਂ, ਠੀਕ ਹੈ, ਤਾਂ ਇੱਦਾਂ ਅਲੋਟ ਹੋਈਆਂ ਨੇ। ਤਾਂ ਰਾਜੇ ਇਹ ਸਾਰੀ ਜਿਹੜੀ ਅਲੋਟਮੈਂਟ ਹੈਗੀ ਹੈ ਸੀਟਾਂ ਦੀ ਵੀ ਕਿਹੜੀ ਸਟੇਟ ਨੂੰ ਕਿੰਨੀਆਂ ਸੀਟਸ ਨੇਗੀਆਂ, ਇਹ ਸਭ ਆਪਾਂ ਨੂੰ ਚੌਥੇ ਸ਼ਡਿਊਲ ਦੇ ਵਿੱਚ ਦਿੱਤਾ ਹੋਏਗਾ। ਇੰਪੋਰਟੈਂਟ, ਕਾਫੀ ਇੰਪੋਰਟੈਂਟ ਪੁਆਇੰਟ ਹੈ। ਬਾਕੀ ਰਾਜੇ ਸ਼ਡਿਊਲਸ ਵਾਲੀ ਵੀਡੀਓ ਮੈंने ਸੈਪਰੇਟ ਤੋਂ ਬਣਾ ਰੱਖੀ, ਸ਼ਾਇਦ ਤੁਹਾਡੇ ਕੋਲੇ ਹੋਵੇ ਵੀ ਉਹ, ਕਿ ਜਿਹੜੇ ਸਾਰੇ ਸ਼ਡਿਊਲਸ ਨੇ ਉਹਨੂੰ ਕਿਵੇਂ ਯਾਦ ਕਰਨਾ ਹੈ। ਸਾਡੇ 12 ਸ਼ਡਿਊਲਸ ਨੇ ਉਹ ਕਿਵੇਂ ਯਾਦ ਕਰਨੇ ਟ੍ਰਿਕਸ ਨਾਲ, ਮੈਂ ਬਣਾ ਰੱਖੀ ਆਲਰੇਡੀ ਵੀਡੀਓ, ਠੀਕ ਹੈ, ਤੁਹਾਡੇ ਕੋਲੇ ਮੋਸਟ ਪ੍ਰੋਬਬਲੀ ਹੋਣੀ ਚਾਹੀਦੀ ਹੈ ਉਹ। ਤੇ ਠੀਕ ਹੈ ਰਾਜੇ, ਜਿਹੜੀ ਸਾਰੀ ਸੀਟਸ ਦੀ ਕਲਾਸੀਫਿਕੇਸ਼ਨ ਹੈ ਇਹ ਚੌਥੇ ਸ਼ਡਿਊਲ ਦੇ ਵਿੱਚ, ਠੀਕ ਹੈ। ਤੇ ਅਗਰ ਆਪਾਂ ਦੇਖੋ, ਇਹ ਤਾਂ ਸਟੇਟਸ ਦੀ ਗੱਲ ਸੀਗੀ ਕਿ 31 ਮੈਂਬਰਸ, 1 ਮੈਂਬਰ ਓਨਲੀ, 7 ਮੈਂਬਰਸ ਓਨਲੀ, ਤਾਂ ਇਹ ਤਾਂ ਗੱਲ ਸਟੇਟਸ ਦੀ। ਜੇ ਆਪਾਂ ਯੂਟੀਜ਼ ਦੀ ਗੱਲ ਕਰੀਏ, ਯੂਨੀਅਨ ਟੈਰੀਟਰੀਜ਼ ਦੀ, ਤਾਂ ਸਿਰਫ ਦਿੱਲੀ ਔਰ ਪੁਡੂਚੇਰੀ 2 ਹੀ ਯੂਨੀਅਨ ਟੈਰੀਟਰੀਜ਼ ਐਸੀਆਂ ਨੇਗੀਆਂ, ਜੰਮੂ ਕਸ਼ਮੀਰ ਨੂੰ ਅਗਰ ਛੱਡ ਦਈਏ ਫਿਲਹਾਲ ਲਈ, ਕਿ ਦਿੱਲੀ ਅਤੇ ਪੁਡੂਚੇਰੀ ਸਿਰਫ 2 ਹੀ ਐਸੀ ਯੂਟੀਜ਼ ਨੇਗੀਆਂ ਜਿਨ੍ਹਾਂ ਦੀ ਕਿ ਰਾਜ ਸਭਾ ਦੇ ਵਿੱਚ ਰਿਪਰੈਜ਼ੈਂਟੇਸ਼ਨ ਹੈਗੀ ਹੈ, ਠੀਕ ਹੈ। ਕਿਉਂਕਿ ਹੋਰ ਕਿਸੇ ਯੂਟੀ ਦੀ ਇੰਨੀ ਪੋਪੂਲੇਸ਼ਨ ਹੀ ਨਹੀਂ ਹੈਗੀ। ਦਿੱਲੀ ਦੀ ਵੀ ਅੱਛੀ ਖਾਸੀ ਪੋਪੂਲੇਸ਼ਨ ਹੈਗੀ ਔਰ ਪੁਡੂਚੇਰੀ ਦੀ ਵੀ, ਇਸੇ ਕਰਕੇ ਕਿ ਰਾਜ ਸਭਾ ਦੇ ਵਿੱਚ ਦਿੱਲੀ ਤੋਂ ਅਤੇ ਪੁਡੂਚੇਰੀ ਤੋਂ ਮੈਂਬਰਸ ਜਾਂਦੇ ਨੇਗੇ, ਠੀਕ ਹੈ। ਹੋਰ ਕਿਸੇ ਵੀ ਯੂਟੀ ਦੇ ਵਿੱਚੋਂ ਨਹੀਂ ਜਾਂਦੇ ਹੈਗੇ। ਰੀਜ਼ਨ ਕੀ ਹੈ? ਪੋਪੂਲੇਸ਼ਨ, ਠੀਕ ਹੈ, ਕਿ ਇਹਨਾਂ ਦੇ ਵਿੱਚ ਪੋਪੂਲੇਸ਼ਨ ਅੱਛੀ ਖਾਸੀ ਹੈਗੀ ਹੈ। ਹੁਣ ਬੱਚੇ ਦੇਖੋ, ਰਾਜ ਸਭਾ ਆਪਾਂ ਗੱਲ ਕਰਦੇ ਹਾਂ, ਆ ਹੈਗੀ ਹੈ ਰਾਜ ਸਭਾ ਆਪਣੀ, ਠੀਕ ਹੈ। ਅਤੇ ਦੇਖੋ ਧਿਆਨ ਦੇਣਾ ਵੀ ਰੈੱਡ ਕਾਰਪੇਟ ਵਿਛਿਆ ਹੋਇਆ ਰਾਜ ਸਭਾ ਦੇ ਵਿੱਚ, ਠੀਕ ਹੈ। ਰਾਜ ਸਭਾ ਹੈਗੀ ਆ। ਹੁਣ ਇੱਕ ਤਾਂ ਆਪਾਂ ਬੱਚੇ ਕਰ ਰਹੇ ਹਾਂ ਕਿ ਜਿਹੜੇ ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਦੇ ਬੰਦੇ ਨੇ ਉਹ ਸਾਨੂੰ ਚੁਣ ਕੇ ਭੇਜਦੇ ਨੇ। ਜਿਹੜੇ ਸਾਡੇ ਸਟੇਟ ਦੇ ਬੰਦੇ ਨੇ ਉਹ ਕੁਛ ਬੰਦੇ ਚੁਣ ਕੇ ਰਾਜ ਸਭਾ ਦੇ ਵਿੱਚ ਭੇਜਦੇ ਨੇਗੇ, ਠੀਕ ਹੈ। ਤਾਂ ਕੁਛ ਮੈਂਬਰ ਤਾਂ ਬੱਚੇ ਹੁੰਦੇ ਨੇ ਇਲੈਕਟਡ, ਠੀਕ ਹੈ। ਇਸ ਤੋਂ ਇਲਾਵਾ ਵੀ ਕੁਛ, ਜੇ ਤਾਂ ਇਲੈਕਟਡ ਕੌਣ ਹੁੰਦੇ ਨੇ, ਜਦੋਂ ਕਿ ਚੋਣਾਂ ਹੁੰਦੀਆਂ ਨੇਗੀਆਂ, ਵੋਟਿੰਗ ਹੁੰਦੀ ਹੈ, ਠੀਕ ਹੈ। ਇਹ ਲੋਕ ਸਾਰੇ ਵੋਟਿੰਗ ਕਰਦੇ ਨੇ, 117 ਬੰਦੇ ਵੋਟਿੰਗ ਕਰਦੇ ਨੇ 7 ਬੰਦਿਆਂ ਵਾਸਤੇ, ਠੀਕ ਹੈ। ਤਾਂ ਵੋਟਿੰਗ ਤਾਂ ਹੋ ਗਈ, ਇਲੈਕਸ਼ਨ ਹੋ ਗਿਆ, ਤਾਂ ਮਤਲਬ ਇਹ ਇਲੈਕਟਡ ਮੈਂਬਰਸ ਨੇਗੇ ਰਾਜ ਸਭਾ ਦੇ ਵਿੱਚ, ਇਹ ਹੈਗੀ ਹੈ ਰਾਜ ਸਭਾ। ਇਸ ਤੋਂ ਇਲਾਵਾ ਬੱਚੇ ਕੁਛ ਮੈਂਬਰਸ ਨੋਮੀਨੇਟਡ ਵੀ ਹੁੰਦੇ ਨੇਗੇ। ਹੁਣ ਨੋਮੀਨੇਸ਼ਨ ਦਾ ਮਤਲਬ ਕੀ ਹੈਗਾ? ਨੋਮੀਨੇਸ਼ਨ ਦਾ ਮਤਲਬ ਹੈਗਾ ਬੱਚੇ ਕਿ ਉਹਦੇ ਵਿੱਚ ਇਲੈਕਸ਼ਨ ਨਹੀਂ ਹੁੰਦਾ ਬੇਸਿਕਲੀ, ਠੀਕ ਹੈ। ਜੇ ਮੈਂ ਗੱਲ ਕਰਾਂ ਨੋਮੀਨੇਸ਼ਨ ਦੀ, ਤਾਂ ਨੋਮੀਨੇਸ਼ਨ ਦੇ ਵਿੱਚ ਇਲੈਕਸ਼ਨ ਨਹੀਂ ਹੁੰਦਾ। ਇਲੈਕਸ਼ਨ ਦਾ ਮਤਲਬ ਕੀ ਹੈ ਵੀ ਕੁਛ ਲੋਕ ਇਕੱਠੇ ਹੋ ਕੇ ਵੋਟਾਂ ਪਾਉਂਦੇ ਨੇਗੇ, ਠੀਕ ਹੈ। ਤਾਂ ਨੋਮੀਨੇਸ਼ਨ ਦੇ ਵਿੱਚ ਵੋਟਿੰਗ ਨਹੀਂ ਹੁੰਦੀ ਬੇਸਿਕਲੀ। ਨੋਮੀਨੇਸ਼ਨ ਦੇ ਵਿੱਚ ਕੀ ਹੁੰਦਾ ਹੈ, ਕੋਈ ਇੱਕ ਬੰਦਾ, ਕੋਈ ਵੱਡਾ ਬੰਦਾ ਆਪਣੇ ਕੁਛ ਖਾਸ ਬੰਦਿਆਂ ਨੂੰ ਕਹਿ ਦੂਗਾ ਵੀ ਹਾਂ ਇਹ ਬੰਦੇ ਨੂੰ ਲੈ ਕੇ ਜਾਓ, ਤੁਸੀਂ ਇਹ ਬੰਦੇ ਨੂੰ ਤੁਸੀਂ ਲੈ ਕੇ ਜਾਓ, ਠੀਕ ਹੈ। ਤਾਂ ਜਿਹੜਾ ਵੱਡਾ ਬੰਦਾ ਰਾਜੇ, ਇਹ ਆਪਣੇ ਛੋਟੇ ਛੋਟੇ ਬੰਦਿਆਂ ਨੂੰ ਨੋਮੀਨੇਟ ਕਰ ਰਿਹਾ ਵੀ ਹਾਂ ਮੇਰੇ ਕਹਿਣ 'ਤੇ ਤੁਸੀਂ ਲੈ ਕੇ ਜਾਓ, ਮੇਰੀ ਸਿਫਾਰਿਸ਼ 'ਤੇ ਤੁਸੀਂ ਲੈ ਕੇ ਜਾਓ ਇਹਨਾਂ ਨੂੰ, ਠੀਕ ਹੈ। ਤਾਂ ਆਪਾਂ ਇਹਨੂੰ ਕਹਾਂਗੇ ਨੋਮੀਨੇਸ਼ਨ। ਬੇਸਿਕਲੀ ਇਹਦੇ ਵਿੱਚ ਇਲੈਕਸ਼ਨ ਨਹੀਂ ਹੋ ਰਿਹਾ ਹੈਗਾ, ਠੀਕ ਹੈ। ਤਾਂ ਇਸੇ ਤਰ੍ਹਾਂ ਰਾਜੀ ਆਪਣਾ ਜਿਹੜਾ ਪ੍ਰੈਜ਼ੀਡੈਂਟ ਹੈਗਾ, ਰਾਸ਼ਟਰਪਤੀ, ਤੁਹਾਨੂੰ ਆਪਣੇ ਪ੍ਰੈਜ਼ੀਡੈਂਟ ਵਾਲੇ ਚੈਪਟਰ ਦੇ ਵਿੱਚ ਵੀ ਚੀਜ਼ ਪੜ੍ਹੀ ਸੀਗੀ, ਤੁਹਾਨੂੰ ਸ਼ਾਇਦ ਪਤਾ ਵੀ ਹੋਵੇ ਇਹ ਚੀਜ਼, ਕਿ ਆਪਣਾ ਪ੍ਰੈਜ਼ੀਡੈਂਟ 12 ਮੈਂਬਰਸ ਨੂੰ ਨੋਮੀਨੇਟ ਕਰਦਾ ਹੈਗਾ, ਠੀਕ ਹੈ। 12 ਮੈਂਬਰ ਜਿਹੜੇ ਨੇ ਰਾਜ ਸਭਾ ਦੇ ਵਿੱਚ ਨੋਮੀਨੇਟ ਜਾਂਦੇ ਨੇ, ਠੀਕ ਹੈ। ਤਾਂ ਆਪਾਂ ਕਹਿੰਦੇ ਵਿੱਚ ਇਸ ਕੀ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਬੱਚੇ, ਕਿ ਰਾਜ ਸਭਾ ਦੇ ਵਿੱਚ ਕੁਝ ਮੈਂਬਰਸ ਇਲੈਕਟਡ ਵੀ ਹੁੰਦੇ ਨੇ ਔਰ 12 ਮੈਂਬਰ ਨੋਮੀਨੇਟਡ ਹੁੰਦੇ ਨੇਗੇ, ਠੀਕ ਹੈ। ਇਹ ਚੀਜ਼ ਹੈ, ਇਲੈਕਟਡ ਮੈਂਬਰ ਵੀ ਹੈਗੇ ਨੇ ਅਤੇ ਨੋਮੀਨੇਟਡ ਮੈਂਬਰ ਵੀ ਹੈਗੇ ਨੇ ਇਹਦੇ ਵਿੱਚ ਰਾਜ ਸਭਾ ਦੇ ਵਿੱਚ, ਠੀਕ ਹੈ ਜੀ। ਇੰਪੋਰਟੈਂਟ ਹੈ। ਰਾਜ ਸਭਾ ਰਾਜੇ ਇੱਕ ਪਰਮਾਨੈਂਟ ਬੋਡੀ ਹੈਗੀ ਹੈ, ਠੀਕ ਹੈ। ਆਪਾਂ ਨੈਕਸਟ ਸਲਾਈਡ ਦੇ ਵਿੱਚ ਪੜ੍ਹਾਂਗੇ ਕਿ ਲੋਕ ਸਭਾ, ਵੈਸੇ ਸਾਨੂੰ ਪਤਾ ਵੀ ਹੈਗਾ ਲੋਕ ਸਭਾ ਰਾਜੇ ਕੀ ਹੈ, 5 ਸਾਲ ਦੀ ਟਰਮ ਹੁੰਦੀ ਹੈਗੀ, ਠੀਕ ਹੈ। ਤਾਂ 5 ਸਾਲ ਬਾਅਦ ਲੋਕ ਸਭਾ ਡਿਜ਼ੋਲਵ ਹੋਣੀ ਹੀ ਹੋਣੀ ਹੈਗੀ, ਠੀਕ ਹੈ। ਜਾਂ ਇਸ ਤੋਂ ਪਹਿਲਾਂ ਵੀ ਹੋ ਸਕਦੀ ਹੈ। ਆਪਾਂ ਨੂੰ ਪਤਾ ਰਾਜੇ ਅਸੈਂਬਲੀ ਭੰਗ ਹੋ ਸਕਦੀ ਹੈ, ਜੇ ਮੰਨ ਲਓ ਸਰਕਾਰ ਗਿਰਦੀ ਹੈ, ਕੁਝ ਵੀ ਹੁੰਦਾ ਹੈ, ਜਾਂ ਸਰਕਾਰ ਨੇ ਕਹਿਤਾ ਕਿ ਹਾਂ PM ਨੇ ਕਹਿਤਾ ਕਿ ਅਸੈਂਬਲੀ ਭੰਗ ਕਰਨੀ ਆਪਾਂ ਤਾਂ ਅਸੈਂਬਲੀ ਭੰਗ ਹੋ ਸਕਦੀ ਹੈ, ਮਤਲਬ ਡਿਜ਼ੋਲਵ ਹੋ ਸਕਦੀ ਹੈਗੀ, ਠੀਕ ਹੈ। ਆਪਾਂ ਕਹਿ ਰਹੇ ਸੀ ਬੱਚੇ ਕਿ ਦੇਖੋ 5 ਸਾਲ ਦੀ ਟਰਮ ਪੂਰੀ ਹੋ ਗਈ ਜਦੋਂ ਸਾਰੇ MPs ਦੀ, ਤਾਂ ਸਾਰੇ ਦੇ ਸਾਰੇ MP ਇੱਕੋ ਵਾਰੀ ਹੀ ਕੀ ਰਾਜੇ ਡਿਜ਼ੋਲਵ ਹੋ ਜਾਣਗੇ, ਠੀਕ ਹੈ। ਆਪਾਂ ਪੜ੍ਹਿਆ ਸੀ ਨਾ ਇਹ ਚੀਜ਼ ਲਾਸਟ ਸੈਸ਼ਨ ਦੇ ਵਿੱਚ ਕਿ ਇੱਕੋ ਵਾਰੀ ਖਤਮ ਹੋ ਜਾਣਗੇ ਸਾਰੇ। ਬਟ ਰਾਜ ਸਭਾ ਦੇ ਕੇਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਰਾਜ ਸਭਾ ਦੇ ਕੇਸ ਦੇ ਵਿੱਚ ਵਾਰੀ ਦੇ ਨਾਲ ਜਾਂਦੇ ਨੇਗੇ। ਕਿਵੇਂ? ਜਿਵੇਂ ਆਪਾਂ ਇਰੇਜ਼ ਕਰ ਰਹੇ ਸਾਰਾ, ਜਿਵੇਂ ਆਪਾਂ ਕਰ ਰਹੇ ਹਾਂ ਬੱਚੇ ਕਿ ਇਹ ਰਾਜ ਸਭਾ ਹੈਗੀ ਹੈ। ਰਾਜ ਸਭਾ ਦੇ ਵਿੱਚ ਜੇ ਆਪਾਂ ਮੰਨ ਲਓ 240 ਮੈਂਬਰਸ ਨੇਗੇ, ਰਾਜ ਸਭਾ 240 ਮੈਂਬਰਸ, ਠੀਕ ਹੈ। ਤਾਂ ਆਪਾਂ ਜੇ 80 ਦਾ ਗਰੁੱਪ ਬਣਾ ਲਈਏ ਬੱਚੇ, 80 ਦਾ, ਠੀਕ ਹੈ। ਇਹ ਹੈਗਾ ਦੇਖੋ ਲੋਕ ਸਭਾ, ਇਹ ਲੋਕ ਸਭਾ ਹੈਗੀ ਹੈ। ਲੋਕ ਸਭਾ ਦੇ ਵਿੱਚ ਮੰਨ ਲਓ ਆਪਾਂ 550 ਮੈਂਬਰਸ ਨੇਗੇ, ਠੀਕ ਹੈ। ਤਾਂ ਹੁਣ ਜਦੋਂ ਇਹਨਾਂ ਦੀ 5 ਸਾਲ ਦੀ ਇਹ ਇੱਥੇ ਚੁਣੇ ਗਏ ਰਾਜੇ 2014 ਦੇ ਵਿੱਚ, 2019 ਆਉਂਦੇ ਅੰਦਰ ਬੱਚੇ ਕੀ ਹੋਊਗਾ, ਇਹ ਸਾਰੇ ਇੱਕੋ ਵਾਰੀ ਡਿਜ਼ੋਲਵ ਕਰ ਜਾਣਗੇ, ਠੀਕ ਹੈ। ਇੱਕੋ ਵਾਰੀ ਖਤਮ ਹੋਣਗੇ, ਆਪਣੀ ਕੁਰਸੀ ਛੱਡਣੀ ਪਊਗੀ। ਹੁਣ 2019 ਦੇ ਵਿੱਚ ਨਵੇਂ ਇਲੈਕਸ਼ਨ ਹੋਣਗੇ, ਫਿਰ ਇਹ ਦੁਬਾਰਾ ਚੁਣੇ ਜਾਣਗੇ, ਫਿਰ ਇਹ ਦੁਬਾਰਾ ਹਾਊਸ ਦੇ ਵਿੱਚ ਬੈਠਣਗੇ, ਠੀਕ ਹੈ। ਤਾਂ ਇੱਕ ਵਾਰੀ ਤਾਂ ਕਾਟਾ ਵੱਜੂਗਾ, ਇੱਕ ਵਾਰੀ ਸਾਰੇ ਆਪਣੇ ਘਰੇ ਜਾਣਗੇ, ਦੁਕਾਨ ਨੂੰ ਸ਼ਟਰ ਲਾ ਕੇ ਜਾਣਗੇ ਪਹਿਲੀ ਇੱਕ ਵਾਰ ਤਾਂ, ਠੀਕ ਹੈ। ਇੱਕ ਵਾਰ ਤਾਂ ਦੁਕਾਨ ਬੰਦ ਕਰਕੇ ਇਹਨਾਂ ਨੂੰ ਜਾਣਾ ਪਊਗਾ, ਕਿਉਂਕਿ ਕੋਈ ਹੈ ਹੀ ਨਹੀਂ ਇੱਥੇ, ਤਾਂ ਦੁਕਾਨ ਖਾਲੀ ਥੋੜ੍ਹੀ ਛੱਡ ਕੇ ਜਾਣੀ ਆਪਾਂ ਨੇ, ਠੀਕ ਹੈ। ਇੱਕੋਦਮ ਸਾਰੇ ਡਿਜ਼ੋਲਵ ਹੋ ਗਏ। ਬਟ ਰਾਜ ਸਭਾ ਦੇ ਕੇਸ ਦੇ ਵਿੱਚ ਕੀ ਹੁੰਦਾ ਹੈ, ਆਪਾਂ ਇੱਕੋਦਮ ਸਾਰੇ ਮੈਂਬਰ ਨੂੰ ਡਿਜ਼ੋਲਵ ਨਹੀਂ ਕਰਦੇ, ਪੂਰੇ ਜਿਵੇਂ 550 ਮੈਂਬਰ ਇੱਥੇ ਡਿਜ਼ੋਲਵ ਹੋ ਗਿਆ ਸੀ, ਉੱਦਾਂ ਨਹੀਂ ਕਰਦੇ ਆਪਾਂ। ਜੇ ਆਪਣੇ ਕੋਲ ਆਪਾਂ ਮੰਨ ਕੇ ਜੇ 240 ਮੈਂਬਰਸ ਨੇ, ਤਾਂ ਪਹਿਲਾਂ ਰਾਜੇ ਆਪਾਂ ਕੀ ਕਰਾਂਗੇ, ਪਹਿਲੇ ਸਾਲ ਆਪਾਂ ਇਹਨਾਂ ਦੇ 1/3 80 ਮੈਂਬਰਸ ਨੂੰ ਕੀ ਕਰਾਂਗੇ ਰਾਜੇ, ਰਿਟਾਇਰ ਕਰ ਦਾਂਗੇ ਔਰ ਨਵੇਂ ਮੈਂਬਰ ਚੁਣਾਂਗੇ, ਠੀਕ ਹੈ। ਫਿਰ 2 ਸਾਲ ਬਾਅਦ ਕੀ ਕਰਾਂਗੇ ਰਾਜੇ, ਜਿਹੜੇ ਅਗਲੇ 80 ਨੰਬਰ ਬੰਦੇ ਸੀਗੇ ਉਹਨਾਂ ਨੂੰ ਆਪਾਂ ਰਿਟਾਇਰ ਕਰ ਦਾਂਗੇ ਅਤੇ ਉਹਨਾਂ ਦੀ ਅਗੇਂਸਟ ਨਵੇਂ ਬੰਦੇ 80 ਬੰਦੇ ਚੁਣ ਲਾਂਗੇ।
ਹੁਣ ਅਗਲੇ 2 ਸਾਲਾਂ ਬਾਅਦ ਇਹਨਾਂ ਨੂੰ ਖਤਮ ਕਰ ਦਾਂਗੇ ਆਪਾਂ, ਤਾਂ ਨਵੇਂ ਬੰਦੇ ਚੁਣ ਲਾਂਗੇ, ਠੀਕ ਹੈ। ਹੁਣ ਅਗਲੇ 2 ਸਾਲਾਂ ਬਾਅਦ ਕੀ ਹੋਊਗਾ ਰਾਜੇ, ਜਿਹੜੇ ਇੱਥੇ ਨਵੇਂ ਚੁਣੇ ਸੀ ਉਹਨਾਂ ਨੂੰ ਵੀ ਖਤਮ ਕਰ ਦਾਂਗੇ। ਤਾਂ ਅਗਰ ਆਪਾਂ ਦੇਖੀਏ ਬੱਚੇ, ਹਰ ਬੰਦਾ ਕੀ ਹੈ ਰਾਜੇ 6 ਸਾਲ ਦੀ ਟਰਮ ਪੂਰੀ ਕਰ ਰਿਹਾ ਹੈਗਾ, 6 ਸਾਲ ਦੀ ਟਰਮ, ਠੀਕ ਹੈ। ਕਿਵੇਂ ਦੇਖੋ ਮੰਨ ਲਓ ਇੱਥੇ 2014 ਸੀਗਾ, ਠੀਕ ਹੈ, ਅਤੇ 2016 ਦੇ ਵਿੱਚ ਮੈंने ਕੀ ਕੀਤਾ, ਦੂਜੇ ਬੰਦੇ ਖਤਮ ਕਰਤੇ, 2018 ਦੇ ਵਿੱਚ ਤੀਜਾ ਗਰੁੱਪ ਖਤਮ ਕਰਤਾ, ਠੀਕ ਹੈ। ਹੁਣ ਨੈਕਸਟ ਕਦੋਂ ਆਊਗਾ ਰਾਜੇ, 2020 ਦੇ ਵਿੱਚ ਆਊਗਾ, ਠੀਕ ਹੈ, 2020 ਦੇ ਵਿੱਚ। ਤਾਂ ਰਾਜੇ ਦੇਖੋ ਜਿਹੜੇ ਆ ਨਵੇਂ ਬੰਦੇ ਆਪਾਂ ਨੇ ਚੁਣੇ ਸੀਗੇ, ਜਿਹੜੇ ਇੱਥੇ ਆਪਣੇ ਸੈਕਿੰਡ ਟਰਮ ਦੇ ਵਿੱਚ ਬੰਦੇ ਚੁਣੇ ਸੀਗੇ, ਇਹ ਕਿੰਨਾ ਟਾਈਮ ਰਹੇ ਬੱਚੇ, 2014 ਦੇ ਵਿੱਚ ਚੁਣੇ ਸੀਗੇ, 2020 ਤੱਕ ਰਹੇ। ਤਾਂ ਇੱਕ ਤਰ੍ਹਾਂ ਦੀ 6 ਸਾਲ ਦੀ ਟਰਮ ਬਣਦੀ ਹੈ ਇਹਨਾਂ ਦੀ, ਠੀਕ ਹੈ। ਦੇਖੋ ਦੁਬਾਰਾ ਸੁਣੋ, ਦੁਬਾਰਾ ਬਣਾ ਲੈਣਾ, ਕੋਈ ਦਿੱਕਤ ਨਹੀਂ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਇਹ ਰਾਜ ਸਭਾ ਹੈਗੀ ਹੈ, ਠੀਕ ਹੈ। ਇਹਨੂੰ ਆਪਾਂ ਨੇ ਤੋੜ ਲਿਆ 80 ਬੰਦੇ ਦੇ ਵਿੱਚ। ਅਸੀਂ ਕਿਹਾ ਵੀ ਜਿਹੜੇ ਲੋਕ ਸਭਾ ਦੇ ਵਿੱਚ 550 ਮੈਂਬਰ ਸੀ ਉਹ ਇੱਕਦਮ ਡਿਜ਼ੋਲਵ ਹੋ ਗਏ ਸੀਗੇ, ਤਾਂ ਸ਼ਟਰ ਡਾਊਨ ਕਰਨਾ ਪਿਆ ਸੀ ਦੁਕਾਨ ਦਾ, ਠੀਕ ਹੈ। ਰਾਜ ਸਭਾ ਦੇ ਵਿੱਚ ਕੀ ਹੈ, 80 ਮੈਂਬਰਸ ਨੇਗੇ ਮੰਨ ਲਓ, ਠੀਕ ਹੈ। ਹੁਣ 2014 ਹੀ ਮੰਨ ਲਓ, ਆਪਾਂ ਕੀ ਨਵੇਂ ਸਿਰੇ ਤੋਂ ਸ਼ੁਰੂਆਤ ਕਰਦੇ ਹਾਂ ਕੋਈ ਚੀਜ਼, ਠੀਕ ਹੈ। ਵੀ ਮੰਨ ਲਓ ਹਾਂ ਅੱਜ ਤੋਂ ਆਪਾਂ ਸਟਾਰਟ ਕਰਦੇ ਹਾਂ ਰਾਜ ਸਭਾ ਦੀ, ਆਪਾਂ ਤਾਂ ਨਵੀਂ ਦੁਕਾਨ ਖੋਲ੍ਹੀ ਹੈ ਰਾਜ ਸਭਾ ਦੀ, ਠੀਕ ਹੈ ਜੀ। ਤਾਂ ਹੁਣ 2014 ਦੀ ਗੱਲ ਹੋ ਰਹੀ ਹੈ ਬੱਚੇ, ਤਾਂ ਆਪਾਂ ਸਟਾਰਟ ਕੀਤਾ ਵੀ ਪਹਿਲਾਂ ਹੀ ਆਪਾਂ ਇਹਨਾਂ ਨੂੰ ਡਿਜ਼ੋਲਵ ਕਰ ਦੇਣਾ ਇੱਕ ਵਾਰੀ ਤਾਂ, ਠੀਕ ਹੈ। ਇਹਨਾਂ ਨੂੰ ਖਤਮ ਕਰਤਾ, ਤਾਂ ਨਵੇਂ 80 ਬੰਦੇ ਆਪਾਂ ਨੇ ਚੁਣ ਲਏ। ਇਹ ਗੱਲ ਹੋ ਰਹੀ ਹੈ 2014 ਦੀ, ਠੀਕ ਹੈ। ਤਾਂ 2014 ਦੇ ਵਿੱਚ ਅਸੀਂ ਨਵੇਂ ਬੰਦੇ ਚੁਣ ਲਏ। 2016 ਦੇ ਵਿੱਚ ਕੀ ਹੋਇਆ ਬੱਚੇ, ਅਸੀਂ ਜਿਹੜੇ ਇਹ ਬੰਦੇ ਸੀ ਇਹਨਾਂ ਨੂੰ ਵੀ ਡਿਜ਼ੋਲਵ ਕਰਤਾ ਔਰ ਨਵੇਂ ਬੰਦੇ ਚੁਣ ਲਏ। 2018 ਦੇ ਵਿੱਚ ਕੀ ਹੋ ਰਿਹਾ ਬੱਚੇ, ਅਸੀਂ ਜਿਹੜਾ ਤੀਸਰਾ ਗਰੁੱਪ ਰਹਿ ਗਿਆ ਸੀ ਉਹਨੂੰ ਵੀ ਨਵਾਂ ਚੁਣ ਲਿਆ, ਠੀਕ ਹੈ। 80 ਬੰਦੇ ਚੁਣ ਲਏ। ਹੁਣ 2020 ਦੇ ਵਿੱਚ ਕੀ ਹੋਊਗਾ ਬੱਚੇ, 2020 ਦੇ ਵਿੱਚ ਅਗੇਨ ਆਪਾਂ ਸਟਾਰਟਿੰਗ ਤੋਂ ਸਟਾਰਟ ਕਰ ਦਾਂਗੇ, ਪਹਿਲੇ ਤੋਂ ਸਟਾਰਟ ਕਰ ਦਾਂਗੇ, ਠੀਕ ਹੈ। ਤਾਂ ਹੁਣ ਜਿਹੜੇ ਅਸੀਂ 2014 ਦੇ ਵਿੱਚ ਨਵੇਂ ਬੰਦੇ ਚੁਣੇ ਸੀਗੇ ਉਹਨਾਂ ਨੂੰ ਡਿਜ਼ੋਲਵ ਕਰ ਦਾਂਗੇ ਅਤੇ ਇੱਥੇ ਨਵੇਂ ਬੰਦੇ ਚੁਣ ਲਾਂਗੇ। ਤਾਂ ਇੱਥੇ ਕੀ ਹੋ ਰਿਹਾ ਬੱਚੇ, ਹਰ 2 ਸਾਲ ਬਾਅਦ ਅਸੀਂ 1/3 ਜਿਹੜੇ ਮੈਂਬਰਸ ਨੇ ਉਹਨਾਂ ਨੂੰ ਰਿਟਾਇਰ ਕਰ ਰਹੇ ਹਾਂ, ਠੀਕ ਹੈ। ਹਰ 2 ਸਾਲ ਬਾਅਦ, ਠੀਕ ਹੈ। ਕੀ ਹੋ ਰਿਹਾ ਸੀਗਾ, ਦੇਖੋ ਪਹਿਲਾਂ 2014 ਦੇ ਵਿੱਚ ਆਪਾਂ ਨੇ 1/3 ਮੈਂਬਰ ਨੂੰ ਰਿਟਾਇਰ ਕਰਤਾ, ਫਿਰ 2016 ਦੇ ਵਿੱਚ ਆਪਾਂ ਨੇ 1/3 ਮੈਂਬਰ ਨੂੰ ਰਿਟਾਇਰ ਕਰਤਾ, ਫਿਰ 2018 ਦੇ ਵਿੱਚ ਆਪਾਂ ਨੇ 1/3 ਮੈਂਬਰ ਨੂੰ ਰਿਟਾਇਰ ਕਰਤਾ। ਤਾਂ ਕੀ ਹੋ ਰਿਹਾ ਬੱਚੇ, 1/3 ਆਫ ਇਟਸ ਮੈਂਬਰਸ ਰਿਟਾਇਰ ਐਵਰੀ ਸੈਕਿੰਡ ਈਅਰ, ਠੀਕ ਹੈ। ਤਾਂ ਹੁਣ ਵਾਰੀ ਨਾਲ ਜਦੋਂ ਰਿਟਾਇਰ ਹੋ ਰਹੇ ਨੇ, ਵਾਰੀ ਦੇ ਨਾਲ ਨਵੇਂ ਇਲੈਕਸ਼ਨਸ ਹੋ ਰਹੇ ਨੇ, ਤਾਂ ਇੱਥੋਂ ਕੀ ਪਤਾ ਲੱਗਦਾ ਕਿ ਇਹ ਹਾਊਸ ਕਦੇ ਵੀ ਸ਼ਟਰ ਬੰਦ ਨਹੀਂ ਕੀਤਾ ਇਹਨੇ, ਠੀਕ ਹੈ। ਕਦੇ ਵੀ ਸ਼ਟਰ ਬੰਦ ਨਹੀਂ ਹੋਇਆ ਹੈਗਾ, ਹਮੇਸ਼ਾ ਕੋਈ ਨਾ ਕੋਈ ਬੰਦੇ ਇੱਥੇ ਵਿੱਚ ਸੀਗੇ। ਲੋਕ ਸਭਾ ਦੇ ਵਿੱਚ ਸ਼ਟਰ ਬੰਦ ਕਰਨਾ ਪਿਆ ਸੀ ਬਿਕਾਜ਼ ਸਾਰੇ ਬੰਦੇ ਇੱਕ ਵਾਰੀ ਡਿਜ਼ੋਲਵ ਕਰ ਗਏ ਸੀਗੇ, ਠੀਕ ਹੈ। ਇਹੀ ਫਰਕ ਹੈਗਾ। ਥੋੜ੍ਹਾ ਜਿਹਾ ਮੈਂ ਜ਼ਿਆਦਾ ਟਾਈਮ ਇਸੇ ਕਰਕੇ ਲੈ ਰਿਹਾ ਬੱਚੇ, ਚੀਜ਼ਾਂ ਦੇ ਵਿੱਚ ਕਲੈਰਿਟੀ ਆਉਣੀ ਚਾਹੀਦੀ ਹੈ। ਪਾਰਲੀਮੈਂਟ ਵਾਲਾ ਚੈਪਟਰ ਕਾਫੀ ਇੰਪੋਰਟੈਂਟ ਹੈ, ਠੀਕ ਹੈ। ਤਾਂ ਮੈਂ ਅੱਛਾ ਖਾਸਾ ਟਾਈਮ ਇਸ 'ਤੇ ਇਨਵੈਸਟ ਕਰਨ ਵਾਲਾ, ਠੀਕ ਹੈ ਜੀ। ਟਰਮ ਕਿੰਨੀ ਹੈਗੀ ਰਾਜੇ, ਟਰਮ ਆਫ ਆਫਿਸ ਆਫ ਮੈਂਬਰਸ, ਤਾਂ ਓਬਵੀਅਸਲੀ ਟਰਮ ਆਪਾਂ ਦੇਖ ਰਹੇ ਬੱਚੇ ਕਿ 2014 ਦੇ ਵਿੱਚ ਨਵੇਂ ਮੈਂਬਰ ਚੁਣੇ ਸੀਗੇ, 2020 ਤੱਕ ਕੰਟੀਨਿਊ ਕਰਨਗੇ, ਠੀਕ ਹੈ। ਤਾਂ 6 ਸਾਲ ਦੀ ਜਿਹੜੀ ਟਰਮ ਬਣਦੀ ਹੈ ਇਹਨਾਂ ਦੀ ਰਾਜ ਸਭਾ ਦੇ ਮੈਂਬਰਸ ਦੀ, ਠੀਕ ਹੈ। ਧਿਆਨ ਦੇਣਾ ਬੱਚੇ, ਮੈਂਬਰਸ ਦੀ ਟਰਮ ਹੈ ਇਹ, 6 ਸਾਲ ਜਿਹੜੀ ਟਰਮ ਹੈ ਮੈਂਬਰਸ ਦੀ ਟਰਮ ਹੈ। ਜੇ ਤੁਹਾਨੂੰ ਕੋਈ ਪੁੱਛੇ ਹਾਊਸ ਦੀ ਕਿੰਨੀ ਟਰਮ ਹੈ, ਤਾਂ ਹਾਊਸ ਦੀ ਕੋਈ ਟਰਮ ਨਹੀਂ ਹੈਗੀ, ਕਿਉਂਕਿ ਹਾਊਸ ਤਾਂ ਰਾਜੇ ਪਰਮਾਨੈਂਟ ਹੈਗਾ, ਹਾਊਸ ਤਾਂ ਕਦੇ ਬੰਦ ਹੁੰਦਾ ਹੀ ਨਹੀਂ। ਟਰਮ ਤਾਂ ਹੋਊਗੀ ਜਦੋਂ ਇੱਕ ਕੋਈ ਡਿਜ਼ੋਲਵ ਹੁੰਦਾ ਹੋਇਆ, ਜਿਵੇਂ ਲੋਕ ਸਭਾ ਹੈਗੀ ਹੈ, ਤਾਂ ਲੋਕ ਸਭਾ ਦੀ ਨੋਰਮਲ ਟਰਮ 5 ਸਾਲ ਦੀ ਹੁੰਦੀ ਹੈ, ਬਿਕਾਜ਼ 5 ਸਾਲ ਬਾਅਦ ਇਹ ਡਿਜ਼ੋਲਵ ਹੋਣਾ ਹੀ ਹੋਣਾ ਹੈ। ਬਟ ਰਾਜ ਸਭਾ ਕਦੇ ਡਿਜ਼ੋਲਵ ਹੁੰਦਾ ਹੀ ਨਹੀਂ, ਤਾਂ ਦੈਟ ਇਜ਼ ਵਾਈ ਇਹ ਪਰਮਾਨੈਂਟ ਹਾਊਸ ਹੈ ਔਰ ਇਹਦੀ ਕੋਈ ਟਰਮ ਨਹੀਂ ਹੈਗੀ। ਹਾਂ, ਇਹਨਾਂ ਦੇ ਮੈਂਬਰਸ ਦੀ ਟਰਮ ਜ਼ਰੂਰ ਹੈਗੀ ਹੈ, ਠੀਕ ਹੈ। ਇਹ ਥੋੜ੍ਹਾ ਧਿਆਨ ਰੱਖਣਾ ਹੈਗਾ। ਆਪਾਂ ਕਰ ਚੁੱਕੇ ਹਾਂ ਬੱਚੇ ਕਿ ਮਿਨੀਮਮ ਏਜ ਜਿਹੜੀ 30 ਈਅਰਸ ਹੋਣੀ ਚਾਹੀਦੀ ਹੈ ਰਾਜ ਸਭਾ ਦੇ ਵਿੱਚ ਮੈਂਬਰ ਬਣਨ ਵਾਸਤੇ, ਠੀਕ ਹੈ ਜੀ। ਨੈਕਸਟ ਬੱਚੇ ਲੋਅਰ ਹਾਊਸ ਆਪਣਾ ਲੋਕ ਸਭਾ, ਠੀਕ ਹੈ। ਜਿਵੇਂ ਆਪਣਾ ਰਾਜ ਸਭਾ ਅਪਰ ਹਾਊਸ ਸੀ, ਲੋਕ ਸਭਾ ਲੋਅਰ ਹਾਊਸ ਹੈ। ਫਸਟ ਚੈਂਬਰ ਹੈ ਰਾਜ ਸਭਾ ਆਪਣਾ ਕਿਹੜਾ ਸੀਗਾ, ਸੈਕਿੰਡ ਚੈਂਬਰ ਸੀਗਾ, ਔਰ ਇਹ ਪੋਪੂਲਰ ਹਾਊਸ ਹੈਗਾ, ਠੀਕ ਹੈ। ਰਾਜ ਸਭਾ ਕਿਹੜਾ ਸੀ, ਹਾਊਸ ਆਫ ਐਲਡਰਸ। ਪੋਪੂਲਰ ਮਤਲਬ ਪੀਪਲ ਤੋਂ ਬਣਿਆ ਰਾਜੇ, ਪੀਪਲ ਤੋਂ ਪੋਪੂਲਰ ਬਣਿਆ, ਕਿਉਂਕਿ ਪੀਪਲ ਮਤਲਬ ਲੋਕਾਂ ਦੀ ਸਭਾ, ਹਾਊਸ ਆਫ ਪੀਪਲ ਬੇਸਿਕਲੀ, ਠੀਕ ਹੈ। ਤਾਂ ਇਹਦੀ ਜਿਹੜੀ ਮੈਕਸਿਮਮ ਸਟਰੈਂਥ ਹੈ ਬੱਚੇ 552 ਹੈ, ਜਾਂ ਫਿਰ ਆਪਾਂ 550 ਵੀ ਕਹਿ ਸਕਦੇ ਹਾਂ, ਠੀਕ ਹੈ। ਉਹਦਾ ਰੀਜ਼ਨ ਇਹ ਹੈ ਰਾਜੇ, ਪਹਿਲਾਂ ਅਸੀਂ 2 ਐਂਗਲੋ ਇੰਡੀਅਨਸ ਨੂੰ ਨੋਮੀਨੇਟ ਕਰਦੇ ਸੀਗੇ, ਠੀਕ ਹੈ। ਹੁਣ ਤੋਂ ਪਹਿਲਾਂ ਪਿਛਲੇ ਸਾਲ ਤੋਂ ਆਪਾਂ ਕਹਿ ਸਕਦੇ ਹਾਂ 2 ਐਂਗਲੋ ਇੰਡੀਅਨਸ, ਠੀਕ ਹੈ। ਹੁਣ ਇਹ ਕੌਣ ਹੁੰਦੇ ਨੇ ਅਸੀਂ ਨਹੀਂ ਪੈਣਾ ਇਹਦੇ ਵਿੱਚ, ਬੇਸਿਕਲੀ ਅੰਗਰੇਜ਼ਾਂ ਦੀ ਔਲਾਦਾਂ ਕਹਿ ਸਕਦੇ ਹਾਂ ਆਪਾਂ, ਠੀਕ ਹੈ। ਵੀ ਕੋਈ ਬੰਦਾ ਇੱਕ ਅੰਗਰੇਜ਼ ਸੀਗਾ, ਉਹਨਾਂ ਦੇ ਵਿੱਚੋਂ ਕੋਈ, ਉਹਨਾਂ ਦਾ ਇੱਕ ਪੈਰੈਂਟ ਬੇਸਿਕਲੀ, ਉਹਨਾਂ ਦੀ ਜਾਂ ਉਹਨਾਂ ਦਾ ਫਾਦਰ ਹੋ ਸਕਦਾ, ਗ੍ਰੇਟ ਗ੍ਰੈਂਡਫਾਦਰ, ਤਾਂ ਮਤਲਬ ਉਹਨਾਂ ਦੀ ਜਿਹੜੀ ਪੀੜ੍ਹੀਆਂ ਸੀ ਉਹਨਾਂ ਦੇ ਵਿੱਚੋਂ ਅਗਰ ਇੱਕ ਵੀ ਕੋਈ ਅੰਗਰੇਜ਼ ਹੈਗਾ ਬੰਦਾ, ਤਾਂ ਉਹਨਾਂ ਦੀ ਜਿਹੜੀ ਸੰਤਾਨ ਹੈਗੀ, ਉਹਨਾਂ ਦਾ ਜਿਹੜਾ ਮਤਲਬ ਕੀ ਹੈ ਬੱਚੇ, ਕੀ ਕਹਾਂਗੇ ਆਪਾਂ ਉਹਨਾਂ ਨੂੰ, ਸੰਤਾਨ ਹੀ ਬੇਸਿਕਲੀ, ਮਤਲਬ ਉਹਨਾਂ ਦਾ ਬੱਚਾ ਜਿਹੜਾ ਹੋਊਗਾ, ਜੇ ਅਗਰ ਉਹਨਾਂ ਨੂੰ ਆਪਾਂ ਐਂਗਲੋ ਇੰਡੀਅਨਸ ਕਹਾਂਗੇ, ਠੀਕ ਹੈ। ਅਸੀਂ ਨਹੀਂ ਪੈਣਾ ਇਹਦੇ ਵਿੱਚ, ਕਿਉਂਕਿ ਹੁਣ ਤਾਂ ਹੈ ਹੀ ਵੀ ਨਹੀਂ ਹੈਗੇ। ਤਾਂ ਪਹਿਲਾਂ ਕੀ ਹੁੰਦਾ ਸੀਗਾ ਰਾਜੇ, 552 ਦੇ ਵਿੱਚ ਇਹ 2 ਮੈਂਬਰ ਨੂੰ ਨੋਮੀਨੇਟ ਕੀਤਾ ਜਾਂਦਾ ਸੀਗਾ, ਬਟ ਹੁਣ ਨਹੀਂ ਕੀਤਾ ਜਾਂਦਾ, ਠੀਕ ਹੈ। 104th ਅਮੈਂਡਮੈਂਟ ਆਈ ਹੈ ਸਾਡੀ। ਪਹਿਲਾਂ ਰਾਜੇ ਪ੍ਰੈਜ਼ੀਡੈਂਟ ਕੀ ਕਰਦਾ ਸੀ, ਜਿਵੇਂ ਰਾਜ ਸਭਾ ਦੇ ਵਿੱਚ ਪ੍ਰੈਜ਼ੀਡੈਂਟ 12 ਮੈਂਬਰ ਨੂੰ ਨੋਮੀਨੇਟ ਕਰਦਾ, ਉਸੇ ਤਰ੍ਹਾਂ ਲੋਕ ਸਭਾ ਦੇ ਵਿੱਚ ਵੀ 2 ਮੈਂਬਰਸ ਨੂੰ ਨੋਮੀਨੇਟ ਕਰਦਾ ਹੁੰਦਾ ਸੀਗਾ ਪਹਿਲਾਂ, ਹੁਣ ਨਹੀਂ ਹੈਗਾ।
ਉਹ 2 ਮੈਂਬਰ ਕਿਹੜੇ ਸੀ, ਐਂਗਲੋ ਇੰਡੀਅਨ ਕਮਿਊਨਿਟੀ ਤੋਂ ਬਿਲੋਂਗ ਕਰਦੇ ਸੀਗੇ, ਇਸ ਸਮੁਦਾਇ ਤੋਂ ਬਿਲੋਂਗ ਕਰਦੇ ਸੀਗੇ। ਇਸ ਸਮੁਦਾਇ ਦੇ ਮੈਂਬਰਸ ਹੁੰਦੇ ਸੀਗੇ ਇਹ 2 ਐਂਗਲੋ ਇੰਡੀਅਨਸ, ਠੀਕ ਹੈ। ਤਾਂ ਇਹਨਾਂ ਨੂੰ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਸੀ ਲੋਕ ਸਭਾ ਦੇ ਵਿੱਚ, ਬਟ ਹੁਣ ਨਹੀਂ ਹੈਗੇ ਇਹ, ਕਿਉਂਕਿ ਜਦੋਂ ਦੀ 104th ਅਮੈਂਡਮੈਂਟ ਜਿਹੜੀ ਸਭ ਤੋਂ ਲੇਟੈਸਟ ਅਮੈਂਡਮੈਂਟ ਹੋਈ ਹੈ, ਠੀਕ ਹੈ, ਸਭ ਤੋਂ ਜਿਹੜੀ ਲਾਸਟ ਅਮੈਂਡਮੈਂਟ ਹੁਣ ਤੱਕ ਹੋ ਚੁੱਕੀ ਹੈ ਬੱਚੇ, ਜੁਲਾਈ 2021 ਤੱਕ, ਤਾਂ 104th ਅਮੈਂਡਮੈਂਟ ਹੋ ਚੁੱਕੀ ਹੈਗੀ, ਠੀਕ ਹੈ। ਤਾਂ ਇਸ ਜਿਹੜੀ ਲਾਸਟ ਅਮੈਂਡਮੈਂਟ ਸੀ ਇਹਦੇ ਵਿੱਚ ਅਸੀਂ ਜਿਹੜੇ 2 ਐਂਗਲੋ ਇੰਡੀਅਨ ਹੋਏ ਸੀ ਬੰਦੇ, ਇਹਨਾਂ ਨੂੰ ਖਤਮ ਕਰਤਾ, ਹੁਣ ਇਹ ਨਹੀਂ ਹੈਗੇ, ਠੀਕ ਹੈ, ਇਹ ਚੀਜ਼ ਹੈਗੀ ਆ। ਅਤੇ ਜਿਹੜੇ ਹੁਣ ਇਲੈਕਸ਼ਨ ਦੇ ਬੱਚੇ ਲੋਕ ਸਭਾ ਦੇ ਵਿੱਚ ਬੈਠਦੇ ਕੌਣ ਨੇ ਬੰਦੇ, ਤਾਂ ਅਸੀਂ ਚੁਣ ਕੇ ਭੇਜਦੇ ਹਾਂ, ਠੀਕ ਹੈ। ਜਿਵੇਂ ਅਸੀਂ ਆਪਣੀ ਜਿਹੜੀ ਕੌਂਸਟੀਟੂਐਂਸੀਜ਼ ਨੇਗੀਆਂ ਬਿਲਕੁਲ ਆਪਣੇ MP ਚੁਣਦੇ ਹਾਂ, ਠੀਕ ਹੈ, ਜਿਵੇਂ ਸੰਗਰੂਰ ਤੋਂ ਹੋ ਗਿਆ ਆਪਣਾ ਭਗਵੰਤ ਮਾਨ ਹੋ ਗਿਆ, ਤਾਂ ਜਿਵੇਂ ਆਪਣੇ ਤੁਸੀਂ ਕੌਂਸਟੀਟੂਐਂਸੀਜ਼ ਤੋਂ MPs ਚੁਣਦੇ ਹੋ, ਤਾਂ ਉੱਦਾਂ ਹੀ ਜਿਹੜੇ ਆਪਣੇ MPs ਚੁਣੇ ਹੋਏ ਰਾਜੇ ਇਹ ਲੋਕ ਸਭਾ ਦੇ ਵਿੱਚ ਬੈਠਦੇ ਨੇਗੇ, ਠੀਕ ਹੈ। ਤਾਂ ਆਪਾਂ ਡਾਇਰੈਕਟਲੀ ਚੂਜ਼ ਕਰਦੇ ਹਾਂ ਇਹਨਾਂ ਨੂੰ ਆਪਾਂ ਕਹਿੰਦੇ ਹਾਂ ਡਾਇਰੈਕਟ ਇਲੈਕਸ਼ਨ, ਠੀਕ ਹੈ। ਲੋਕ ਸਭਾ ਦਾ ਇੱਕ ਡਾਇਰੈਕਟ ਇਲੈਕਸ਼ਨ ਹੁੰਦਾ। ਔਰ ਬੱਚੇ ਜਿਹੜੀਆਂ ਹੁਣ ਅਗੇਨ ਸੀਟਸ ਨੇਗੀਆਂ, ਜਿਵੇਂ ਆਪਣੇ ਪੰਜਾਬ ਦੇ ਵਿੱਚ ਕਿੰਨੀਆਂ ਸੀਟਸ ਨੇਗੀਆਂ, ਪੰਜਾਬ ਦੇ ਵਿੱਚ 13 ਸੀਟਸ ਨੇਗੀਆਂ ਲੋਕ ਸਭਾ ਦੀਆਂ, ਠੀਕ ਹੈ। ਤਾਂ UP ਦੇ ਵਿੱਚ ਆਪਾਂ ਨੂੰ ਪਤਾ ਰਾਜੇ 70 ਤੋਂ ਜ਼ਿਆਦਾ ਸੀਟਸ ਨੇਗੀਆਂ। ਤਾਂ ਇਸੇ ਤਰ੍ਹਾਂ ਅਗੇਨ ਜਿਹੜੇ ਸੀਟਾਂ ਦੇ ਰਾਜੇ ਉਹ ਪੋਪੂਲੇਸ਼ਨ ਦੇ ਅਕੋਰਡਿੰਗ ਨੇਗੀਆਂ, ਬਟ ਧਿਆਨ ਦੇਣਾ ਬੱਚੇ ਪੋਪੂਲੇਸ਼ਨ ਕਿਹੜੀ ਹੈ, ਇਹ 1971 ਵਾਲੀ ਪੋਪੂਲੇਸ਼ਨ ਦੇਖਦੇ ਆਪਾਂ, ਠੀਕ ਹੈ। ਉਹਦੇ ਵੀ ਰੀਜ਼ਨ ਨੇ, ਆਪਾਂ ਨੂੰ ਉਹਦੇ ਵਿੱਚ ਨਹੀਂ ਪੈਣ ਦੀ ਲੋੜ ਹੈਗੀ, ਠੀਕ ਹੈ। ਤਾਂ ਬਟ 1971 ਵਾਲਾ ਸੈਂਸਸ ਆਪਾਂ ਕੰਸੀਡਰ ਕਰਦੇ ਹਾਂ ਜਦੋਂ ਅਸੀਂ ਸੀਟਾਂ ਦੀ ਡਿਵੀਜ਼ਨ ਕਰਨੀ ਹੁੰਦੀ ਹੈਗੀ, ਠੀਕ ਹੈ। ਤਾਂ ਉਦੋਂ ਤੋਂ ਚੱਲਦੀ ਆ ਰਹੀ ਹੈ, ਜਿਵੇਂ 1971 ਦੇ ਵਿੱਚ ਡਿਵੀਜ਼ਨ ਹੋ ਗਈ ਸੀ ਉੱਦਾਂ ਹੀ ਹੁਣ ਤੱਕ ਚੱਲਦੀ ਆ ਰਹੀ ਹੈਗੀ, ਠੀਕ ਹੈ। ਇਹ ਚੀਜ਼ ਇੰਪੋਰਟੈਂਟ ਹੈ ਕਿ ਹਾਂ ਅਸੀਂ 1971 ਵਾਲਾ ਸੈਂਸਸ ਯੂਜ਼ ਕਰ ਰਹੇ ਹਾਂ ਜਦੋਂ ਅਸੀਂ ਲੋਕ ਸਭਾ ਦੇ ਵਿੱਚ ਸੀਟਾਂ ਅਸੀਂ ਐਲੋਕੇਟ ਕਰਨੀਆਂ ਨੇਗੀਆਂ, ਠੀਕ ਹੈ। ਤਾਂ ਓਬਵੀਅਸਲੀ ਬੱਚੇ ਰਿਜ਼ਰਵੇਸ਼ਨ ਆਫ ਸੀਟਸ ਵੀ ਹੈਗੀ ਹੈ ਕਿ ਸਾਰੇ ਲੋਕ ਸਭਾ ਦੇ ਵਿੱਚ ਸ਼ਡਿਊਲਡ ਕਾਸਟ ਅਤੇ ਸ਼ਡਿਊਲਡ ਟਰਾਈਬਸ ਦੀ ਰਿਜ਼ਰਵੇਸ਼ਨ ਹੈਗੀ ਹੈ, ਠੀਕ ਹੈ। ਰੀਸੈਂਟਲੀ ਰਾਜੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ 104th ਅਮੈਂਡਮੈਂਟ ਸੀਗੀ, ਇਹਦੇ ਨਾਲ ਇੱਕ ਤਾਂ ਚੀਜ਼ ਇਹ ਹੋਈ ਹੈ ਕਿ ਐਂਗਲੋ ਇੰਡੀਅਨ ਦੇ ਹੁਣ ਖਤਮ ਹੋ ਗਏ, ਹੁਣ ਅਸੀਂ ਐਂਗਲੋ ਇੰਡੀਅਨ ਨੋਮੀਨੇਟ ਨਹੀਂ ਕਰਦੇ, ਠੀਕ ਹੈ, ਪ੍ਰੈਜ਼ੀਡੈਂਟ ਨੋਮੀਨੇਟ ਨਹੀਂ ਕਰਦਾ। ਦੂਸਰੀ ਚੀਜ਼ ਇਸੇ ਅਮੈਂਡਮੈਂਟ ਦੇ ਨਾਲ ਕੀ ਹੋਈ ਹੈ ਬੱਚੇ, ਇਹ ਹੋਈ ਹੈਗੀ ਕਿ ਜਿਹੜੀ ਰਿਜ਼ਰਵੇਸ਼ਨ ਸੀਗੀ ਰਾਜੇ, ਰਿਜ਼ਰਵੇਸ਼ਨ ਦੀ ਪ੍ਰੋਵੀਜ਼ਨ ਹੁਣ ਤੱਕ ਸਿਰਫ 2020 ਤੱਕ ਸੀਗੀ, ਠੀਕ ਹੈ, ਕਿ 2020 ਤੱਕ ਜਿਹੜੀ ਆਪਣਾ ਲੋਕ ਸਭਾ ਦੇ ਵਿੱਚ ਸ਼ਡਿਊਲਡ ਕਾਸਟ ਅਤੇ ਸ਼ਡਿਊਲਡ ਟਰਾਈਬ ਨੂੰ ਰਿਜ਼ਰਵੇਸ਼ਨ ਸੀਗੀ, ਅਤੇ 2020 ਤੋਂ ਦੇਖੋ ਖਤਮ ਹੋ ਗਿਆ ਸੀ, ਤਾਂ ਮਤਲਬ ਰਿਜ਼ਰਵੇਸ਼ਨ ਐਂਡ ਹੋ ਜਾਣੀ ਸੀਗੀ, ਬਟ ਨਹੀਂ ਐਂਡ ਨਹੀਂ ਹੋਣ ਦਿੱਤੀ। ਅਸੀਂ 104th ਅਮੈਂਡਮੈਂਟ ਦੇ ਨਾਲ ਇਸ 2020 ਤੋਂ ਐਕਸਟੈਂਡ ਕਰਕੇ ਰਾਜੇ ਹੁਣ 2030 ਕਰਤਾ, ਕਿ ਜਿਹੜੀ ਹੁਣ ਇਹ ਰਿਜ਼ਰਵੇਸ਼ਨ ਹੈਗੀ, ਆਰਕਸ਼ਣ ਹੈਗਾ, ਇਹ ਐਟਲੀਸਟ 2030 ਤੱਕ ਚੱਲੂਗਾ, ਠੀਕ ਹੈ। ਤਾਂ ਜਦੋਂ 2029 ਆਊਗਾ ਰਾਜੇ ਅਸੀਂ ਫੇਰ ਐਕਸਟੈਂਡ ਕਰ ਦਾਂਗੇ, ਹੁਣ ਤੱਕ ਇਹੀ ਹੁੰਦਾ ਆ ਰਿਹਾ। ਆਜ਼ਾਦੀ ਤੋਂ ਬਾਅਦ ਹਰ 10-10 ਸਾਲ ਬਾਅਦ ਰਾਜੇ ਐਕਸਟੈਂਡ ਕੀਤਾ ਜਾ ਰਿਹਾ ਹੈਗਾ, ਅਦਰਵਾਈਜ਼ ਸਿਰਫ ਇਹ 15-20 ਸਾਲਾਂ ਤੱਕ ਹੀ ਸੀਗਾ। ਅਗਰ ਓਰੀਜਨਲ ਸੰਵਿਧਾਨ ਦੇਖੀਏ ਤਾਂ ਸਿਰਫ 15 ਸਾਲਾਂ ਵਾਸਤੇ ਹੀ ਪ੍ਰੋਵੀਜ਼ਨ ਸੀਗੀ ਕਿ ਹਾਂ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਰਾਜੇ ਹਰ 10 ਸਾਲ ਬਾਅਦ ਇਹ ਐਕਸਟੈਂਡ ਹੁੰਦਾ ਜਾ ਰਿਹਾ ਹੈਗਾ, ਠੀਕ ਹੈ। ਔਰ ਇਨ ਨੀਅਰ ਫਿਊਚਰ ਇਹ ਖਤਮ ਹੀ ਨਹੀਂ ਹੋਣਾ ਹੈਗਾ। ਤਾਂ ਓਬਵੀਅਸਲੀ ਰਾਜੇ ਇਹ ਨੋਟ ਅ ਕੰਟੀਨਿਊਇੰਗ ਚੈਂਬਰ, ਜਿਵੇਂ ਆਪਾਂ ਕਰ ਰਹੇ ਸੀਗੇ ਕਿ ਰਾਜ ਸਭਾ ਦੇ ਤਾਂ 1/3 ਕੀ ਹੈ ਰਿਟਾਇਰ ਹੁੰਦੇ ਸੀ, ਬਟ ਲੋਕ ਸਭਾ ਦੇ ਤਾਂ ਇੱਕੋ ਦਮ ਖਤਮ ਹੋ ਜਾਂਦੇ ਸੀਗੇ। ਤਾਂ ਇਹ ਕੰਟੀਨਿਊਇੰਗ ਚੈਂਬਰ ਨਹੀਂ ਹੈਗਾ, ਜਿਹੜਾ ਰਾਜ ਸਭਾ ਸੀ ਉਹ ਕੰਟੀਨਿਊਇੰਗ ਚੈਂਬਰ ਸੀ, ਮਤਲਬ ਹਮੇਸ਼ਾ ਚੱਲਦਾ ਰਹਿੰਦਾ ਸੀਗਾ, ਹਮੇਸ਼ਾ ਚੱਲਦਾ ਰਹੇ। ਲੋਕ ਸਭਾ ਹਮੇਸ਼ਾ ਚੱਲਦਾ ਨਹੀਂ ਰਹਿੰਦਾ ਹੈਗਾ, ਠੀਕ ਹੈ। ਨੋਰਮਲ ਟਰਮ ਇਹਦੀ ਕਿੰਨੀ ਹੈ, 5 ਸਾਲ ਦੀ ਹੈਗੀ ਹੈ, ਠੀਕ ਹੈ। ਓਬਵੀਅਸਲੀ ਪਤਾ ਹੈ ਕੁਛ ਇਹੋ ਜਿਹੀ ਸਿਚੁਏਸ਼ਨਸ ਹੋ ਸਕਦੀਆਂ ਨੇ ਜਦੋਂ ਕਿ ਅਸੈਂਬਲੀ ਭੰਗ ਹੋ ਜਾਂਦੀ ਹੈ, ਆਪਣੀ ਪਾਰਲੀਮੈਂਟ ਭੰਗ ਹੋ ਜਾਂਦੀ ਹੈ, ਉਸ ਟਾਈਮ 'ਤੇ 5 ਸਾਲ ਤੋਂ ਪਹਿਲਾਂ ਵੀ ਛੁੱਟ ਸਕਦੀ ਹੈਗੀ, ਅਦਰਵਾਈਜ਼ ਨੋਰਮਲ ਟਰਮ 5 ਸਾਲ ਦੀ ਹੁੰਦੀ ਹੈ ਲੋਕ ਸਭਾ ਦੀ, ਠੀਕ ਹੈ। ਇਹ ਚੀਜ਼ ਹੈਗੀ ਆ। ਰਾਜ ਸਭਾ ਦੀ ਕਿੰਨੀ ਟਰਮ ਹੈ ਰਾਜੇ, ਅਗੇਨ ਰਾਜ ਸਭਾ ਦੀ ਕੋਈ ਟਰਮ ਨਹੀਂ ਹੈਗੀ, ਰਾਜ ਸਭਾ ਇੱਕ ਪਰਮਾਨੈਂਟ ਚੈਂਬਰ ਹੈਗਾ, ਠੀਕ ਹੈ। ਏਜ ਆਪਾਂ ਪਹਿਲਾਂ ਕਰ ਚੁੱਕੇ ਹਾਂ ਬੱਚੇ ਕਿ ਲੋਕ ਸਭਾ ਦੇ ਵਿੱਚ ਇਲੈਕਸ਼ਨ ਦੇ ਵਿੱਚ ਕੌਣ ਖੜਾ ਹੋ ਸਕਦਾ ਹੈ, ਅਗਰ ਤੁਹਾਡੀ ਏਜ ਐਟਲੀਸਟ 25 ਸਾਲ ਦੀ ਹੈਗੀ ਆ, ਠੀਕ ਹੈ। ਕੁਛ ਡਿਸਕੁਆਲੀਫਿਕੇਸ਼ਨਸ ਨਹੀਂ ਹੈ ਕਿ ਤੁਸੀਂ MP ਕੌਣ ਨਹੀਂ ਬਣ ਸਕਦਾ, ਠੀਕ ਹੈ। MP ਕੌਣ ਨਹੀਂ ਬਣ ਸਕਦਾ, ਜਿਹੜਾ ਲੋਕ ਸਭਾ ਦਾ ਜਾਂ ਰਾਜ ਸਭਾ ਦਾ ਮੈਂਬਰ ਦੀ ਗੱਲ ਕਰਦੇ ਹਾਂ, ਤਾਂ ਕੌਣ ਨਹੀਂ ਬਣ ਸਕਦਾ। ਪਹਿਲੀ ਗੱਲ ਤਾਂ ਰਾਜੇ ਅਗਰ ਉਹਦੇ ਕੋਲ ਆਫਿਸ ਆਫ ਪ੍ਰੋਫਿਟ ਹੈਗਾ, ਠੀਕ ਹੈ। ਹੁਣ ਇਹਦੇ ਇੱਕ ਕੀ ਹੁੰਦਾ ਰਾਜੇ, ਬੇਸਿਕਲੀ ਲੋੜ ਨਹੀਂ ਹੈਗੀ, ਬਰੀਫ ਜਾਂ ਦੱਸ ਦਾਂ ਮੈਂ ਤੁਹਾਨੂੰ ਕਿ ਸਰਕਾਰੀ ਮੁਲਾਜ਼ਮ ਨਹੀਂ ਹੋਣਾ ਚਾਹੀਦਾ, ਬੇਸਿਕਲੀ ਉਹ ਮੋਟਾ ਐਂ ਸਮਝ ਕੇ ਚੱਲਦੇ ਆਪਾਂ, ਠੀਕ ਹੈ। ਕੋਈ ਐਮਪਲੋਈ ਗਵਰਨਮੈਂਟ ਐਮਪਲੋਈ ਨਹੀਂ ਹੋਣਾ ਚਾਹੀਦਾ ਬੇਸਿਕਲੀ, ਤਾਂ ਉਹ MP ਬਣ ਸਕਦਾ। ਅਗਰ ਤੁਸੀਂ ਸਰਕਾਰੀ ਮੁਲਾਜ਼ਮ ਹੈਗੇ ਹੋ ਤਾਂ ਤੁਸੀਂ MP ਨਹੀਂ ਬਣ ਸਕਦੇ, ਠੀਕ ਹੈ। ਇਹ ਚੀਜ਼ ਹੈਗੀ ਹੈ। ਸਿਟੀਜ਼ਨ ਹੋਣਾ ਚਾਹੀਦਾ ਬੱਚੇ, ਓਬਵੀਅਸਲੀ ਗੱਲ ਹੈ, ਅਗਰ ਸਿਟੀਜ਼ਨ ਨਹੀਂ ਹੈਗਾ ਤਾਂ ਉਹ ਡਿਸਕੁਆਲੀਫਾਈ ਹੋਊਗਾ। ਕੁਛ ਇਲੈਕਸ਼ਨ ਓਫੈਂਸਿਸ ਹੁੰਦੇ ਨੇ ਬੱਚੇ, ਕੁਛ ਇਹੋ ਜਿਹੇ ਕ੍ਰਾਈਮਸ ਹੁੰਦੇ ਨੇ, ਅਗਰ ਉਹ ਬੰਦੇ ਨੇ ਕੀਤੇ ਹੋਏ ਨੇ ਤਾਂ ਉਹ ਡਿਸਕੁਆਲੀਫਾਈ ਹੋ ਜਾਊਗਾ, ਕਾਹਦੇ ਵਾਸਤੇ, MP ਦੇ ਇਲੈਕਸ਼ਨ ਦੇ ਵਿੱਚ ਖੜਾ ਹੋਣ ਵਾਸਤੇ, ਠੀਕ ਹੈ। ਮੰਨ ਲਓ ਦੋ ਜਿਹੜੇ ਆਪਣੇ ਰਾਜੇ ਕੀ ਨੇ ਸੰਪਰਦਾਇ ਨੇਗੇ, ਠੀਕ ਹੈ, ਹਿੰਦੂ ਮੁਸਲਿਮ ਦੇ ਵਿੱਚ ਕੋਈ ਜਿਹੜਾ ਕਿ ਦੰਗਾ ਕਰਵਾ ਰਿਹਾ, ਠੀਕ ਹੈ। ਇੱਦਾਂ ਕੋਈ ਦੋ ਜਿਹੜੇ ਆਪਣੇ ਕਮਿਊਨਿਟੀਜ਼ ਨੇ ਉਹਨਾਂ ਦੇ ਵਿੱਚ ਕੋਈ ਹੈਟਰੇਡ ਫੈਲਾ ਰਿਹਾ ਹੈਗਾ, ਠੀਕ ਹੈ। ਅਨਟੱਚੇਬਿਲਿਟੀ, ਛੂਆਛੂਤ ਕਰ ਰਿਹਾ, ਡਾਊਰੀ ਕਰ ਰਿਹਾ, ਸਤੀ ਪ੍ਰਥਾ ਦੇ ਵਿੱਚ ਫੇਵਰ ਦੇ ਵਿੱਚ ਬੋਲ ਰਿਹਾ, ਤਾਂ ਇਹੋ ਜਿਹੇ ਬੰਦਿਆਂ ਨੂੰ ਵੀ ਆਪਾਂ ਡਿਸਕੁਆਲੀਫਾਈ ਕਰਦੇ ਹਾਂ ਫਰੋਮ ਬੀਇੰਗ MP, ਠੀਕ ਹੈ ਜੀ। ਤਾਂ ਹੁਣ ਦੇਖੋ ਰਾਜੀ ਇਹ ਸਾਰੀਆਂ ਸਬਜੈਕਟਿਵ ਚੀਜ਼ਾਂ ਨੇਗੀਆਂ, ਠੀਕ ਹੈ। ਤੁਸੀਂ ਇਲਜ਼ਾਮ ਲਗਾ ਸਕਦੇ ਹੋ ਕਿ ਹਾਂ ਇਹ ਬੰਦਾ ਅਨਟੱਚੇਬਿਲਿਟੀ ਕਰ ਰਿਹਾ, ਬਟ MP ਕਿਉਂ ਮੰਨੂਗਾ, MP ਡਿਨਾਈ ਕਰ ਸਕਦਾ ਵੀ ਮੈਂ ਤਾਂ ਕੀਤੀ ਨਹੀਂ ਹੈਗੀ ਜੀ, ਠੀਕ ਹੈ। ਤਾਂ ਓਬਵੀਅਸਲੀ ਮਤਭੇਦ ਪੈਦਾ ਹੋਊਗਾ ਵੀ ਇਹ ਕਹਿ ਰਿਹਾ ਹੈ ਕੀਤੀ ਹੈ, ਇਹ ਕਹਿ ਰਿਹਾ ਨਹੀਂ ਕੀਤੀ ਹੈਗੀ,
ਤਾਂ ਹੁਣ ਜਦੋਂ ਇਸ ਚੀਜ਼ ਦਾ ਸੋਲੂਸ਼ਨ ਕਰਨਾ ਰਾਜੇ, ਇਸ ਕੇਸ ਦੇ ਵਿੱਚ ਜਿਹੜਾ ਪ੍ਰੈਸੀਡੈਂਟ ਦਾ ਡਿਸੀਜਨ ਹੋਏਗਾ ਉਹ ਫਾਈਨਲ ਹੋ ਗਿਆ, ਠੀਕ ਹੈ, ਕਿ ਹਾਂ ਇਸ ਬੰਦੇ ਨੇ ਕੋਈ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ, ਠੀਕ ਹੈ। ਤਾਂ ਪ੍ਰੈਸੀਡੈਂਟ ਦਾ ਡਿਸੀਜਨ ਫਾਈਨਲ ਹੋਏਗਾ ਔਰ ਪ੍ਰੈਸੀਡੈਂਟ ਆਪਣਾ ਰਾਜੇ ਓਪੀਨੀਅਨ ਲੈ ਸਕਦਾ ਕਿਹਦਾ, ਇਲੈਕਸ਼ਨ ਕਮਿਸ਼ਨ ਦਾ, ਠੀਕ ਹੈ। ਚੋਣ ਕਮਿਸ਼ਨ ਦਾ ਆਪਣਾ ਕੀ ਹੈ ਰਾਜੇ, ਇੱਕ ਓਪੀਨੀਅਨ ਲਏਗਾ ਪ੍ਰੈਸੀਡੈਂਟ ਕਿ ਹਾਂ ਦੱਸੋ ਜੀ ਇਸ MP ਨੂੰ ਰਾਜੇ ਆਪਾਂ ਡਿਸਕੁਆਲੀਫਾਈ ਕਰੀਏ ਕਿ ਨਹੀਂ ਕਰੀਏ। ਤਾਂ ਫਿਰ ਇਲੈਕਸ਼ਨ ਕਮਿਸ਼ਨ ਰਾਜੇ ਆਪਣੀ ਸਲਾਹ ਦਿੰਦਾ ਹੈ ਪ੍ਰੈਸੀਡੈਂਟ ਨੂੰ, ਫਿਰ ਫਾਈਨਲ ਡਿਸੀਜਨ ਪ੍ਰੈਸੀਡੈਂਟ ਦਾ ਹੀ ਹੁੰਦਾ ਹੈਗਾ, ਠੀਕ ਹੈ। ਅਗਰ ਤੁਹਾਨੂੰ ਕੁਐਸਚਨ MCQ ਆਉਂਦਾ ਬੱਚੇ ਕਿ MP ਦੀ ਡਿਸਕੁਆਲੀਫਾਈ ਵਾਸਤੇ ਫਾਈਨਲ ਡਿਸੀਜਨ ਕਿਹਦਾ ਹੁੰਦਾ, ਤਾਂ ਫਾਈਨਲ ਡਿਸੀਜਨ ਤਾਂ ਪ੍ਰੈਸੀਡੈਂਟ ਦਾ ਹੀ ਹੁੰਦਾ। ਹਾਂ ਪ੍ਰੈਸੀਡੈਂਟ ਓਪੀਨੀਅਨ ਲੈ ਸਕਦੇ ਨੇ, ਠੀਕ ਹੈ, ਇਲੈਕਸ਼ਨ ਕਮਿਸ਼ਨ ਦੀ ਸਲਾਹ ਲੈ ਸਕਦੇ ਨੇ, ਬਟ ਫਾਈਨਲ ਡਿਸੀਜਨ ਉਹ ਪ੍ਰੈਸੀਡੈਂਟ ਦਾ ਹੀ ਹੋਊਗਾ। ਕਾਹਦੇ ਵਾਸਤੇ ਬੱਚੇ, ਕਿ ਕਿਸੇ MP ਨੂੰ ਡਿਸਕੁਆਲੀਫਾਈ ਕਰਨਾ ਹੈ ਜਾਂ ਨਹੀਂ ਕਰਨਾ ਹੈਗਾ, ਠੀਕ ਹੈ। ਇੱਕ ਹੋਰ ਗਰਾਊਂਡ ਹੁੰਦਾ ਬੱਚੇ, ਡਿਫੈਕਸ਼ਨ ਦਾ ਗਰਾਊਂਡ ਹੁੰਦਾ। 10th ਸ਼ਡਿਊਲ ਪੜ੍ਹਾਂਗੇ ਆਪਾਂ, ਠੀਕ ਹੈ, 10ਵੇਂ ਸ਼ਡਿਊਲ ਦੇ ਵਿੱਚ ਹੁੰਦਾ। ਹੁਣ ਪੜ੍ਹਾਂਗੇ ਆਪਾਂ ਜਦੋਂ ਨੈਕਸਟ ਚੈਪਟਰ ਆਏਗਾ। ਤੁਸੀਂ ਫਿਲਹਾਲ ਹੀ ਸਮਝ ਲਓ ਕਿ ਇਸ ਗਰਾਊਂਡ ਦੇ ਉੱਪਰ ਜਦੋਂ ਕੋਈ ਡਿਸਕੁਆਲੀਫਾਈ ਕਰਨਾ ਹੁੰਦਾ ਹੈ ਤਾਂ ਫਿਰ ਡਿਸੀਜਨ ਕਿਹਦਾ ਹੁੰਦਾ ਹੈ, ਜਾਂ ਤਾਂ ਜੇ ਲੋਕ ਸਭਾ ਦੀ ਗੱਲ ਕਰਦੇ ਹਾਂ ਵੀ ਲੋਕ ਸਭਾ ਦਾ MP ਹੈਗਾ ਰਾਜੇ, ਫਿਰ ਜਿਹੜਾ ਡਿਸੀਜਨ ਹੋਊਗਾ ਉਹ ਸਪੀਕਰ ਦਾ ਹੋਊਗਾ। ਅਗਰ ਗੱਲ ਕਰੀਏ MP ਜਿਹੜਾ ਉਹ ਰਾਜ ਸਭਾ ਦਾ ਹੈ, ਫਿਰ ਫਾਈਨਲ ਡਿਸੀਜਨ ਹੋਊਗਾ ਰਾਜੇ ਚੇਅਰਮੈਨ ਦਾ, ਠੀਕ ਹੈ। ਇਹ ਇੰਪੋਰਟੈਂਟ ਹੈ, ਯਾਦ ਰੱਖਣਾ ਇਹ ਚੀਜ਼ਾਂ ਨੂੰ, ਠੀਕ ਹੈ। ਚੇਅਰਮੈਨ ਅਤੇ ਸਪੀਕਰ ਕਿਵੇਂ ਹੈ ਰਾਜੇ, ਹੁਣ ਦੁਬਾਰਾ ਸੁਣ ਲਓ। ਆਪਾਂ ਕੀ ਪੜ੍ਹ ਰਹੇ ਹਾਂ, ਡਿਸਕੁਆਲੀਫਿਕੇਸ਼ਨ ਕਿਹਦੀਆਂ, ਫਰੋਮ ਬੀਇੰਗ MP। ਆਪਾਂ ਕੀ ਪੜ੍ਹਿਆ ਪਹਿਲਾਂ, ਲੋਕ ਸਭਾ ਪੜ੍ਹੀ ਹੈ, ਰਾਜ ਸਭਾ ਪੜ੍ਹਿਆ ਹੈਗਾ, ਠੀਕ ਹੈ। ਹੁਣ ਇਹਨਾਂ ਦੇ ਮੈਂਬਰਸ ਨੂੰ ਕਦੇ ਕਦੇ ਹੀ ਡਿਸਕੁਆਲੀਫਾਈ ਵੀ ਕਰ ਸਕਦੇ ਹਾਂ ਵੀ ਤੁਸੀਂ ਤਾਂ ਬਣਨ ਦੇ ਲਾਇਕ ਹੀ ਨਹੀਂ ਹੈਗੇ, ਤੁਸੀਂ ਕਿਵੇਂ ਬਣੇ ਫਿਰਦੇ ਹੋ, ਠੀਕ ਹੈ। ਹੁਣ ਜਦੋਂ ਇਹ ਕੁਛ ਆਪਣੇ ਗਰਾਊਂਡ ਪੜ੍ਹੇ ਨੇ ਵੀ ਅਗਰ ਬੰਦਾ ਇਹ ਕੰਮ ਕਰਦਾ, ਇਹ ਜਿਹੇ ਮਾੜੇ ਕੰਮ ਕਰਦਾ, ਤਾਂ ਉਹਨੂੰ ਆਪਾਂ ਡਿਸਕੁਆਲੀਫਾਈ ਕਰ ਦਾਂਗੇ, ਠੀਕ ਹੈ। ਹੁਣ ਇਸ ਡਿਸਕੁਆਲੀਫਿਕੇਸ਼ਨ ਦੇ ਵਿੱਚ ਰਾਜੇ ਮਤਭੇਦ ਵੀ ਹੋ ਸਕਦਾ ਹੈ, ਵਾਦ ਵਿਵਾਦ ਵੀ ਹੋ ਸਕਦਾ ਹੈ। ਤਾਂ ਇਸ ਕੇਸ ਦੇ ਵਿੱਚ ਜਿਹੜਾ ਰਾਸ਼ਟਰਪਤੀ ਆਪਣਾ ਸੋਲੂਸ਼ਨ ਕਰੂਗਾ ਵੀ ਹਾਂ ਹੁਣ ਇਹ ਫੈਸਲਾ ਲਊਗਾ ਵੀ ਹਾਂ ਬੰਦੇ ਨੂੰ MP ਨੂੰ ਉਸ ਨੂੰ ਡਿਸਕੁਆਲੀਫਾਈ ਕਰਨਾ ਹੈ ਕਿ ਨਹੀਂ ਕਰਨਾ ਹੈ, ਠੀਕ ਹੈ, ਇਹਨਾਂ ਸਾਰੇ ਗਰਾਊਂਡਸ 'ਤੇ। ਅਤੇ ਇਸ ਤੋਂ ਇਲਾਵਾ ਰਾਜੇ ਇੱਕ ਗਰਾਊਂਡ ਹੋਰ ਹੈ, ਇੱਕ ਰੀਜ਼ਨ ਹੋਰ ਹੈ ਜਦੋਂ ਕਿ ਕਿਸੇ MP ਨੂੰ ਰਾਜੇ ਡਿਸਕੁਆਲੀਫਾਈ ਕੀਤਾ ਜਾ ਸਕਦਾ ਹੈ। ਮੰਨ ਲਓ ਰਾਜੇ ਕੋਈ MP ਰਾਜੇ ਕਾਂਗਰਸੀ ਟਿਕਟ ਤੋਂ ਰਾਜੇ MP ਬਣਿਆ, ਠੀਕ ਹੈ, ਇੱਕ ਬੰਦਾ ਸੀ ਇਲੈਕਸ਼ਨ ਦੇ ਵਿੱਚ ਖੜਾ ਹੋਇਆ ਕਾਂਗਰਸੀ ਟਿਕਟ ਤੋਂ MP ਬਣ ਗਿਆ, ਬਟ ਰਾਜੇ ਹੁਣ ਬਾਅਦ 'ਚ ਉਹਨੂੰ ਦੇਖਿਆ ਕਿ ਕਾਂਗਰਸ ਵੇਲੇ ਪੱਲੇ ਥੱਲੇ ਕੁਛ ਹੈ ਨਹੀਂ, ਉਹ ਰਾਜੇ ਕੀ ਕਰੂਗਾ, BJP ਦੇ ਵਿੱਚ ਐਡ ਹੋ ਜਾਊਗਾ, ਠੀਕ ਹੈ, MP ਬਣਨ ਤੋਂ ਬਾਅਦ, ਠੀਕ ਹੈ। ਹੁਣ ਦੇਖੋ ਅੱਛੀ ਚੀਜ਼ ਤਾਂ ਹੈ ਨਹੀਂ, ਟਿਕਟ ਤੋਂ ਕਿਹਦੀ ਖੜਾ ਹੈ, ਕਾਂਗਰਸੀ ਟਿਕਟ ਤੋਂ ਖੜਾ ਹੈ, ਸ਼ਾਮਿਲ ਕਿਹਦੇ ਵਿੱਚ ਹੋ ਗਿਆ, MP ਬਣਨ ਤੋਂ ਬਾਅਦ BJP ਦੇ ਵਿੱਚ, ਠੀਕ ਹੈ। ਤਾਂ ਘਟੀਆ ਚੀਜ਼ ਹੈ, ਵਧੀਆ ਚੀਜ਼ ਨਹੀਂ ਹੈਗੀ ਇਹ, ਠੀਕ ਹੈ। ਇਹਨੂੰ ਆਪਾਂ ਕਹਿੰਦੇ ਬੱਚੇ ਡਿਫੈਕਸ਼ਨ, ਡਿਫੈਕਟ ਕਰਨਾ, ਇੱਕ ਪਾਰਟੀ ਤੋਂ ਦੂਸਰੀ ਪਾਰਟੀ ਦੇ ਵਿੱਚ ਜਾਣਾ। ਡਿਟੇਲ ਦੇ ਵਿੱਚ ਆਪਾਂ ਸੈਪਰੇਟ ਤੋਂ ਪੜ੍ਹਾਂਗੇ, ਥੋੜ੍ਹਾ ਜਿਹਾ ਮੈਂ ਤੁਹਾਨੂੰ ਇਸੇ ਕਰਕੇ ਵੀ ਤੁਹਾਨੂੰ ਆਈਡੀਆ ਹੋ ਜੇ, ਠੀਕ ਹੈ। ਹੁਣ ਜਦੋਂ ਇਸ ਚੀਜ਼ ਦੇ ਵਿੱਚ ਰਾਜੇ ਕੋਈ ਡਿਸਪਿਊਟ ਪੈਦਾ ਹੁੰਦਾ ਵੀ ਮੈਨੇ ਡਿਫੈਕਟ ਕੀਤਾ ਹੈ ਕਿ ਨਹੀਂ ਕੀਤਾ, ਤਾਂ ਹੁਣ ਜਿਹੜਾ ਡਿਸੀਜਨ ਹੈ ਉਹ ਪ੍ਰੀਸਾਈਡਿੰਗ ਆਫੀਸਰ ਦਾ ਹੋਏਗਾ, ਠੀਕ ਹੈ। ਅਗਰ ਲੋਕ ਸਭਾ ਦਾ MP ਹੈ ਤਾਂ ਸਪੀਕਰ ਦਾ ਡਿਸੀਜਨ ਫਾਈਨਲ ਹੋਏਗਾ, ਅਗਰ ਰਾਜ ਸਭਾ ਦਾ MP ਹੈ ਤਾਂ ਚੇਅਰਮੈਨ ਦਾ ਡਿਸੀਜਨ ਫਾਈਨਲ ਹੋਏਗਾ, ਠੀਕ ਹੈ, ਸਮਝ ਆਉਂਦਾ ਆਪਾਂ ਨੂੰ। ਰਾਜੇ ਜਿਹੜੀ MPs ਨੂੰ ਸਹੁੰ ਚੁਕਾਉਣ ਦੀ ਗੱਲ ਹੈ, ਦੇਖੋ ਆਪਾਂ ਪਾਰਲੀਮੈਂਟ ਵਾਲਾ ਚੈਪਟਰ ਪੜ੍ਹਦੇ ਹਾਂ ਤਾਂ ਪਾਰਲੀਮੈਂਟ ਦੇ ਮੈਂਬਰਸ ਦੀ ਹੀ ਗੱਲ ਕਰ ਰਹੇ ਹਾਂ। ਹੁਣ ਪਾਰਲੀਮੈਂਟ ਦੇ ਮੈਂਬਰ ਕੌਣ ਹੁੰਦੇ ਨੇ, ਮੈਂਬਰ ਆਫ ਪਾਰਲੀਮੈਂਟ ਯਾਨੀ ਕਿ MPs। ਤਾਂ MPs ਦੀ ਗੱਲ ਕਰ ਰਹੇ ਹਾਂ ਸਾਰੀ ਆਪਾਂ। ਇਹਨਾਂ ਨੂੰ MPs ਨੂੰ ਸਹੁੰ ਕੌਣ ਚੁਕਾਉਂਦਾ ਰਾਜੇ, ਸਹੁੰ ਚੁਕਾਉਂਦਾ ਰਾਜੇ ਜਾਂ ਤਾਂ ਪ੍ਰੈਜ਼ੀਡੈਂਟ ਆਪ ਚੁਕਾਉਂਦੇ ਨੇ ਜਾਂ ਫਿਰ ਸਮ ਅਦਰ ਪਰਸਨ ਅਪੋਇੰਟਡ ਬਾਏ ਹਿਮ, ਠੀਕ ਹੈ। ਅਗਰ ਤੁਹਾਨੂੰ ਕੁਐਸਚਨ ਆਉਂਦਾ ਕਿ MPs ਨੂੰ ਸਹੁੰ ਕੌਣ ਚੁਕਾਉਂਦਾ ਤਾਂ ਤੁਹਾਡਾ ਆਨਸਰ ਹੋਣਾ ਚਾਹੀਦਾ ਬੱਚੇ ਪ੍ਰੈਜ਼ੀਡੈਂਟ, ਜਾਂ ਫਿਰ ਅਗਰ ਆਪਸ਼ਨ ਦੇ ਵਿੱਚ ਸਪੀਕਰ ਪ੍ਰੋਟੈਮ ਹੈ ਤਾਂ ਤੁਸੀਂ ਉਹ ਵੀ ਲਿਖ ਸਕਦੇ ਹੋ, ਠੀਕ ਹੈ। ਪੜ੍ਹਾਂਗੇ ਆਪਾਂ ਸਪੀਕਰ ਪ੍ਰੋਟੈਮ, ਇੱਕ ਟਰਮ ਆਉਂਦੀ ਹੈ, ਇੱਕ ਆਫਿਸ ਆਉਂਦਾ, ਪੜ੍ਹਾਂਗੇ ਆਪਾਂ ਪ੍ਰੋਟੈਮ, ਠੀਕ ਹੈ। ਤਾਂ ਇਹਨਾਂ ਦੋਨਾਂ ਦੇ ਵਿੱਚੋਂ ਅਗਰ ਕੋਈ ਵੀ ਆਪਸ਼ਨ ਆਉਂਦਾ ਤਾਂ ਪਹਿਲੀ ਪ੍ਰਾਇੋਰਿਟੀ ਤੁਸੀਂ ਸਪੀਕਰ ਪ੍ਰੋਟੈਮ ਨੂੰ ਦਿਓਗੇ ਕਿ MP ਨੂੰ ਓਥ ਕੌਣ ਦਵਾਉਂਦਾ। ਸੈਕਿੰਡ ਪ੍ਰਾਇੋਰਿਟੀ ਦਿਓਗੇ ਤੁਸੀਂ ਪ੍ਰੈਜ਼ੀਡੈਂਟ ਨੂੰ, ਕਿ ਅਗਰ ਸਪੀਕਰ ਪ੍ਰੋਟੈਮ ਆਪਸ਼ਨ ਦੇ ਵਿੱਚ ਨਹੀਂ ਹੈਗਾ ਫਿਰ ਤੁਸੀਂ ਪ੍ਰੈਜ਼ੀਡੈਂਟ ਵੀ ਟਿਕ ਕਰ ਦਿਓਗੇ, ਠੀਕ ਹੈ। ਕਿ ਪ੍ਰੈਜ਼ੀਡੈਂਟ ਹੀ ਜਿਹੜਾ ਕੀ ਹੈ ਸਹੁੰ ਚੁਕਾਉਂਦੇ ਨੇ ਸਾਰੇ ਦੇ ਸਾਰੇ MPs ਨੂੰ। ਐਕਚੁਅਲ ਦੇ ਵਿੱਚ ਖੁਦ ਨਹੀਂ ਚੁਕਾਉਂਦੇ, ਐਕਚੁਅਲ ਦੇ ਵਿੱਚ ਕਿਸੇ ਪਰਸਨ ਨੂੰ ਕਹਿ ਦਿੰਦੇ ਨੇ, ਬਟ ਸਟਿਲ ਆਪਣਾ ਆਨਸਰ ਪ੍ਰੈਜ਼ੀਡੈਂਟ ਹੀ ਹੋਊਗਾ, ਠੀਕ ਹੈ। ਅਗਰ ਅਸੀਂ ਸੈਲਰੀਜ਼ ਦੀ ਗੱਲ ਕਰੀਏ ਕਿ MPs ਦੀ ਸੈਲਰੀਜ਼ ਕੌਣ ਡਿਸਾਈਡ ਕਰਦਾ, ਓਬਵੀਅਸਲੀ ਗੱਲ ਹੈ ਪਾਰਲੀਮੈਂਟ ਆਪ ਹੀ ਡਿਸਾਈਡ ਕਰਦੀ ਹੈਗੀ, ਠੀਕ ਹੈ। ਇਹਦੇ ਵਿੱਚ ਕੋਈ ਸੋਚਣ ਵਾਲੀ ਗੱਲ ਨਹੀਂ ਹੈਗੀ। ਸਪੀਕਰ ਆਫ ਲੋਕ ਸਭਾ ਦੇ ਵਿੱਚ ਥੋੜ੍ਹਾ ਹੋਰ ਡਿਟੇਲ ਦੇ ਵਿੱਚ ਜਾਂਦੇ ਹਾਂ। ਤਾਂ ਜਿਹੜਾ ਇਹਨਾਂ ਦਾ ਪ੍ਰੀਜ਼ਾਈਡਿੰਗ ਆਫਿਸਰ ਹੈ ਲੋਕ ਸਭਾ ਦਾ, ਉਹਨੂੰ ਆਪਾਂ ਸਪੀਕਰ ਨਾਮ ਦਿੰਦੇ ਹਾਂ। ਜਿਹੜਾ ਰਾਜ ਸਭਾ ਦਾ ਪ੍ਰੀਜ਼ਾਈਡਿੰਗ ਆਫਿਸਰ ਹੈ ਉਹਨੂੰ ਕੀ ਨਾਮ ਦਿੰਦੇ ਹਾਂ ਅਸੀਂ, ਉਹਨੂੰ ਨਾਮ ਦਿੰਦੇ ਹਾਂ ਅਸੀਂ ਚੇਅਰਮੈਨ। ਪੜ੍ਹਾਂਗੇ ਆਪਾਂ ਅੱਗੇ ਚੇਅਰਮੈਨ ਅਤੇ ਸਪੀਕਰ। ਹੁਣ ਇਸ ਦਾ ਇਲੈਕਸ਼ਨ ਕਿਵੇਂ ਹੁੰਦਾ ਰਾਜੇ, ਪਹਿਲੀ ਗੱਲ ਤਾਂ ਦੇਖੋ ਓਮ ਬਿਰਲਾ ਸਾਹਿਬ ਹੈਗੇ ਨੇ, ਇਹ ਕਿੱਥੋਂ ਨੇ, ਇਹ ਕਿੱਥੋਂ ਦੇ MP ਨੇ, MP ਫਰੋਮ ਕੋਟਾ ਰਾਜਸਥਾਨ, ਕੋਟਾ ਰਾਜਸਥਾਨ ਤੋਂ MP ਨੇਗੇ ਓਮ ਬਿਰਲਾ ਸਾਹਿਬ, ਠੀਕ ਹੈ, ਆਪਣੇ ਸਪੀਕਰ ਨੇ ਐਟ ਪ੍ਰੈਜ਼ੈਂਟ। ਰਾਜੇ ਕਿੰਨਵੀਂ ਲੋਕ ਸਭਾ ਆਪਣੀ, ਇਹ ਆਪਣੇ ਲਾਸਟ ਸੈਸ਼ਨ ਦੇ ਵਿੱਚ ਕੀਤਾ ਸੀ। ਇਹ 17th ਲੋਕ ਸਭਾ ਆਪਣੀ, ਜਿਹੜੀ 2019 ਤੋਂ ਲੈ ਕੇ 2024 ਤੱਕ ਲੋਕ ਸਭਾ ਚੱਲ ਰਹੀ ਹੈ। ਇਹ ਸਾਡੀ 17ਵੀਂ ਲੋਕ ਸਭਾ ਹੈ, ਇੰਪੋਰਟੈਂਟ ਪੁਆਇੰਟ ਹੈਗਾ, ਪੇਪਰ ਦੇ ਵਿੱਚ ਆ ਸਕਦਾ ਹੈ। ਤਾਂ ਜਿਹੜਾ ਸਪੀਕਰ ਹੈ ਰਾਜੇ ਦੇ ਇਲੈਕਸ਼ਨ ਕਿਵੇਂ ਹੁੰਦਾ, ਹੀ ਇਜ਼ ਇਲੈਕਟਡ ਬਾਏ ਲੋਕ ਸਭਾ, ਕਿਉਂਕਿ ਲੋਕ ਸਭਾ ਦਾ ਚੇਅਰਮੈਨ ਹੈ, ਲੋਕ ਸਭਾ ਦਾ ਪ੍ਰੀਜ਼ਾਈਡਿੰਗ ਆਫਿਸਰ ਹੈ, ਤਾਂ ਹੀ ਇਜ਼ ਇਲੈਕਟਡ ਬਾਏ ਲੋਕ ਸਭਾ ਫਰੋਮ ਅਮੰਗ ਸਟੇਟਸ ਮੈਂਬਰਸ। ਲੋਕ ਸਭਾ ਆਪ ਹੀ ਚੁਣਦੀ ਆਪਣੇ ਬੰਦਿਆਂ ਦੇ ਵਿੱਚੋਂ, ਆਪਣੇ ਮੈਂਬਰਸ ਦੇ ਵਿੱਚੋਂ ਕਿ ਅਸੀਂ ਸਪੀਕਰ ਕਿਹਨੂੰ ਬਣਾਉਣਾ ਹੈਗਾ, ਠੀਕ ਹੈ ਜੀ। ਤਾਂ ਇਸ ਇਲੈਕਸ਼ਨ ਦੀ ਰਾਜੇ ਇਸ ਡੇਟ ਕੌਣ ਫਿਕਸ ਕਰਦਾ ਕਿ ਸਪੀਕਰ 'ਤੇ ਜਦੋਂ ਇਲੈਕਸ਼ਨ ਕਰਨਾ ਹੈ ਉਸ ਦੀ ਡੇਟ ਕੌਣ ਫਿਕਸ ਕਰਦਾ, ਉਸ ਦੀ ਡੇਟ ਪ੍ਰੈਜ਼ੀਡੈਂਟ ਫਿਕਸ ਕਰਦਾ ਕਿ ਹਾਂ ਇਸ ਤਰੀਕ ਨੂੰ ਤੁਸੀਂ ਆਪਣਾ ਸਪੀਕਰ ਇਲੈਕਟ ਕਰ ਲਿਓ, ਠੀਕ ਹੈ।
ਫਿਰ ਕੀ ਕਰਦੀ ਹੈ ਬੱਚੇ, ਲੋਕ ਸਭਾ ਸਾਰੀ ਇਕੱਠੀ ਹੁੰਦੀ ਹੈਗੀ, ਨਵੀਂ ਲੋਕ ਸਭਾ ਬਣੀ ਹੈਗੀ, ਠੀਕ ਹੈ, ਸਾਰੇ ਇੱਥੇ ਆ ਕੇ ਬੈਠਦੇ ਨੇ ਔਰ ਆਪਸ ਦੇ ਵਿੱਚ ਇਲੈਕਸ਼ਨ ਕਰਦੇ ਨੇ, ਫਿਰ ਚੁਣਦੇ ਨੇ ਵੀ ਹਾਂ ਅਸੀਂ ਇਸ ਕੁਰਸੀ ਦੇ ਉੱਪਰ ਕਿਹਨੂੰ ਬਿਠਾਈਏ, ਸਪੀਕਰ ਕਿਹਨੂੰ ਬਣਾਈਏ, ਠੀਕ ਹੈ। ਜਿਹੜੀ ਤਰੀਕ ਹੈ ਰਾਜੇ, ਡੇਟ ਕੌਣ ਡਿਸਾਈਡ ਕਰਦਾ ਵੀ ਇਸ ਤਰੀਕ ਨੂੰ ਇਲੈਕਸ਼ਨ ਹੋਣਾ, ਪ੍ਰੈਜ਼ੀਡੈਂਟ ਕਰੂਗਾ, ਠੀਕ ਹੈ ਜੀ। ਜੇ ਗੱਲ ਕਰੀਏ ਬੱਚੇ ਰਿਮੂਵਲ ਦੀ, ਕਿ ਇਸ ਸਪੀਕਰ ਨੂੰ ਰਿਮੂਵ ਕਿਵੇਂ ਕੀਤਾ ਜਾ ਸਕਦਾ ਹੈ, ਰਿਮੂਵਡ ਬਾਏ ਰੈਜ਼ੋਲੂਸ਼ਨ ਪਾਸਡ ਬਾਏ ਮੈਜੋਰਿਟੀ ਆਫ ਦ ਮੈਂਬਰਸ, ਠੀਕ ਹੈ। ਤਾਂ ਬੱਚੇ ਕੀ ਹੈ, ਮਤਲਬ ਜਿਵੇਂ ਲੋਕ ਸਭਾ ਨੇ ਖੁਦ ਇਲੈਕਟ ਕੀਤਾ ਹੈ, ਇਹ ਸਾਰੇ ਐਮਪੀਜ਼ ਨੇ, ਇਹ ਲੋਕ ਸਭਾ ਹੈਗੀ ਹੈ, ਲੋਕ ਸਭਾ ਨੇ ਖੁਦ ਹੀ ਇਲੈਕਟ ਕੀਤਾ ਸਪੀਕਰ ਨੂੰ, ਤਾਂ ਅਗਰ ਰਿਮੂਵ ਕਰਨਾ ਤਾਂ ਵੀ ਲੋਕ ਸਭਾ ਖੁਦ ਹੀ ਰਿਮੂਵ ਕਰ ਸਕਦੀ ਹੈਗੀ, ਠੀਕ ਹੈ। ਬਟ ਅਗੇਨ ਰਿਮੂਵ ਕਰਨ ਤੋਂ ਪਹਿਲਾਂ 14 ਦਿਨਾਂ ਦਾ ਨੋਟਿਸ ਦੇਣਾ ਪਊਗਾ, ਕਿਉਂਕਿ ਸਪੀਕਰ ਕੋਈ ਚੱਲਦਾ ਫਿਰਦਾ ਬੰਦਾ ਨਹੀਂ ਹੈਗਾ, ਠੀਕ ਹੈ। ਤਾਂ ਇੱਕ ਇੰਪੋਰਟੈਂਟ ਫੰਕਸ਼ਨਰੀ ਹੈਗਾ, ਤਾਂ ਅਗਰ ਤੁਸੀਂ ਇਸ ਨੂੰ ਰਿਮੂਵ ਕਰਨਾ ਹੈਗਾ ਤਾਂ 14 ਦਿਨਾਂ ਦਾ ਪਹਿਲਾਂ ਤੁਹਾਨੂੰ ਨੋਟਿਸ ਦੇਣਾ ਪਏਗਾ, ਠੀਕ ਹੈ। ਇਹ 14 ਦਿਨ ਰਾਜੇ ਹਮੇਸ਼ਾ ਇੰਪੋਰਟੈਂਟ ਨੇਗੇ, ਬਿਕਾਜ਼ ਅਸੀਂ ਦੇਖੋ ਪ੍ਰੈਜ਼ੀਡੈਂਟ ਵੇਲੇ ਵੀ ਕੀਤਾ ਸੀਗਾ ਔਰ ਵਾਈਸ ਪ੍ਰੈਜ਼ੀਡੈਂਟ ਵੇਲੇ ਵੀ ਕੀਤਾ ਸੀ। ਤੁਸੀਂ ਪਲੀਜ਼ ਇੱਕ ਵਾਰੀ ਰਿਵਾਈਜ਼ ਕਰ ਲਓ ਕਿ ਆਪਾਂ ਨੇ ਕਿਹਾ ਸੀ ਇਹਨਾਂ ਦੋਨਾਂ ਨੂੰ ਰਿਮੂਵ ਕਰਨ ਵਾਸਤੇ ਵੀ ਜਦੋਂ ਅਸੀਂ ਕੋਈ ਰੈਜ਼ੋਲੂਸ਼ਨ ਇੰਟਰੋਡਿਊਸ ਕਰਨੀ ਹੈ ਤਾਂ 14 ਦਿਨਾਂ ਦਾ ਆਪਾਂ ਨੂੰ ਨੋਟਿਸ ਦੇਣਾ ਪਊਗਾ, ਠੀਕ ਹੈ। ਇਹ 14 ਡੇਜ਼ ਹਮੇਸ਼ਾ ਆਪਣੇ ਕੋਲ ਯਾਦ ਰੱਖਣੇ ਨੇ, ਅੱਗੇ ਵੀ ਕੰਮ ਆਊਗਾ, ਠੀਕ ਹੈ ਜੀ। ਤਾਂ ਮਤਲਬ ਪਾਰਲੀਮੈਂਟ ਨੇ ਅਗਰ ਲੋਕ ਸਭਾ ਨੇ ਰਿਮੂਵ ਕਰਨਾ ਹੈ ਤਾਂ ਖੁਦ ਹੀ ਰਾਜੇ ਰੈਜ਼ੋਲੂਸ਼ਨ ਪਾਸ ਕਰ ਸਕਦੀ ਹੈ ਅਤੇ 14 ਦਿਨਾਂ ਦਾ ਨੋਟਿਸ ਦੇਣਾ ਪਊਗਾ, ਪਹਿਲੀ ਗੱਲ, ਠੀਕ ਹੈ। ਅਗਰ ਰਾਜੇ ਇਹ ਓਮ ਬਿਰਲਾ ਸਾਹਿਬ ਨੇ ਖੁਦ ਰਿਜ਼ਾਈਨ ਕਰਨਾ ਹੈ, ਦੇਖੋ ਇਹ ਤਾਂ ਹੈਗਾ ਸੀ ਵੀ ਜਦੋਂ ਪਾਰਲੀਮੈਂਟ ਰਿਮੂਵ ਕਰਦੀ ਹੈਗੀ, ਠੀਕ ਹੈ, ਵੀ ਮੈਜੋਰਿਟੀ ਦੇ ਨਾਲ ਵੋਟਿੰਗ ਕਰਕੇ ਇਹਨੂੰ ਰਿਮੂਵ ਕਰਨਾ ਹੈਗਾ ਰੈਜ਼ੋਲੂਸ਼ਨ ਪਾਸ ਕਰਕੇ। ਹੁਣ ਇੱਕ ਰੀਜ਼ਨ ਇਹ ਵੀ ਹੋ ਸਕਦਾ ਬੱਚੇ ਕਿ ਓਮ ਬਿਰਲਾ ਸਾਹਿਬ ਨੇ ਖੁਦ ਹੀ ਰਿਜ਼ਾਈਨ ਕਰਨਾ ਹੈ, ਕੋਈ ਫੈਮਿਲੀ ਇਸ਼ੂਜ਼ ਆ ਗਏ, ਕੁਛ ਵੀ ਆ ਗਿਆ, ਪਰਸਨਲ ਜਿਹੜੇ ਮੈਟਰਸ ਨੇ ਕੋਈ, ਠੀਕ ਹੈ। ਤਾਂ ਹੁਣ ਅਗਰ ਇਹਨਾਂ ਨੇ ਇਸਤੀਫਾ ਦੇਣਾ ਤਾਂ ਕਿਹਨੂੰ ਦਊਗਾ ਰਾਜੇ, ਇਸਤੀਫਾ ਵਿਲ ਬੀ ਐਡਰੈਸਡ ਟੂ ਡਿਪਟੀ ਸਪੀਕਰ, ਠੀਕ ਹੈ। ਕਿ ਜਿਹੜਾ ਇਸਤੀਫਾ ਹੈਗਾ ਰਾਜੇ, ਤਿਆਗ ਪੱਤਰ ਹੈਗਾ, ਉਹ ਡਿਪਟੀ ਸਪੀਕਰ ਨੂੰ ਦੇਣਗੇ ਸਪੀਕਰ ਸਾਹਿਬ, ਠੀਕ ਹੈ, ਧਿਆਨ ਦੇਣਾ ਇਸ ਚੀਜ਼ 'ਤੇ। ਅਗਰ ਸਪੀਕਰ ਸਾਹਿਬ ਨੇ ਇਸਤੀਫਾ ਦੇਣਾ ਹੈ ਤਾਂ ਡਿਪਟੀ ਸਪੀਕਰ ਨੂੰ ਦੇਣਗੇ ਉਹ ਲਿਖ ਕੇ, ਠੀਕ ਹੈ ਜੀ। ਹੋਰ ਪਾਵਰਸ ਕੀ ਨੇ ਬੱਚੇ ਸਪੀਕਰ ਦੀਆਂ, ਦੇਖੋ ਇੱਕ ਡਿਸਿਪਲਿਨ ਬਣਾ ਕੇ ਰੱਖਦਾ ਹਾਊਸ ਦੇ ਵਿੱਚ। ਓਬਵੀਅਸਲੀ ਗੱਲ ਹੈ, ਜਦੋਂ ਤੁਸੀਂ ਕੁਰਸੀ ਦੇ ਵਿੱਚ ਬੈਠੇ ਹੋ, ਤੁਸੀਂ ਇੱਕ ਪ੍ਰੀਜ਼ਾਈਡਿੰਗ ਆਫੀਸਰ ਬੈਠੇ ਹੋ, ਤਾਂ ਤੁਸੀਂ ਡਿਸਿਪਲਿਨ ਬਣਾ ਕੇ ਰੱਖੋਗੇ, ਠੀਕ ਹੈ, ਡੈਕੋਰਮ ਬਣਾ ਕੇ ਰੱਖਦਾ ਹੈਗਾ। ਡੈਡਲੋਕ ਰਿਮੂਵ ਕਰਦਾ ਰਾਜੇ, ਠੀਕ ਹੈ। ਦੇਖੋ ਅਗਰ ਲੋਕ ਸਭਾ ਨੇ ਕੋਈ ਵੋਟਿੰਗ ਕਰਨੀ ਹੈਗੀ ਹੈ, ਠੀਕ ਹੈ, ਲੋਕ ਸਭਾ ਦਾ ਕੰਮ ਕੀ ਹੈ ਬੱਚੇ, ਓਬਵੀਅਸਲੀ ਵੋਟਿੰਗ ਕਰਦਾ ਹੈਗਾ, ਠੀਕ ਹੈ। ਹੁਣ ਮੰਨ ਲਓ 500 ਮੈਂਬਰ ਆਇਆ ਹੋਏਗਾ, 500 ਮੈਂਬਰ ਆਇਆ ਹੋਏਗਾ ਔਰ ਜਦੋਂ ਵੋਟਿੰਗ ਹੋਈ ਬੱਚੇ 250 ਉਹਨਾਂ ਨੇ ਵੋਟ ਕਰਤਾ ਵੀ, 250 ਬੰਦੇ ਨੇ ਯੈਸ ਕਹਿਤਾ, 250 ਬੰਦੇ ਨੇ ਨੋ ਕਹਿਤਾ, ਠੀਕ ਹੈ। ਹੁਣ ਡੈਡਲੋਕ ਆ ਗਿਆ ਇੱਕ, ਕਿਉਂਕਿ ਲੋਕ ਸਭਾ ਦਾ ਕੰਮ ਕੀ ਸੀ, ਕੋਈ ਡਿਸੀਜਨ ਲੈਣਾ। ਡਿਸੀਜਨ ਕਿਵੇਂ ਲੈਣਾ ਸੀ, ਮੈਜੋਰਿਟੀ ਦੇ ਨਾਲ, ਠੀਕ ਹੈ। ਤਾਂ ਮਤਲਬ ਅਗਰ ਤਾਂ ਇੱਥੇ 251 ਅਤੇ 249 ਦੀ ਕੋਈ ਗੱਲ ਹੁੰਦੀ, ਫਿਰ ਤਾਂ ਦੇਖੋ ਇਹ ਵਾਲਾ ਖੇਮਾ ਜਿੱਤ ਜਾਂਦਾ। ਬਟ ਹੁਣ ਅਗਰ 250 ਆਉਂਦਾ ਰਾਜੇ, ਤਾਂ ਹੁਣ ਸਪੀਕਰ ਕੀ ਕਰੂਗਾ, ਸਪੀਕਰ ਆਪਣੇ ਐਕਸ਼ਨ ਦੇ ਵਿੱਚ ਆਊਗਾ। ਦੇਖੋ ਇਨ ਜਨਰਲ ਤਾਂ ਸਪੀਕਰ ਵੋਟ ਨਹੀਂ ਕਰਦਾ, ਠੀਕ ਹੈ। ਹੁਣ ਜਿਵੇਂ 500 ਮੈਂਬਰ ਦੀ ਮੈਂ ਗੱਲ ਕਰਦਾ, 500 ਮੈਂਬਰ ਇੱਥੇ ਬੈਠਾ ਹੈ ਔਰ ਇੱਕ ਇਹ ਬੈਠਾ ਹੈ, ਤਾਂ ਇਹ +1 ਦੇ ਵਿੱਚ ਆਊਗਾ, ਠੀਕ ਹੈ। 500 ਮੈਂਬਰ ਅਲੱਗ ਦੀ ਗੱਲ ਕਰ ਰਿਹਾ ਮੈਂ। ਤਾਂ ਹੁਣ ਜਦੋਂ ਵੋਟਿੰਗ ਹੁੰਦੀ ਹੈ, ਅਗਰ ਤਾਂ ਦੇਖੋ ਇਸ 500 ਮੈਂਬਰ 251 ਅਤੇ 249 ਵੋਟ ਕਰਦੇ ਨੇ, ਫਿਰ ਤਾਂ ਸਪੀਕਰ ਵੋਟ ਕਰਨ ਦੀ ਲੋੜ ਨਹੀਂ ਪੈਂਦੀ, ਠੀਕ ਹੈ। ਬਟ ਅਗਰ ਰਾਜੇ 500 ਮੈਂਬਰ ਇੱਦਾਂ ਵੋਟ ਕਰਦੇ ਨੇ ਕਿ ਟਾਈ ਹੋ ਜਾਂਦੀ ਹੈ, ਫਿਰ ਸਪੀਕਰ ਆਪਣੀਆਂ ਜਾਦੂਈ ਸ਼ਕਤੀਆਂ ਕੀ ਬਾਹਰ ਲੈ ਕੇ ਆਉਂਦਾ ਹੈ ਔਰ ਇਹ ਟਾਈ ਬ੍ਰੇਕ ਕਰਨ ਵਾਸਤੇ ਰਾਜੇ ਖੁਦ ਵੋਟ ਕਰਦਾ ਹੈ, ਠੀਕ ਹੈ। ਹੁਣ ਜਿਹੜੀ ਇਹ ਟਾਈ ਬ੍ਰੇਕਰ ਵੋਟ ਹੋਊਗੀ ਰਾਜੇ, ਕਿਉਂਕਿ ਦੇਖੋ ਜਾਦੂਈ ਸ਼ਕਤੀ ਮੈਂ ਕਿਉਂ ਕਿਹਾ, ਕਿਉਂਕਿ ਦੇਖੋ 250 ਬੰਦੇ ਦੇ ਬੁੰਦਲੇ ਪਿਆ ਵਿਚਾਰਾ, 250 ਇੱਧਰ ਬੁੰਦਲੇ ਪਏ ਨੇ, 250 ਇੱਧਰ ਬੁੰਦਲੇ ਪਏ ਨੇ। ਹੁਣ ਸਾਰਾ ਦਾਰੋਮਦਾਰ ਇਹਦੀ ਜਾਦੂਈ ਸ਼ਕਤੀ 'ਤੇ ਆ ਗਿਆ ਸਪੀਕਰ ਦੀ 'ਤੇ, ਠੀਕ ਹੈ। ਜਿਵੇਂ ਸਪੀਕਰ ਕਹੂਗਾ ਉੱਦਾਂ ਹੀ ਸਾਰਿਆਂ ਨੂੰ ਕਰਨਾ ਪਊਗਾ, ਓਬਵੀਅਸਲੀ ਗੱਲ ਹੈ। ਤਾਂ ਹੁਣ ਜਦੋਂ ਟਾਈ ਹੁੰਦੀ ਹੈ ਰਾਜੇ, ਉਦੋਂ ਹੀ ਆਪਣੀ ਜਾਦੂਈ ਸ਼ਕਤੀ ਕੱਢਦਾ ਸਪੀਕਰ, ਉਦੋਂ ਹੀ ਵੋਟਿੰਗ ਕਰਦਾ ਹੈ। ਤਾਂ ਹੁਣ ਕਿਉਂਕਿ ਇਹ ਜਾਦੂਈ ਸ਼ਕਤੀ ਨਾਲ ਵੋਟ ਕਰਦੇ ਨੂੰ ਆਪਾਂ ਕਹਿੰਦੇ ਬੱਚੇ ਕਾਸਟਿੰਗ ਵੋਟ, ਠੀਕ ਹੈ, ਇੱਕ ਤਰ੍ਹਾਂ ਦੀ ਕਾਸਟਿੰਗ ਵੋਟ ਹੈ ਇਹ। ਤਾਂ ਜਦੋਂ ਵੀ ਡੈਡਲੋਕ ਰਿਮੂਵ ਕਰਨ ਵਾਸਤੇ ਵੋਟ ਕਰੂਗਾ ਸਪੀਕਰ, ਉਦੋਂ ਹੀ ਵੋਟ ਕਰੂਗਾ ਜਦੋਂ ਕਿ ਡੈਡਲੋਕ ਹੁੰਦਾ ਹੈ, ਅਦਰਵਾਈਜ਼ ਵੋਟ ਨਹੀਂ ਕਰਦਾ ਹੈਗਾ, ਠੀਕ ਹੈ। ਤਾਂ ਇਹਨੂੰ ਆਪਾਂ ਕਹਿੰਦੇ ਬੱਚੇ ਕਾਸਟਿੰਗ ਵੋਟ। ਹੋਰ ਕੀ ਪਾਵਰ ਹੈ ਬੱਚੇ, ਕੀ ਪੜ੍ਹ ਰਹੇ ਆਪਾਂ, ਸਪੀਕਰ ਦੀ ਪਾਵਰਸ ਪੜ੍ਹ ਰਹੇ ਹਾਂ। ਹੀ ਪ੍ਰੀਜ਼ਾਈਡਸ ਓਵਰ ਜੁਆਇੰਟ ਸੀਟਿੰਗ, ਦੇਖੋ ਇਹ ਤਾਂ ਹੈਗੀ ਇਕੱਲੀ ਲੋਕ ਸਭਾ, ਆਪਾਂ ਨੂੰ ਕਈ ਕੇਸਿਸ ਦੇ ਵਿੱਚ ਰਾਜੇ ਜੁਆਇੰਟ ਸੀਟਿੰਗ ਕਰਨੀ ਪੈਂਦੀ ਹੈ ਵੀ ਲੋਕ ਸਭਾ ਦੇਖੋ ਇਨ ਜਨਰਲ ਤਾਂ ਲੋਕ ਸਭਾ ਅਲੱਗ ਬੈਠਦੀ ਹੈ, ਰਾਜ ਸਭਾ ਅਲੱਗ ਬੈਠਦੀ ਹੈ। ਬਟ ਕਈ ਇਹੋ ਜਿਹੀ ਸਿਚੁਏਸ਼ਨਸ ਹੈਗੀਆਂ ਜਦੋਂ ਦੋਨਾਂ ਨੂੰ ਇਕੱਠੇ ਬਿਠਾਉਣਾ ਪੈਂਦਾ ਆਪਾਂ ਨੂੰ, ਠੀਕ ਹੈ, ਇਕੱਠੇ ਬਿਠਾਉਣਾ ਪੈਂਦਾ। ਹੁਣ ਦੇਖੋ ਲੋਕ ਸਭਾ ਦਾ ਜਿਹੜਾ ਪ੍ਰੀਜ਼ਾਈਡਿੰਗ ਆਫੀਸਰ ਹੈ ਉਹ ਸਪੀਕਰ ਹੈਗਾ, ਰਾਜ ਸਭਾ ਦਾ ਕੌਣ ਹੈ, ਚੇਅਰਮੈਨ ਹੈਗਾ, ਠੀਕ ਹੈ। ਹੁਣ ਦੇਖੋ ਇਹ ਦੋਨੇ ਹੀ ਪ੍ਰੀਜ਼ਾਈਡਿੰਗ ਆਫੀਸਰ ਨੇ, ਅਤੇ ਜਦੋਂ ਦੋਨੇ ਹਾਊਸ ਇਕੱਠੇ ਹੋ ਕੇ ਬੈਠਣਗੇ ਤਾਂ ਦੋਨੇ ਲੜ ਪੈਣਗੇ ਵੀ ਮੈਂ ਬਣੂੰਗਾ ਚੇਅਰਮੈਨ, ਇਹ ਕਹੂਗਾ ਮੈਂ ਬਣੂੰਗਾ, ਠੀਕ ਹੈ। ਓਬਵੀਅਸਲੀ ਗੱਲ ਬਣਦਾ ਵੀ ਇੱਦਾਂ ਹੀ ਹੈਗਾ, ਬਟ ਇੱਦਾਂ ਨਹੀਂ ਹੈਗਾ। ਜਿਹੜਾ ਰਾਜ ਸਭਾ ਦਾ ਚੇਅਰਮੈਨ ਉਹਨੂੰ ਮੌਕਾ ਨਹੀਂ ਮਿਲਦਾ। ਅਗਰ ਕਦੇ ਜੁਆਇੰਟ ਸੀਟਿੰਗ ਹੁੰਦੀ ਹੈ ਤਾਂ ਲੋਕ ਸਭਾ ਦੇ ਸਪੀਕਰ ਨੂੰ ਹੀ ਮੌਕਾ ਮਿਲੂਗਾ ਕਿ ਇਹ ਪ੍ਰੀਜ਼ਾਈਡ ਕਰੂਗਾ ਜੁਆਇੰਟ ਸੀਟਿੰਗ ਨੂੰ, ਠੀਕ ਹੈ। ਤਾਂ ਇਹ ਵੀ ਇੱਕ ਸਪੀਕਰ ਦੀ ਪਾਵਰ ਹੈ। ਰਾਜ ਸਭਾ ਦਾ ਚੇਅਰਮੈਨ ਕਦੇ ਵੀ ਪ੍ਰੀਜ਼ਾਈਡ ਨਹੀਂ ਕਰੇਗਾ, ਇਹ ਧਿਆਨ ਦੇਣਾ ਤੁਸੀਂ, ਠੀਕ ਹੈ ਜੀ। ਤਾਂ ਸਪੀਕਰ ਪ੍ਰੀਜ਼ਾਈਡ ਕਰੇਗਾ ਰਾਜੇ ਜੁਆਇੰਟ ਸੀਟਿੰਗ ਦੇ ਉੱਪਰ। ਜੁਆਇੰਟ ਸੀਟਿੰਗ ਦੀ ਆਰਟੀਕਲ ਹੈ ਕਿਹੜਾ, 108 ਜੁਆਇੰਟ ਸੀਟਿੰਗ ਦਾ ਆਰਟੀਕਲ ਹੈਗਾ। ਔਰ ਸਪੀਕਰ ਰਾਜੇ ਡਿਸਾਈਡ ਕਰਦਾ ਕਿ ਕੋਈ ਬਿੱਲ ਮਨੀ ਬਿੱਲ ਹੈ ਕਿ ਨਹੀਂ ਹੈ। ਆਪਾਂ ਪੜ੍ਹਾਂਗੇ ਰਾਜੇ ਮਨੀ ਬਿੱਲ ਕੀ ਹੁੰਦਾ, ਤੁਸੀਂ ਇੱਕ ਵਾਰੀ ਇਹ ਸਮਝੋ ਕਿ ਸਪੀਕਰ ਡਿਸਾਈਡ ਕਰਦਾ ਹੈ ਕੋਈ ਬਿੱਲ ਮਨੀ ਬਿੱਲ ਹੈਗਾ ਜਾਂ ਨਹੀਂ ਹੈਗਾ, ਠੀਕ ਹੈ। ਮਨੀ ਬਿੱਲ ਦਾ ਆਰਟੀਕਲ ਹੈਗਾ 110, ਠੀਕ ਹੈ।
10th ਸ਼ਡਿਊਲ ਦੀ ਆਪਾਂ ਗੱਲ ਕੀਤੀ ਸੀ ਬੱਚੇ 10th ਸ਼ਡਿਊਲ ਦੀ ਗੱਲ ਕੀਤੀ ਸੀਗੀ ਕਿ ਜਦੋਂ ਵੀ 10th ਸ਼ਡਿਊਲ ਦੇ ਅੰਡਰ ਕੋਈ MP ਡਿਸਕੁਆਲੀਫਾਈ ਹੁੰਦਾ ਹੈ ਤਾਂ ਉਹ ਡਿਸੀਜਨ ਕਿਹਦਾ ਹੋਊਗਾ ਰਾਜੇ, ਸਪੀਕਰ ਦਾ ਹੋਊਗਾ। ਤਾਂ ਇਹ ਵੀ ਸਪੀਕਰ ਦੀ ਇੱਕ ਪਾਵਰ ਆ ਗਈ ਕਿ ਅਗਰ 10th ਸ਼ਡਿਊਲ ਦੇ ਅੰਡਰ ਕਿਸੇ MP ਨੂੰ ਡਿਸਕੁਆਲੀਫਾਈ ਕਰਨਾ ਹੈ ਤਾਂ ਉਹਦਾ ਡਿਸੀਜਨ ਵੀ ਸਪੀਕਰ ਲਏਗਾ। ਇਹ ਵੀ ਇੱਕ ਸਪੀਕਰ ਦੀ ਪਾਵਰ ਆ ਗਈ, ਠੀਕ ਹੈ। ਚਲੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਠੀਕ ਹੈ। ਕਿ ਜਿਹੜਾ ਰਾਜੇ ਲੋਕ ਸਭਾ ਦਾ ਸਪੀਕਰ ਹੈਗਾ, ਠੀਕ ਹੈ, ਇਹ ਇੱਕ ਹੋਰ ਅਸੈਂਬਲੀ ਦਾ ਇੱਕ ਸੰਸਥਾ ਦਾ ਚੇਅਰਮੈਨ ਹੈਗਾ ਰਾਜੇ, ਪ੍ਰੈਜ਼ਾਈਡਿੰਗ ਆਫੀਸਰ ਹੈ ਕਾਹਦਾ, ਜਿਵੇਂ ਮੰਨ ਲਓ ਆਪਣਾ ਪੰਜਾਬ ਦੀ ਅਸੈਂਬਲੀ ਹੈਗੀ ਹੈ, ਹਰਿਆਣਾ ਦੀ ਅਸੈਂਬਲੀ ਹੈਗੀ ਹੈ, ਤਾਂ ਸਾਰੀਆਂ ਅਸੈਂਬਲੀਆਂ ਦਾ ਰਾਜੇ ਸਪੀਕਰ ਹੈਗਾ ਇੱਕ, ਠੀਕ ਹੈ। ਹਰ ਅਸੈਂਬਲੀ ਦਾ ਇੱਕ ਸਪੀਕਰ ਹੈਗਾ, ਠੀਕ ਹੈ। ਹੁਣ ਇਹ ਸਾਰੇ ਸਪੀਕਰ ਵੀ ਜਿਵੇਂ ਆਪਣੇ ਦੁਕਾਨਦਾਰ ਰਾਜੇ ਮਰਚੈਂਟਸ ਨੇ ਜਿਹੜੇ ਐਸੋਸੀਏਸ਼ਨ ਬਣਾ ਲੈਂਦੇ ਨੇ ਵੀ ਆੜ੍ਹਤੀ ਐਸੋਸੀਏਸ਼ਨ ਅੱਡ, ਠੀਕ ਹੈ, ਜਿਹੜੀ ਆਇਰਨ ਮਰਚੈਂਟਸ ਨੇ ਉਹਨਾਂ ਦੀ ਐਸੋਸੀਏਸ਼ਨ ਅਲੱਗ, ਤਾਂ ਇਹ ਵੀ ਜਿਹੜੇ ਸਾਰੇ ਸਪੀਕਰ ਨੇ ਇਹ ਵੀ ਆਪਣੀ ਇੱਕ ਸੰਸਥਾ ਬਣਾ ਲੈਂਦੇ ਨੇ, ਇਹ ਵੀ ਆਪਣੀ ਇੱਕ ਐਸੋਸੀਏਸ਼ਨ ਬਣਾ ਲੈਂਦੇ ਨੇ, ਠੀਕ ਹੈ। ਤਾਂ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਹੋਊਗੀ ਬੱਚੇ, ਇਹਨਾਂ ਦਾ ਜਿਹੜਾ ਕਾਨਫਰੰਸ ਹੋਊਗੀ, ਉਹਨਾਂ ਦਾ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਹੋਊਗਾ ਅਗੇਨ ਉਹ ਸੈਂਟਰ ਲੈਵਲ ਦਾ ਜਿਹੜਾ ਸਪੀਕਰ ਹੋਊਗਾ, ਓਬਵੀਅਸਲੀ ਗੱਲ ਹੈ, ਜਿਹੜਾ ਆਪਣਾ ਲੋਕ ਸਭਾ ਦਾ ਸਪੀਕਰ ਹੈ। ਸਮਝ ਆਉਂਦਾ ਆਪਾਂ ਨੂੰ, ਕਿਉਂਕਿ ਦੇਖੋ ਸਟੇਟਸ ਦੇ ਜਿਹੜੇ ਸਪੀਕਰ ਨੇ ਇਕੱਠੇ ਹੋ ਕੇ ਬੈਠਣਗੇ ਜਦੋਂ, ਤਾਂ ਸੈਂਟਰ ਦਾ ਜਿਹੜਾ ਬੰਦਾ ਹੋਊਗਾ, ਓਬਵੀਅਸਲੀ ਗੱਲ ਹੈ, ਸਪੀਕਰ ਜਿਹੜਾ ਆਪਣਾ ਲੋਕ ਸਭਾ ਦਾ ਹੋਊਗਾ ਉਹੀ ਇਹਨੂੰ ਚੇਅਰਮੈਨ ਬਣੂਗਾ ਇਸ ਕਮੇਟੀ ਦਾ, ਠੀਕ ਹੈ। ਤਾਂ ਜਿਹੜੀ ਇਹ ਕਾਨਫਰੰਸ ਹੋਊਗੀ, ਕਾਨਫਰੰਸ ਆਫ ਪ੍ਰੈਜ਼ਾਈਡਿੰਗ ਆਫੀਸਰਸ, ਠੀਕ ਹੈ। ਤਾਂ ਅਗਰ ਇਹ ਕਾਨਫਰੰਸ ਹੁੰਦੀ ਹੈ ਤਾਂ ਇਹਦਾ ਜਿਹੜਾ ਚੇਅਰਮੈਨ ਓਬਵੀਅਸਲੀ ਗੱਲ ਹੈ ਸਪੀਕਰ ਹੀ ਬਣੂਗਾ, ਠੀਕ ਹੈ। ਇਸ ਤੋਂ ਇਲਾਵਾ ਜੇ ਇਸ ਲੋਕ ਸਭਾ ਦੇ ਵਿੱਚ ਕਈ ਕਮੇਟੀਜ਼ ਹੁੰਦੀਆਂ ਨੇਗੀਆਂ, ਠੀਕ ਹੈ। ਆਪਾਂ ਪੜ੍ਹਾਂਗੇ ਪਾਰਲੀਮੈਂਟਰੀ ਕਮੇਟੀ, ਠੀਕ ਹੈ। ਤਾਂ ਕੁਝ ਥੋੜ੍ਹੇ ਜਿਵੇਂ ਹੁਣ ਦੇਖੋ ਪਾਰਲੀਮੈਂਟ ਦੇ ਵਿੱਚ ਨਾ 500 ਤੋਂ ਜ਼ਿਆਦਾ ਬੰਦਾ ਹੋ ਗਿਆ, ਠੀਕ ਹੈ, ਲੋਕ ਸਭਾ ਦੇ ਵਿੱਚ, ਤਾਂ ਹਮੇਸ਼ਾ 500 ਬੰਦਾ ਕੰਮ ਨਹੀਂ ਕਰ ਸਕਦਾ ਕਿਸੇ ਗੱਲ ਉੱਪਰ, ਤਾਂ ਆਪਾਂ ਕੀ ਕਰਦੇ ਆਪਾਂ ਛੋਟੇ ਛੋਟੇ ਟੁਕੜੇ ਬਣਾ ਦਿੰਦੇ ਹਾਂ, ਠੀਕ ਹੈ, ਵੀ ਤੂੰ ਇੰਨੇ ਕੰਮ ਦੇਖ, ਤੂੰ ਆਹ ਕੰਮ ਦੇਖ, ਤੂੰ ਆਹ ਕੰਮ ਦੇਖ। ਬੇਸਿਕਲੀ ਪਾਰਲੀਮੈਂਟ ਦੀਆਂ ਛੋਟੀ ਛੋਟੀ ਕਮੇਟੀਜ਼ ਬਣਾ ਦਿੰਦੇ ਹਾਂ, ਠੀਕ ਹੈ। ਤਾਂ ਉਹਨਾਂ ਦੇ ਵਿੱਚ ਕਮੇਟੀਜ਼ ਹੈਗੀਆਂ, ਇੱਕ ਹੈਗੀ ਹੈ ਬਿਜ਼ਨਸ ਐਡਵਾਈਜ਼ਰੀ ਕਮੇਟੀ, ਇੱਕ ਹੈਗੀ ਰੂਲਸ ਕਮੇਟੀ, ਠੀਕ ਹੈ, ਇੱਕ ਜਨਰਲ ਪਰਪਸ ਕਮੇਟੀ। ਤਾਂ ਇਹ ਕੁਝ ਬੇਸਿਕਲੀ ਕਮੇਟੀਜ਼ ਨੇਗੀਆਂ। ਜਿਹੜਾ ਆਪਣਾ ਸਪੀਕਰ ਹੈਗਾ ਰਾਜੇ, ਇਹ ਇਹਨਾਂ ਤਿੰਨਾਂ ਕਮੇਟੀਜ਼ ਦਾ ਇੱਕ ਚੇਅਰਮੈਨ ਹੈਗਾ, ਇਹ ਇੰਪੋਰਟੈਂਟ ਪੁਆਇੰਟ ਹੈਗਾ, ਠੀਕ ਹੈ, ਕਿ ਜਿਹੜਾ ਆਪਣਾ ਸਪੀਕਰ ਹੈ ਹੀ ਵਿਲ ਬੀ ਦ ਚੇਅਰਮੈਨ ਆਫ ਥੀਸ 3 ਕਮੇਟੀਜ਼ ਐਟਲੀਸਟ, ਠੀਕ ਹੈ ਜੀ। ਇਸ ਤੋਂ ਇਲਾਵਾ ਜਿਹੜੀਆਂ ਹੋਰ ਕਮੇਟੀਜ਼ ਨੇ ਬੱਚੇ, ਉਹਨਾਂ ਦਾ ਚੇਅਰਮੈਨ ਵੀ ਸਪੀਕਰ ਹੀ ਅਪਾਇੰਟ ਕਰਦਾ। ਧਿਆਨ ਨਾਲ ਸੁਣਨਾ, ਦੇਖੋ ਇਹ ਹੈਗਾ ਸਪੀਕਰ, ਤਾਂ ਸਪੀਕਰ ਰਾਜੇ ਖੁਦ ਹੈਗਾ ਚੇਅਰਮੈਨ ਇਹਨਾਂ ਕਮੇਟੀਜ਼ ਦਾ, ਇਹ 3 ਕਮੇਟੀਜ਼ ਦਾ ਚੇਅਰਮੈਨ ਸਪੀਕਰ ਖੁਦ ਹੈਗਾ। ਈਵਨ ਹੋਰ ਜਿਹੜੀਆਂ ਕਮੇਟੀਜ਼ ਰਹਿ ਗਈਆਂ ਰਾਜੇ, ਹੋਰ ਜਿਹੜੇ ਛੋਟੇ ਛੋਟੇ ਕਮੇਟੀਜ਼ ਰਹਿ ਗਈਆਂ, ਇਹਨਾਂ ਦਾ ਜਿਹੜਾ ਚੇਅਰਮੈਨ ਡਿਸਾਈਡ ਕਰਨਾ ਉਹ ਵੀ ਸਪੀਕਰ ਹੀ ਡਿਸਾਈਡ ਕਰੂਗਾ। ਦੇਖੋ ਧਿਆਨ ਦੁਬਾਰਾ ਸੁਣਨਾ, ਇੱਥੇ ਦਾ ਸਪੀਕਰ ਆਪ ਚੇਅਰਮੈਨ ਸੀਗਾ, ਇੱਥੇ ਚੇਅਰਮੈਨ ਜਿਹੜਾ ਚੁਣਨਾ ਰਾਜੇ ਉਹ ਵੀ ਸਪੀਕਰ ਖੁਦ ਹੀ ਚੁਣਦਾ ਹੈਗਾ, ਠੀਕ ਹੈ। ਇਹ ਫਰਕ ਹੈਗਾ ਵੀ ਜਿਹੜੀਆਂ ਹੋਰ ਕਮੇਟੀਜ਼ ਰਹਿ ਗਈਆਂ ਉਹਨਾਂ ਦਾ ਚੇਅਰਮੈਨ ਵੀ ਸਪੀਕਰ ਹੀ ਅਪਾਇੰਟ ਕਰਦਾ ਹੈਗਾ, ਠੀਕ ਹੈ ਬੱਚੇ। ਹੋਰ ਕੀ ਸਪੀਕਰ ਦਾ ਰਾਜੇ ਹੈਗਾ ਬੱਚੇ, ਆਪਣੇ ਕੋਲ ਇੱਕ 2 ਤਰ੍ਹਾਂ ਦੇ ਐਕਸਪੈਂਡੀਚਰ ਹੁੰਦੇ ਨੇ, 2 ਤਰ੍ਹਾਂ ਦੇ ਖਰਚੇ ਹੁੰਦੇ ਨੇ ਵੀ ਸਰਕਾਰ ਨੇ ਦੇਖੋ ਖਰਚਾ ਕਰਨਾ ਹੈਗਾ। ਸਰਕਾਰ ਦਾ ਕੀ ਕੰਮ ਹੈ, ਖਰਚਾ ਕਰਨਾ। ਤਾਂ ਖਰਚਾ 2 ਤਰ੍ਹਾਂ ਦਾ ਹੁੰਦਾ ਬੱਚੇ, ਇੱਕ ਹੁੰਦਾ ਮੇਡ ਫਰੋਮ, ਇੱਕ ਹੁੰਦਾ ਚਾਰਜਡ, ਠੀਕ ਹੈ। ਆਪਾਂ ਜ਼ਿਆਦਾ ਫਰਕ ਇਹਦਾ ਅੱਗੇ ਪੜਾਂਗੇ, ਠੀਕ ਹੈ। ਬੇਸਿਕਲੀ ਫਰਕ ਇਹ ਹੁੰਦਾ ਹੈ ਕਿ ਜਿਹੜਾ ਚਾਰਜਡ ਐਕਸਪੈਂਡੀਚਰ ਹੈ ਰਾਜੇ, ਇਹਦੇ ਵਿੱਚ ਕੋਈ ਟੋਕਾ ਟੋਕੀ ਨਹੀਂ ਕਰ ਸਕਦਾ, ਠੀਕ ਹੈ, ਵੀ ਇਹਦੇ ਵਿੱਚ ਇਹ ਤਾਂ ਜਿਹੜਾ ਖਰਚਾ ਕਰਨਾ ਹੀ ਪਊਗਾ। ਤਾਂ ਜਿਹੜਾ ਮੇਡ ਫਰੋਮ ਐਕਸਪੈਂਡੀਚਰ ਹੈ ਬੱਚੇ, ਇਹਦੇ ਵਿੱਚ ਟੋਕਾ ਟੋਕੀ ਹੋ ਸਕਦੀ ਹੈ, ਇਹਦੇ ਵਿੱਚ ਮਤਲਬ ਕੀ ਹੈ ਵੋਟਿੰਗ ਹੋ ਸਕਦੀ ਹੈ। ਬੇਸਿਕ ਆਪਾਂ ਇਹ ਪੜ੍ਹਦੇ ਹਾਂ ਵੋਟਿੰਗ ਦਾ ਮਤਲਬ ਕੀ ਹੈ ਵੀ ਇਹ ਖਰਚਾ ਪਾਸ ਹੋਊਗਾ, ਪਤਾ ਨਹੀਂ ਨਾ ਹੋਊਗਾ, ਪਤਾ ਨਹੀਂ ਕੀ ਗੱਲ ਹੋਊ, ਪਤਾ ਨਹੀਂ ਹੋਊਗੀ, ਹੈ ਨਾ, ਇਹ ਚੀਜ਼। ਬਟ ਚਾਰਜ ਦੇ ਵਿੱਚ ਕੋਈ ਵੋਟਿੰਗ ਵਾਲਾ ਸਿਸਟਮ ਹੈ ਹੀ ਨਹੀਂਗਾ, ਇਹ ਤਾਂ ਖਰਚਾ ਜੀ ਕਰਨਾ ਹੀ ਕਰਨਾ ਹੈਗਾ, ਠੀਕ ਹੈ, ਇਹ ਹੈਗਾ। ਤਾਂ ਹੁਣ ਜਿਹੜੀ ਸਪੀਕਰ ਦੀ ਸੈਲਰੀ ਹੈ ਉਹ ਵੀ ਇਸੇ ਖਰਚੇ 'ਚ ਆਉਂਦੀ ਹੈ ਵੀ ਇਹ ਤਾਂ ਖਰਚਾ ਹੋਊਗਾ ਹੀ ਹੋਊਗਾ, ਕੋਈ ਇਹਦੇ ਵਿੱਚ ਟੋਕਾ ਟੋਕੀ ਨਹੀਂ ਕਰ ਸਕਦਾ, ਕੋਈ ਪਾਰਲੀਮੈਂਟ ਕੋਈ ਲੋਕ ਸਭਾ ਦੇ ਵਿੱਚ ਵੋਟਿੰਗ ਵਗੈਰਾ ਟੋਕਾ ਟੋਕੀ ਨਹੀਂ ਕਰ ਸਕਦੀ ਹੈਗੀ, ਠੀਕ ਹੈ। ਤਾਂ ਸਪੀਕਰ ਦਾ ਸੈਲਰੀ ਤਾਂ ਤੁਹਾਨੂੰ ਦੇਣੀ ਹੀ ਪੈਣੀ ਹੈਗੀ। ਕਿਉਂ ਰਾਜੀ, ਰੀਜ਼ਨ ਕੀ ਹੈ ਇਹਦਾ, ਇੰਡੀਪੈਂਡੈਂਸ ਮੇਨਟੇਨ ਕਰਨ ਵਾਸਤੇ, ਵੀ ਸਪੀਕਰ ਨੂੰ ਕਿਸੇ ਤਰ੍ਹਾਂ ਦਾ ਦਬਾਅ ਨਾ ਹੋਵੇ। ਵਰਨਾ ਤਾਂ ਦੇਖੋ ਅਗਰ ਸਪੀਕਰ ਦੀ ਸੈਲਰੀ ਦੇ ਵਿੱਚ ਵੋਟਿੰਗ ਹੋਣ ਲੱਗੀ ਤਾਂ ਸਪੀਕਰ 'ਤੇ ਦਬਾਅ ਬਣੂਗਾ ਵੀ ਜੇ ਮੈਂ ਕਿਸੇ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਤਾ, ਕੁਛ ਐਕਸ਼ਨ ਲੈ ਲਿਆ, ਤਾਂ ਮੈਨੂੰ ਕੀ ਹੈ BJP ਨੇ ਵੋਟ ਨਹੀਂ ਕਰਨਾ, ਮੇਰੀ ਸੈਲਰੀ ਘਟਾ ਸਕਦੀ ਹੈ, ਠੀਕ ਹੈ। ਤਾਂ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਜਿਹੜੀ ਸਪੀਕਰ ਵਗੈਰਾ ਦੀ ਸੈਲਰੀ ਹੈ ਉਹਨੂੰ ਅਸੀਂ ਵੋਟਿੰਗ ਤੋਂ ਇੰਡੀਪੈਂਡੈਂਟ ਰੱਖਿਆ। ਅਸੀਂ ਇਹ ਵਾਲੇ ਪਾਰਟ ਦੇ ਵਿੱਚ ਪਾਤਾ ਜਿੱਥੇ ਕਿ ਵੋਟਿੰਗ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ, ਠੀਕ ਹੈ। ਤਾਂ ਇੱਕ ਇੰਡੀਪੈਂਡੈਂਸ ਮੇਨਟੇਨ ਕਰਨ ਵਾਸਤੇ। ਤਾਂ ਯਾਦ ਕੀ ਕਰਨਾ ਹੈ ਕਿ ਸਪੀਕਰ ਦੀ ਜਿਹੜੀ ਸੈਲਰੀ ਹੈ ਉਹ ਚਾਰਜਡ ਐਕਸਪੈਂਡੀਚਰ ਦੇ ਵਿੱਚ ਹੈ। ਬੱਚੇ ਮੈਂ ਇੱਕ ਚੀਜ਼ ਨੂੰ ਇੰਨਾ ਜ਼ਿਆਦਾ ਐਕਸਪਲੇਨ ਤਾਂ ਕਰ ਰਿਹਾ, ਸਾਰੇ ਕਾਸੇ ਦੀ ਲੋੜ ਪਊਗੀ ਆਪਾਂ ਨੂੰ, ਹਰ ਚੀਜ਼ ਦੀ ਲੋੜ ਪਏਗੀ। ਔਰ ਤੁਹਾਡਾ ਲੈਕਚਰ ਲਗਾਉਣ ਦਾ ਪਰਪਸ ਵੀ ਇਹੀ ਹੈ ਕਿ ਤੁਹਾਡੇ ਜਿਹੜੇ ਕਲੈਰਿਟੀ ਤੁਹਾਨੂੰ ਹਰ ਚੀਜ਼ ਦੀ ਆ ਜਾਏ, ਅਦਰਵਾਈਜ਼ ਤੁਸੀਂ ਬੁੱਕਸ ਦੇ ਵਿੱਚ ਵੀ ਪੜ੍ਹ ਸਕਦੇ ਸੀਗੇ, ਠੀਕ ਹੈ। ਔਰ ਜ਼ਿਆਦਾ ਸਟ੍ਰੈਸ ਮੈਂ ਇਸੇ ਕਰਕੇ ਦੇ ਰਿਹਾ ਕਿ ਜਦੋਂ ਆਪਾਂ ਇੱਕ ਵਾਰੀ ਪੜ੍ਹ ਲਿਆ, ਹੁਣ ਆਪਾਂ ਨੂੰ ਅੱਗੇ ਜ਼ਿਆਦਾ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਣੀ, ਠੀਕ ਹੈ। ਹੁਣ ਆਪਾਂ ਨੂੰ ਟਾਈਮ ਜ਼ਰੂਰ ਲੱਗ ਰਿਹਾ, ਬਟ ਜਦੋਂ ਆਪਾਂ ਹੌਲੀ ਹੌਲੀ ਹੋਰ ਪੜ੍ਹਾਂਗੇ ਚੀਜ਼ਾਂ ਫਿਰ ਬੜੀਆਂ ਫਾਸਟ ਹੋਣਗੀਆਂ, ਠੀਕ ਹੈ। ਹੁਣ ਮੈਨੂੰ ਬਾਰ-ਬਾਰ ਸਮਝਾਉਣਾ ਨਹੀਂ ਪਊਗਾ ਚਾਰਜਰ ਕੀ ਹੁੰਦਾ ਹੈਗਾ, ਤੁਸੀਂ ਇੱਕ ਵਾਰ ਸਮਝ ਲਓ, ਫਿਰ ਆਪਾਂ ਐਪਲੀਕੇਸ਼ਨ ਯੂਜ਼ ਕਰਾਂਗੇ ਜੀ ਸਿਰਫ, ਠੀਕ ਹੈ। ਸਪੀਕਰ ਦੀ ਹੋਰ ਕੀ ਪਾਵਰ ਹੈ ਬੱਚੇ, ਕਿ ਇਹ ਸਪੀਕਰ 7th ਰੈਂਕ ਹੈ ਰਾਜੇ। ਜਿਵੇਂ ਆਪਾਂ ਗੱਲ ਕਰੀਏ ਆਪਣਾ ਸਭ ਤੋਂ ਵੱਡੀ ਪੋਸਟ ਕਿਹਦੀ ਹੈ, ਪ੍ਰੈਜ਼ੀਡੈਂਟ ਦੀ ਹੈ। ਉਸ ਤੋਂ ਬਾਅਦ ਕਿਹਦੀ ਹੈ ਰਾਜੇ, ਵਾਈਸ ਪ੍ਰੈਜ਼ੀਡੈਂਟ ਦੀ ਹੈ, ਠੀਕ ਹੈ। ਫਿਰ PM ਦੀ ਹੈਗੀ ਹੈ। ਤਾਂ ਇੱਦਾਂ ਇੱਕ ਹਾਇਰਾਰਕੀ ਹੈਗੀ ਹੈ। ਤਾਂ ਸਪੀਕਰ ਇੰਨਾ ਕਿ ਇੰਪੋਰਟੈਂਟ ਹੈ ਬੱਚੇ ਕਿ ਜਿਵੇਂ 1 2 3
ਸਪੀਕਰ 7 ਨੰਬਰ 'ਤੇ ਆਉਂਦਾ ਬੱਚੇ, ਠੀਕ ਹੈ। 7 ਨੰਬਰ 'ਤੇ ਆਪਣਾ ਸਪੀਕਰ ਆਉਂਦਾ, ਤਾਂ ਕਾਫੀ ਅੱਛਾ ਰੈਂਕ ਹੈਗਾ, ਕਾਫੀ ਅੱਛਾ ਰੈਂਕ ਹੈਗਾ। ਔਰ ਇਸੇ ਰੈਂਕ 'ਤੇ ਰਾਜੇ ਕੌਣ ਆਉਂਦਾ ਹੋਰ, ਚੀਫ ਜਸਟਿਸ ਆਫ ਇੰਡੀਆ, ਦੋਨੋਂ 7th ਰੈਂਕ 'ਤੇ ਆਉਂਦੇ ਨੇ। ਚੀਫ ਜਸਟਿਸ ਆਫ ਇੰਡੀਆ ਅਤੇ ਸਪੀਕਰ ਆਫ ਲੋਕ ਸਭਾ ਦੋਨੋਂ 7th ਰੈਂਕ 'ਤੇ ਆਉਂਦੇ ਨੇ ਆਪਣੇ, ਠੀਕ ਹੈ, ਇੰਡੀਆ ਦੇ ਵਿੱਚ, ਅਲੋਂਗ ਵਿਦ ਚੀਫ ਜਸਟਿਸ ਆਫ ਇੰਡੀਆ, ਠੀਕ ਹੈ ਜੀ। ਅਗਰ ਤੁਹਾਨੂੰ ਪੁੱਛੇ ਬੱਚੇ ਕਿ ਸਪੀਕਰ ਨੂੰ ਸਹੁੰ ਕੌਣ ਚੁਕਾਉਂਦਾ ਹੈ, ਤਾਂ ਉਹਦਾ ਆਨਸਰ ਹੋਊਗਾ ਰਾਜੇ ਕੋਈ ਵੀ ਨਹੀਂ, ਕਿਉਂਕਿ ਸਪੀਕਰ ਦੀ ਕੋਈ ਸਹੁੰ ਹੀ ਨਹੀਂ ਹੁੰਦੀ, ਨੋ ਓਥ। ਇਹ ਵੀ ਧਿਆਨ ਦੇਣਾ ਤੁਸੀਂ ਕਿ ਸਪੀਕਰ ਦੀ ਕੋਈ ਸਹੁੰ ਨਹੀਂ ਹੁੰਦੀ ਸਪੈਸੀਫਿਕਲੀ ਵੀ ਹਾਂ ਜੀ ਮੈਂ ਈਸ਼ਵਰ ਕੋ ਸਾਕਸ਼ੀ ਮੰਨ ਕੇ ਆਪਣਾ ਸਪੀਕਰ ਦਾ ਪਦ ਸੰਭਾਲਦਾ ਹੂੰ, ਹੈ ਨਾ, ਇੱਦਾਂ ਕੁਝ ਨਹੀਂ ਹੈਗਾ। ਸਪੀਕਰ ਦੀ ਕੋਈ ਵੀ ਜਿਹੜੀ ਸਹੁੰ ਹੈਗੀ ਨਹੀਂ ਹੈਗੀ, ਜੋ ਸਹੁੰ ਹੈਗੀ ਹੈ ਐਜ਼ ਐਨ MP ਹੀ ਹੈਗੀ ਹੈ, ਠੀਕ ਹੈ। ਇੱਕ ਹੋਰ ਆਫਿਸਰ ਹੁੰਦਾ ਆਪਣੇ ਕੋਲ ਡਿਪਟੀ ਸਪੀਕਰ। ਮੈਂ ਇੱਕ ਟਾਈਮ ਦੇਖਣਾ ਬੱਚੇ, ਡਿਪਟੀ ਸਪੀਕਰ ਦੇ ਵਿੱਚ ਕੀ ਹੈਗਾ, ਦੇਖੋ ਓਬਵੀਅਸ ਗੱਲ ਹੈ, ਡਿਪਟੀ ਦਾ ਕੀ ਮਤਲਬ ਹੋਊਗਾ ਵੀ ਜਦੋਂ ਸਪੀਕਰ ਨਹੀਂ ਹੋਊਗਾ ਉਦੋਂ ਡਿਪਟੀ ਕੰਮ ਕਰੂਗਾ, ਠੀਕ ਹੈ, ਇਹੀ ਮਤਲਬ ਹੁੰਦਾ ਮੋਟਾ ਜਿਹਾ। ਤਾਂ ਜਿਵੇਂ ਸਪੀਕਰ ਨੂੰ ਰਾਜੇ ਲੋਕ ਸਭਾ ਨੇ ਆਪ ਹੀ ਇਲੈਕਟ ਕੀਤਾ ਸੀ, ਉਸੇ ਤਰ੍ਹਾਂ ਡਿਪਟੀ ਨੂੰ ਵੀ ਲੋਕ ਸਭਾ ਆਪ ਹੀ ਇਲੈਕਟ ਕਰਦੀ ਹੈ। ਰਾਜੇ ਹਰ ਵਰਡ ਜਿਹੜਾ ਇਹਦੇ ਵਿੱਚ ਸਲਾਈਡ ਦੇ ਵਿੱਚ ਲਿਖਿਆ ਹੋਇਆ ਜਾਂ ਮੈਂ ਬੋਲ ਰਿਹਾ ਕਾਫੀ ਇੰਪੋਰਟੈਂਟ ਹੈ, ਹਰ ਚੀਜ਼ ਨੂੰ ਤਵੱਜੋ ਦੇਣੀ ਹੈ, ਠੀਕ ਹੈ। ਕੋਈ ਵੀ ਤੁਸੀਂ ਇਗਨੋਰ ਨਹੀਂ ਕਰਨੀ ਚਾਹੀਦੀ ਵੀ ਮਾਸਟਰ ਬੋਲੀ ਜਾਂਦਾ ਕੋਈ ਗੱਲ ਨਹੀਂ, ਠੀਕ ਹੈ, ਹਰ ਚੀਜ਼ ਨੂੰ ਤਵੱਜੋ ਦੇਣੀ ਹੈਗੀ। ਡੇਟ ਆਫ ਇਲੈਕਸ਼ਨ ਆਫ, ਜਿਹੜੀ ਹੁਣ ਆਪਣੇ ਪਹਿਲਾਂ ਕੀ ਕੀਤਾ ਸੀ ਬੱਚੇ ਕਿ ਸਪੀਕਰ ਦੀ ਇਲੈਕਸ਼ਨ ਦੀ ਡੇਟ ਕੌਣ ਡਿਸਾਈਡ ਕਰਦਾ ਸੀ, ਪ੍ਰੈਜ਼ੀਡੈਂਟ ਡਿਸਾਈਡ ਕਰਦਾ ਸੀ। ਹੁਣ ਡਿਪਟੀ ਸਪੀਕਰ ਦੀ ਇਲੈਕਸ਼ਨ ਦੀ ਡੇਟ ਕੌਣ ਡਿਸਾਈਡ ਕਰੂਗਾ, ਸਪੀਕਰ ਡਿਸਾਈਡ ਕਰੂਗਾ। ਧਿਆਨ ਦੇਣਾ ਇਸ ਚੀਜ਼ 'ਤੇ, ਡੇਟ ਆਫ ਇਲੈਕਸ਼ਨ ਆਫ ਡਿਪਟੀ ਸਪੀਕਰ ਇਜ਼ ਫਿਕਸਡ ਬਾਏ ਸਪੀਕਰ। ਇਹਦੀ ਖੁਦ ਦੀ ਡੇਟ ਕਿਹਨੇ ਡਿਸਾਈਡ ਕੀਤੀ ਸੀ, ਪ੍ਰੈਜ਼ੀਡੈਂਟ ਡਿਸਾਈਡ ਕੀਤੀ ਸੀ। ਓਬਵੀਅਸਲੀ ਗੱਲ ਹੈ, ਜਦੋਂ ਸਪੀਕਰ ਦਾ ਆਫਿਸ ਰਾਜੇ ਵੇਕੈਂਟ ਹੋਊਗਾ ਉਦੋਂ ਡਿਪਟੀ ਸਪੀਕਰ ਕੰਮ ਕਰਦਾ। ਜਦੋਂ ਸਪੀਕਰ ਆਪਣਾ ਕੰਮ ਨਹੀਂ ਕਰ ਪਾ ਰਿਹਾ, ਕੋਈ ਬਿਮਾਰ ਹੈ ਜਾਂ ਮਤਲਬ ਨਹੀਂ ਹੈਗਾ ਸਪੀਕਰ, ਉਦੋਂ ਡਿਪਟੀ ਕੰਮ ਕਰੂਗਾ, ਓਬਵੀਅਸਲੀ ਗੱਲ ਹੈ। ਬਟ ਰਾਜੇ ਇੱਕ ਤਰ੍ਹਾਂ ਦਾ ਕੋਈ ਸਬੋਰਡੀਨੇਟ ਨਹੀਂ ਹੈਗਾ ਵੀ ਕੋਈ ਸਪੀਕਰ ਦਾ ਜੂਨੀਅਰ ਨਹੀਂ ਬੰਦਾ ਹੈਗਾ, ਆਪਣਾ ਇੰਡੀਪੈਂਡੈਂਟ ਹੈਗਾ, ਲੋਕ ਸਭਾ ਨੂੰ ਆਪਣਾ ਆਪ ਦਾ ਜਵਾਬ ਦੇ ਹੈਗਾ ਇਹ ਚੀਜ਼, ਠੀਕ ਹੈ। ਸਿੰਸ ਰਾਜੇ ਮਤਲਬ ਕੀ ਹੈ, ਸਿੰਪਲ ਜੀ ਗੱਲ ਹੈ ਵੀ ਇਹਦਾ ਕੋਈ ਜੂਨੀਅਰ ਅਫਸਰ ਨਹੀਂ ਹੈਗਾ, ਠੀਕ ਹੈ, ਵੀ ਇਹਦਾ ਕੋਈ ਐਮਪਲੋਈ ਨਹੀਂ ਹੈਗਾ ਜਾਂ ਕੋਈ ਸਬੋਰਡੀਨੇਟ ਨਹੀਂ ਹੈਗਾ ਸਪੀਕਰ ਦਾ। ਜੇ ਆਪਾਂ ਡਿਪਟੀ ਸਪੀਕਰ ਕਹਿੰਦੇ ਹਾਂ ਤਾਂ ਕੋਈ ਸਪੀਕਰ ਦਾ ਸਬੋਰਡੀਨੇਟ ਨਹੀਂ ਹੈਗਾ ਇਹ। ਜਿਵੇਂ ਸਪੀਕਰ ਰਾਜੇ ਲੋਕ ਸਭਾ ਦੇ ਵਿੱਚ ਇੰਡੀਪੈਂਡੈਂਟ ਹੈਗਾ, ਉਸੇ ਤਰ੍ਹਾਂ ਡਿਪਟੀ ਸਪੀਕਰ ਦਾ ਆਪਦਾ ਵਜੂਦ ਆ ਲੋਕ ਸਭਾ ਦੇ ਵਿੱਚ, ਠੀਕ ਹੈ। ਹਾਂ, ਇਹ ਜ਼ਰੂਰ ਹੈ ਵੀ ਜਦੋਂ ਸਪੀਕਰ ਨਹੀਂ ਹੁੰਦਾ ਉਦੋਂ ਕੰਮ ਕਰਦਾ ਹੈ, ਬਟ ਸਟਿਲ ਹੀ ਇਜ਼ ਇੰਡੀਪੈਂਡੈਂਟ ਇਨ ਹਿਜ਼ ਫੰਕਸ਼ਨਸ। ਅਗਰ ਗੱਲ ਕਰੀਏ ਬੱਚੇ ਕਿ ਸਿੰਸ 11th ਲੋਕ ਸਭਾ, ਜਿਵੇਂ ਆਪਣੀ ਪ੍ਰੈਜ਼ੈਂਟ ਕਿੰਨਵੀਂ ਹੈ ਰਾਜੇ, 17th ਲੋਕ ਸਭਾ ਹੈਗੀ, ਠੀਕ ਹੈ। ਤਾਂ 11ਵੀਂ ਲੋਕ ਸਭਾ ਤੋਂ ਬਾਅਦ ਰਾਜੇ ਜਿਹੜਾ ਇਹ ਡਿਪਟੀ ਸਪੀਕਰ ਦਾ ਆਫਿਸ ਹੈਗਾ, ਪੋਸਟ ਹੈਗੀ ਹੈ, ਇੱਕ ਕਨਵੈਨਸ਼ਨ ਬਣੀ ਹੋਈ ਹੈ ਕਿ ਜਿਹੜੀ ਤੁਸੀਂ ਤੁਹਾਡੀ ਮੇਨ ਓਪੋਜੀਸ਼ਨ ਪਾਰਟੀ ਹੈਗੀ, ਜਿਵੇਂ ਕਿ ਅੱਜ ਕਾਂਗਰਸ ਹੈਗੀ ਹੈ, ਤਾਂ ਦੇਖੋ ਸਪੀਕਰ ਦਾ ਕਿਹਦਾ ਬਣਦਾ ਰਾਜੇ, ਸਪੀਕਰ ਤਾਂ ਓਬਵੀਅਸ ਜੀ ਗੱਲ ਹੈ ਰੂਲਿੰਗ ਪਾਰਟੀ ਦਾ ਹੀ ਬਣੇਗਾ, ਠੀਕ ਹੈ। ਓਮ ਬਿਰਲਾ ਸਾਹਿਬ BJP ਦੀ ਟਿਕਟ ਤੋਂ ਹੀ ਇਲੈਕਸ਼ਨ ਜਿੱਤੇ ਸੀਗੇ ਪਹਿਲੀ ਗੱਲ, ਠੀਕ ਹੈ। ਤਾਂ ਸਪੀਕਰ ਤਾਂ ਓਬਵੀਅਸ ਜੀ ਗੱਲ ਰੂਲਿੰਗ ਪਾਰਟੀ ਦਾ ਹੀ ਬਣੂਗਾ। ਬਟ ਇਸੇ ਚੀਜ਼ ਨੂੰ ਥੋੜ੍ਹਾ ਕੰਪਨਸੇਟ ਕਰਨ ਵਾਸਤੇ ਵੀ ਹਰ ਚੀਜ਼ ਰੂਲਿੰਗ ਪਾਰਟੀ ਦੇ ਅੰਡਰ ਨਾ ਹੋ ਜੇ, ਇੱਕ ਕਨਵੈਨਸ਼ਨ ਬਣ ਗਈ, ਇੱਕ ਥੋੜ੍ਹਾ ਜਿਹਾ ਮਤਲਬ ਇੱਕ ਮਤਲਬ ਸਮਝੌਤਾ ਜਿਹਾ ਕਰ ਲਿਆ, ਮਤਲਬ ਜਿਹੜਾ ਕਿ ਅਣਕਿਹਾ ਸਮਝੌਤਾ ਆਪਾਂ ਕਹਿ ਸਕਦੇ, ਟਾਸਿਟ ਵਰਡ ਯੂਜ਼ ਕਰਦੇ ਹਾਂ। ਇੱਕ ਟਾਸਿਟ ਐਗਰੀਮੈਂਟ ਜਿਹਾ ਹੈਗਾ ਵੀ ਹਾਂ ਚਲੋ ਇਹ ਚੰਗੀ ਗੱਲ ਹੈਗੀ, ਵਧੀਆ ਗੱਲ ਹੈਗੀ ਕਿ ਹਾਂ ਚਲੋ ਸਪੀਕਰ ਸਾਡੇ ਕੋਲ ਹੈਗਾ, ਤਾਂ ਆਪਾਂ ਡਿਪਟੀ ਸਪੀਕਰ ਦੀ ਜਿਹੜੀ ਪੋਸਟ ਹੈ ਉਹ ਓਪੋਜੀਸ਼ਨ ਪਾਰਟੀ ਨੂੰ ਦੇ ਦਿੰਦੇ ਹਾਂ। ਤਾਂ ਇੱਕ ਕਨਵੈਨਸ਼ਨ ਬਣੀ ਹੋਈ ਹੈਗੀ। ਹੁਣ ਬੱਚੇ ਅਗਰ ਡਿਪਟੀ ਸਪੀਕਰ ਨੇ ਰਿਜ਼ਾਈਨ ਕਰਨਾ ਹੈਗਾ ਤਾਂ ਉਹਨੂੰ ਆਪਣਾ ਤਿਆਗ ਪੱਤਰ ਕਿਹਨੂੰ ਦੇਗਾ ਬੱਚੇ, ਉਹ ਸਪੀਕਰ ਨੂੰ ਦੇਗਾ, ਠੀਕ ਹੈ। ਸਪੀਕਰ ਨੇ ਆਪਣਾ ਤਿਆਗ ਪੱਤਰ ਕਿਹਨੂੰ ਦੇਣਾ ਸੀਗਾ, ਡਿਪਟੀ ਸਪੀਕਰ ਨੂੰ। ਤਾਂ ਦੋਨੇ ਇੱਕ ਦੂਸਰੇ ਨੂੰ ਆਪਣਾ ਕੀ ਹੈ ਤਿਆਗ ਪੱਤਰ ਦਿੰਦੇ ਨੇਗੇ, ਜਿਵੇਂ ਆਪਾਂ ਨੇ ਕਿੱਥੇ ਕੀਤਾ ਸੀ ਬੱਚੇ, ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਵਾਲੇ ਸੀਨ ਦੇ ਵਿੱਚ, ਕਿ ਜਿਹੜਾ ਪ੍ਰੈਜ਼ੀਡੈਂਟ ਨੇ ਤਿਆਗ ਪੱਤਰ ਦੇਣਾ ਉਹ ਵਾਈਸ ਪ੍ਰੈਜ਼ੀਡੈਂਟ ਨੂੰ ਦੇਗਾ, ਅਗਰ VP ਨੇ ਤਿਆਗ ਪੱਤਰ ਦੇਣਾ ਤਾਂ ਉਹ ਪ੍ਰੈਜ਼ੀਡੈਂਟ ਨੂੰ ਦੇਗਾ। ਉਸੇ ਤਰ੍ਹਾਂ ਅਗਰ ਸਪੀਕਰ ਨੇ ਤਿਆਗ ਪੱਤਰ ਦੇਣਾ ਡਿਪਟੀ ਨੂੰ ਦੇਗਾ, ਅਗਰ ਡਿਪਟੀ ਨੇ ਤਿਆਗ ਪੱਤਰ ਦੇਣਾ ਤਾਂ ਉਹ ਸਪੀਕਰ ਨੂੰ ਦੇਗਾ, ਇੱਕ ਦੂਸਰੇ ਨੂੰ ਦੇਣਗੇ। ਅਗੇਨ ਡਿਪਟੀ ਦੀ ਵੀ ਕੋਈ ਓਥ ਨਹੀਂ ਹੈਗੀ, ਜਦੋਂ ਸਪੀਕਰ ਦੀ ਓਥ ਨਹੀਂ ਹੈਗੀ ਫਿਰ ਡਿਪਟੀ ਦੀ ਕਿਵੇਂ ਹੋ ਸਕਦੀ ਹੈ। ਥੋੜ੍ਹੀ ਜਿਹੀ ਹਿਸਟਰੀ ਦੇ ਵਿੱਚ ਜਾਣਦੇ ਬੱਚੇ ਆਪਾਂ ਇਸ ਆਫਿਸ ਦੀ। ਗਵਰਨਮੈਂਟ ਆਫ ਇੰਡੀਆ ਐਕਟ ਆਪਣਾ ਹੁੰਦਾ ਰਾਜੇ, ਮੌਂਟਫੋਰਡ ਰਿਫਾਰਮਸ ਪੜ੍ਹਦੇ ਆਪਾਂ ਮਾਡਰਨ ਹਿਸਟਰੀ ਵਿੱਚ, ਮੌਂਟਫੋਰਡ ਰਿਫਾਰਮਸ, ਮੌਂਟਫੋਰਡ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਕੀ ਸੀ ਰਾਜੇ, ਇਸੇ ਐਕਟ ਦੇ ਨਾਲ ਸਾਡੇ ਕੋਲ ਨਵੇਂ ਆਫਿਸ ਆਏ, ਇਸੇ ਐਕਟ ਦੇ ਨਾਲ ਰਾਜੇ ਕੀ ਬਣਿਆ, ਸੈਂਟਰਲ ਲੈਜਿਸਲੇਟਿਵ ਅਸੈਂਬਲੀ ਬਣੀ, ਠੀਕ ਹੈ। ਮਤਲਬ ਇੱਕ ਸੈਂਟਰ ਲੈਵਲ 'ਤੇ ਪਾਰਲੀਮੈਂਟ ਵਰਗੀ ਚੀਜ਼ ਬਣੀ, ਕਿਉਂਕਿ ਇਹ ਤੋਂ ਪਹਿਲਾਂ ਤਾਂ ਕੁਛ ਹੈ ਹੀ ਨਹੀਂ ਸੀਗਾ। ਹੁਣ ਜਿਹੜੀ ਅਸਲੀ ਇਲੈਕਸ਼ਨ ਹੋਣ ਲੱਗੇ ਸੀਗੇ, ਡਾਇਰੈਕਟ ਇਲੈਕਸ਼ਨ ਹੋਣ ਲੱਗੇ ਸੀਗੇ, ਠੀਕ ਹੈ, ਇਸ ਐਕਟ ਦੇ ਨਾਲ। ਤਾਂ ਹੁਣ ਜਿਹੜੀ ਪਾਰਟੀ ਸਿਸਟਮ ਆ ਗਿਆ ਸੀ, ਔਰ ਹੁਣ ਅਸੈਂਬਲੀ ਬਣੀ ਸੀ ਪ੍ਰੋਪਰ ਤਰੀਕੇ ਨਾਲ, ਠੀਕ ਹੈ। ਹੁਣ ਜਦੋਂ ਪ੍ਰੋਪਰ ਤਰੀਕੇ ਨਾਲ ਅਸੈਂਬਲੀ ਬਣ ਗਈ, ਫਿਰ ਇਹਦਾ ਜਿਹੜਾ ਰਾਜੇ ਪ੍ਰੀਜ਼ਾਈਡਿੰਗ ਆਫਿਸਰ ਵੀ ਚਾਹੀਦਾ। ਤਾਂ ਹੁਣ ਰਾਜੇ ਇਹ ਆਫਿਸ ਬਣਿਆ ਆਪਣਾ, ਕਿਉਂਕਿ ਆਪਾਂ ਕੀ ਪੜ੍ਹ ਰਹੇ ਹਾਂ, ਸਪੀਕਰ ਬਾਰੇ ਪੜ੍ਹ ਰਹੇ ਹਾਂ। ਤਾਂ ਜਿਹੜੀ ਇਹ ਸਪੀਕਰ ਦੇ ਆਫਿਸ ਦੀ ਹਿਸਟਰੀ ਹੈ ਤਾਂ ਉਹਦੇ ਬਾਰੇ ਵੀ ਪੜ੍ਹਨਾ ਜ਼ਰੂਰੀ ਹੈ, ਠੀਕ ਹੈ। ਤਾਂ 1919 ਵਾਲੇ ਐਕਟ ਦੇ ਵਿੱਚ ਪਹਿਲੀ ਵਾਰੀ ਆਪਣੇ ਕੋਲ ਨਵੇਂ ਆਫਿਸ ਆਏ, ਉਹਨੂੰ ਆਪਾਂ ਰਾਜੇ ਪ੍ਰੈਜ਼ੀਡੈਂਟ ਅਤੇ ਡਿਪਟੀ ਪ੍ਰੈਜ਼ੀਡੈਂਟ ਕਹਿੰਦੇ ਸੀਗੇ, ਠੀਕ ਹੈ। ਬਸ ਨਾਮ ਦਾ ਹੀ ਫਰਕ ਹੈ। ਅਸਲ ਦੇ ਵਿੱਚ ਇਹ ਕਿਉਂ ਸੀ ਰਾਜੇ, ਅਸਲ ਦੇ ਵਿੱਚ ਇਹ ਸਪੀਕਰ ਹੀ ਸੀਗਾ ਆਪਣਾ, ਠੀਕ ਹੈ। ਸਪੀਕਰ ਅਤੇ ਡਿਪਟੀ ਸਪੀਕਰ, ਬਸ ਉਹ ਸਪੀਕਰ ਕਹਿਣ ਦੀ ਬਜਾਏ ਕੀ ਕਹਿੰਦੇ ਸੀ ਆਪਦੇ ਆਪ ਨੂੰ, ਪ੍ਰੈਜ਼ੀਡੈਂਟ ਅਤੇ ਡਿਪਟੀ ਪ੍ਰੈਜ਼ੀਡੈਂਟ। ਈਵਨ ਕਿ ਰਾਜੇ ਇਹ ਜਿਹੜਾ ਨਾਮ ਸੀ
ਇਹ ਆਜ਼ਾਦੀ ਤੱਕ ਇਹੀ ਚੱਲਦਾ ਰਿਹਾ, ਠੀਕ ਹੈ। 1947 ਤੱਕ ਅਸੀਂ ਜਿਹੜਾ ਜਿਵੇਂ ਮੰਨ ਲਓ ਆਪਣਾ ਰਾਜੀ ਅਸੈਂਬਲੀ ਹੈਗੀ ਹੈ, ਅਸੈਂਬਲੀ ਦਾ ਜਿਹੜਾ ਚੇਅਰਮੈਨ ਸੀਗਾ, ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਸੀ, ਉਹਨੂੰ ਅਸੀਂ ਪ੍ਰੈਜ਼ੀਡੈਂਟ ਹੀ ਕਹਿੰਦੇ ਆ ਰਹੇ ਸੀ, ਵੀ ਪ੍ਰੈਜ਼ੀਡੈਂਟ ਆਫ ਸੈਂਟਰਲ ਲੈਜਿਸਲੇਟਿਵ ਅਸੈਂਬਲੀ, ਠੀਕ ਹੈ। ਆਜ਼ਾਦੀ ਤੱਕ ਐਟਲੀਸਟ। ਆਜ਼ਾਦੀ ਤੋਂ ਬਾਅਦ ਅਸੀਂ ਜਿਹੜਾ ਨਾਮ ਚੇਂਜ ਕੀਤਾ ਤੇ ਉਹਨੂੰ ਸਪੀਕਰ ਤੇ ਡਿਪਟੀ ਸਪੀਕਰ ਕੀਤਾ ਹੈਗਾ, ਠੀਕ ਹੈ। ਪਹਿਲਾਂ ਅਸੀਂ ਨਾਮ ਜਿਹੜਾ ਪ੍ਰੈਜ਼ੀਡੈਂਟ ਤੇ ਡਿਪਟੀ ਪ੍ਰੈਜ਼ੀਡੈਂਟ ਹੀ ਯੂਜ਼ ਕਰਦੇ ਸੀਗੇ, ਠੀਕ ਹੈ ਬੱਚੇ। ਤਾਂ ਇਸ ਐਕਟ ਦੇ ਨਾਲ ਪਹਿਲੀ ਵਾਰੀ ਆਫਿਸ ਬਣੇ ਇਹ, ਠੀਕ ਹੈ। ਹੁਣ ਪਹਿਲਾਂ ਕੌਣ ਬਣਿਆ ਸੀਗਾ 1921 ਦੇ ਵਿੱਚ, ਜਿਹੜੇ ਪਹਿਲਾ ਪ੍ਰੈਜ਼ੀਡੈਂਟ ਬਣਿਆ ਸੀ ਰਾਜੇ ਉਹ ਫਰੈਡਰਿਕ ਵਾਈਟ ਸੀ ਉਹਦਾ ਨਾਮ, ਔਰ ਪਹਿਲਾ ਡਿਪਟੀ ਜਿਹੜਾ ਸੀਗਾ ਉਹ ਰਾਜੇ ਸਚਿਦਾਨੰਦ ਸਿਨਹਾ ਸੀਗਾ, ਠੀਕ ਹੈ। 1921 ਦੇ ਵਿੱਚ ਗੱਲ ਕਰਦਾ। 1925 ਦੇ ਵਿੱਚ ਰਾਜੇ ਜਿਹੜਾ ਪਹਿਲਾ ਇੰਡੀਅਨ ਸੀਗਾ ਆਪਣਾ ਵਿਠਲ ਭਾਈ ਪਟੇਲ, ਹੀ ਵਾਸ ਦ ਫਰਸਟ ਇੰਡੀਅਨ ਐਂਡ ਫਰਸਟ ਇਲੈਕਟਡ ਸਪੀਕਰ ਆਫ ਸੈਂਟਰਲ ਲੈਜਿਸਲੇਟਿਵ ਅਸੈਂਬਲੀ, ਠੀਕ ਹੈ। ਓਬਵੀਅਸਲੀ ਸਪੀਕਰ ਨੂੰ ਇੱਥੇ ਕੀ ਕਿਹਾ ਜਾਂਦਾ ਸੀ, ਪ੍ਰੈਜ਼ੀਡੈਂਟ ਕਿਹਾ ਜਾਂਦਾ ਸੀਗਾ, ਠੀਕ ਹੈ। ਪ੍ਰੈਜ਼ੀਡੈਂਟ ਆਫ ਅਸੈਂਬਲੀ, ਦਿਸ ਸੈਂਟਰਲ ਲੈਜਿਸਲੇਟਿਵ ਅਸੈਂਬਲੀ, ਠੀਕ ਹੈ। ਤਾਂ ਤੁਸੀਂ ਧਿਆਨ ਦੇਣਾ ਬੱਚੇ, ਦੇਖੋ ਪਹਿਲਾਂ 1921 ਦੇ ਵਿੱਚ ਕੀ ਸੀਗਾ, 1921 ਦੇ ਵਿੱਚ ਕੋਈ ਇਲੈਕਸ਼ਨ ਨਹੀਂ ਹੋਏ ਸੀਗੇ। ਇਸ ਕੁਰਸੀ 'ਤੇ ਜਿਹੜਾ ਬੰਦਾ ਬੈਠਾ ਸੀਗਾ, ਸਿੰਪਲੀ ਜਿਹੜਾ ਇੱਥੇ ਸਾਡਾ ਗਵਰਨਰ ਜਨਰਲ ਜਾਂ ਵਾਇਸਰੋਏ ਸੀਗਾ, ਸਿੰਪਲੀ ਵਾਇਸਰੋਏ ਨੇ ਖੁਦ ਹੀ ਬਿਠਾਤਾ ਸੀ ਕਿਸੇ ਨੂੰ ਵੀ, ਠੀਕ ਹੈ। ਵਾਇਸਰੋਏ ਨੇ ਖੁਦ ਹੀ ਆਪਣਾ ਪ੍ਰੈਜ਼ੀਡੈਂਟ ਬਣਾਤਾ, ਖੁਦ ਹੀ ਡਿਪਟੀ ਪ੍ਰੈਜ਼ੀਡੈਂਟ ਬਣਾਤਾ, ਖੁਦ ਹੀ ਸਪੀਕਰ ਬਣਾਤਾ, ਖੁਦ ਹੀ ਡਿਪਟੀ ਸਪੀਕਰ ਬਣਾਤਾ ਕਿਸੇ ਨੂੰ, ਆਪਣੇ ਬੰਦਿਆਂ ਨੂੰ, ਠੀਕ ਹੈ। ਬਟ 1925 ਦੇ ਵਿੱਚ ਇੱਦਾਂ ਨਹੀਂ ਹੋਇਆ। 1925 ਦੇ ਵਿੱਚ ਕੀ ਹੋਇਆ, ਇਲੈਕਸ਼ਨ ਹੋਏ, ਠੀਕ ਹੈ। ਤਾਂ ਵਿਠਲ ਭਾਈ, ਕਿਉਂਕਿ ਹੁਣ ਇਲੈਕਸ਼ਨ ਹੋਏ, ਹੁਣ ਇਲੈਕਸ਼ਨ ਦੇ ਵਿੱਚ ਤਾਂ ਓਬਵੀਅਸਲੀ ਅਸੀਂ ਆਪਣੇ ਇੰਡੀਅਨਸ ਨੂੰ ਹੀ ਵੋਟ ਕਰਾਂਗੇ, ਠੀਕ ਹੈ। ਤਾਂ ਹੁਣ ਇੱਥੇ ਕੀ ਹੋਇਆ ਰਾਜੇ, ਪਟੇਲ ਸਾਹਿਬ ਨੂੰ ਵੋਟ ਹੋਈ, ਵਿਠਲ ਭਾਈ ਪਟੇਲ ਨੂੰ ਵੋਟਿੰਗ ਹੋਈ, ਔਰ ਇਹ ਜਿਹੜੇ ਆਪਣੇ ਪਹਿਲੇ ਇੰਡੀਅਨ ਬਣੇ ਜਿਹੜੇ ਕਿ ਪ੍ਰੈਜ਼ੀਡੈਂਟ ਬਣੇ, ਮਤਲਬ, ਠੀਕ ਹੈ, ਸਪੀਕਰ। ਇੱਥੇ ਤਾਂ ਜਿਹੜੇ ਸਚਿਦਾਨੰਦ ਸਿਨਹਾ ਸੀ ਇਹ ਵੀ ਸਾਡੇ ਇੰਡੀਅਨ ਹੀ ਨੇ, ਬਟ ਇਹ ਕੀ ਬਣੇ ਸੀ, ਡਿਪਟੀ ਬਣੇ ਸੀ, ਨਾ ਕਿ ਪ੍ਰੈਜ਼ੀਡੈਂਟ ਬਣੇ ਸੀਗੇ। ਤਾਂ ਵਿਠਲ ਭਾਈ ਪਟੇਲ ਜਿਹੜੇ ਸੀਗੇ ਰਾਜੇ ਪਹਿਲੇ ਸਾਡੇ ਇਲੈਕਟਡ ਸਪੀਕਰ ਸੀ ਔਰ ਪਹਿਲੇ ਇੰਡੀਅਨ ਸੀਗੇ, ਠੀਕ ਹੈ। ਇਹ ਧਿਆਨ ਰੱਖਣਾ ਤੁਸੀਂ, 1925 ਵਾਲਾ ਪੁਆਇੰਟ ਇੰਪੋਰਟੈਂਟ ਹੈ, ਇਹਨੂੰ ਥੋੜ੍ਹਾ ਜਿਹਾ ਤੁਸੀਂ ਬਰੀਫ ਦੇ ਵਿੱਚ ਪੜ੍ਹ ਲਓ। ਦੁਬਾਰਾ ਦੱਸਣਾ ਬੱਚੇ, ਜਿਹੜੇ ਵਿਠਲ ਭਾਈ ਪਟੇਲ ਸੀ, ਇੱਕ ਤਾਂ ਦੇਖੋ ਪਹਿਲੇ ਇੰਡੀਅਨ ਸੀਗੇ, ਫਰਸਟ ਇੰਡੀਅਨ ਕੀ ਸੀਗੇ, ਸਪੀਕਰ, ਔਰ ਪਹਿਲੇ ਇਲੈਕਟਡ ਵੀ ਸੀਗੇ, ਚਾਹੇ ਇੰਡੀਅਨ ਕਹਿ ਲਓ ਚਾਹੇ ਤੁਸੀਂ ਫੋਰਨਰ ਕਹਿ ਲਓ, ਕਿਉਂਕਿ ਇਲੈਕਟਡ ਤਾਂ ਪਹਿਲਾਂ ਹੈ ਹੀ ਨਹੀਂ ਸੀ, ਤਾਂ ਪਹਿਲੀ ਵਾਰੀ ਇਲੈਕਟਡ ਇੱਥੇ ਹੀ ਆਇਆ ਸੀਗਾ। ਜਦੋਂ ਇਲੈਕਟਡ ਹੋ ਗਿਆ ਤਾਂ ਸਾਡਾ ਇੰਡੀਅਨ ਚੁਣਿਆ ਗਿਆ ਸੀਗਾ, ਠੀਕ ਹੈ। ਤਾਂ ਪਹਿਲਾ ਇੰਡੀਅਨ ਸਪੀਕਰ ਕੌਣ ਸੀ ਬੱਚੇ, CLA ਦੇ ਵਿੱਚ, ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ, ਉਹ ਆਪਣਾ ਵਿਠਲ ਭਾਈ ਪਟੇਲ ਸੀਗਾ। ਅਗਰ ਆਜ਼ਾਦੀ ਤੋਂ ਬਾਅਦ ਦੀ ਗੱਲ ਕਰਾਂ ਬੱਚੇ ਮੈਂ, ਤਾਂ ਆਪਣਾ ਪਹਿਲਾ ਜਿਹੜਾ ਸਪੀਕਰ ਸੀ ਰਾਜੇ GV ਮਾਵਲੰਕਰ ਸੀ, ਔਰ ਪਹਿਲਾ ਡਿਪਟੀ ਸਪੀਕਰ ਸੀਗਾ ਰਾਜੇ ਅਨੰਤ ਸਨਿਆਨਮ ਅਯੰਗਰ, ਠੀਕ ਹੈ, ਇਹ ਨਾਮ ਸੀਗਾ। GV ਮਾਵਲੰਕਰ ਕੌਣ ਸੀ ਰਾਜੇ, ਪਹਿਲਾ ਸਪੀਕਰ ਸੀ, ਔਰ ਡਿਪਟੀ ਸਪੀਕਰ ਇਹ ਵਾਲੇ ਸਾਹਿਬ ਸੀਗੇ, ਠੀਕ ਹੈ ਜੀ। ਆਫਟਰ ਇੰਡੀਪੈਂਡੈਂਸ ਦੀ ਗੱਲ ਕਰਾਂ ਮੈਂ, ਚਲੋ ਹੁਣ ਦੇਖੋ ਸਪੀਕਰ ਪੜ੍ਹ ਲਿਆ, ਡਿਪਟੀ ਸਪੀਕਰ ਪੜ੍ਹ ਲਿਆ, ਇੱਕ ਆਪਣੇ ਕੋਲ ਹੋਰ ਆਉਂਦਾ ਰਾਜੇ ਆਫਿਸ ਸਪੀਕਰ ਪ੍ਰੋਟੈਮ। ਦੇਖੋ ਧਿਆਨ ਨਾਲ ਸੁਣਨਾ, ਹੁਣ ਨਵੀਂ ਲੋਕ ਸਭਾ ਚੁਣੀ ਗਈ ਹੈ ਬੱਚੇ, 2019 ਦੇ ਵਿੱਚ ਨਵੀਂ ਲੋਕ ਸਭਾ ਚੁਣੀ ਗਈ ਹੈ। ਸਾਰੇ ਬੰਦੇ ਫਰੈਸ਼ ਹੋ ਕੇ ਨਹਾ ਧੋ ਕੇ ਇੱਥੇ ਆ ਕੇ ਬੈਠ ਗਏ, ਠੀਕ ਹੈ ਜੀ, ਨਹਾ ਧੋ ਕੇ ਇੱਥੇ ਬੈਠ ਗਏ। ਆਪਾਂ ਨੇ ਹੁਣ ਇੱਥੇ ਕੌਣ ਬੈਠੇਗਾ ਬੱਚੇ, ਸਪੀਕਰ ਕੌਣ ਬੈਠੇਗਾ। ਆਪਾਂ ਨੇ ਪੜ੍ਹਿਆ ਸਪੀਕਰ ਦੇ ਵਿੱਚ ਕਿ ਸਪੀਕਰ ਨੂੰ ਕੌਣ ਅਪੁਆਇੰਟ ਕਰਦਾ, ਸਪੀਕਰ ਨੂੰ ਰਾਜੇ ਜਿਹੜੀ ਇਲੈਕਸ਼ਨ ਹੁੰਦਾ ਸਪੀਕਰ ਦਾ, ਉਹ ਲੋਕ ਸਭਾ ਆਪ ਹੀ ਕਰਦੀ ਹੈ। ਤਾਂ ਇਹ ਜਿਹੜੇ ਨਹਾਤੇ ਧੋਤੇ ਬੰਦੇ ਸਾਰੇ ਬੈਠੇ ਨੇ, ਇਹ ਆਪ ਹੀ ਇਲੈਕਟ ਕਰਨਗੇ ਸਪੀਕਰ ਨੂੰ, ਠੀਕ ਹੈ। ਬਟ ਹੁਣ ਇਲੈਕਟ ਕਰਨ ਵਾਸਤੇ ਇਕੱਠਾ ਹੋਣਾ ਪਊਗਾ ਰਾਜੇ, ਬੈਠਣਾ ਪਊਗਾ। ਹੁਣ ਇਕੱਠੇ ਹੋ ਕੇ ਤਾਂ ਬੈਠ ਗਏ, ਠੀਕ ਹੈ। ਚਲੋ ਵੀ ਹਾਂ ਅਸੀਂ ਇਸ ਕੁਰਸੀ ਵਾਸਤੇ ਇਲੈਕਸ਼ਨ ਕਰਦੇ ਹਾਂ, ਸਾਰਿਆਂ ਨੇ ਮਤਾ ਪਾਸ ਕਰਨਾ ਵੀ ਹਾਂ ਚਲੋ ਅਸੀਂ ਇਲੈਕਸ਼ਨ ਕਰਦੇ ਹਾਂ। ਬਟ ਰਾਜੇ ਤੁਹਾਨੂੰ ਪਤਾ ਕਿ ਇੰਨੇ ਕੁ ਮਤਲਬ ਸਿਆਣੇ ਨਹੀਂ ਹੁੰਦੇ ਇਹ ਕਿ ਸਾਰਾ ਕੁਝ ਸਹੀ ਆਪਣੇ ਆਪ ਕਰ ਲੈਣਾ, ਵੀ ਇਹਨਾਂ ਨੂੰ ਕੋਈ ਉੱਪਰ ਰੈਗੂਲੇਟ ਕਰਨ ਵਾਲਾ ਨਾ ਹੋਵੇ ਔਰ ਆਪਣੇ ਆਪ ਸਾਰਾ ਕੁਝ ਕਰ ਦੇਣ। ਤਾਂ ਰਾਜੇ ਚਾਹੇ ਸਪੀਕਰ ਹਾਲੇ ਨਹੀਂ ਇਲੈਕਟ ਕੀਤਾ, ਬਟ ਤੁਸੀਂ ਕਿਸੇ ਬੰਦੇ ਨੂੰ ਤਾਂ ਬਿਠਾਓ ਨਾ ਯਾਰ ਇੱਥੇ, ਠੀਕ ਹੈ। ਚਾਹੇ ਕੁਝ ਟੈਂਪਰੇਰੀ ਵਾਸਤੇ ਬਿਠਾਓ, ਇੱਕ ਨਾਮ ਦਾ ਹੀ ਬਿਠਾ ਲਓ ਤੁਸੀਂ। ਓਬਵੀਅਸਲੀ ਸਪੀਕਰ ਤਾਂ ਹਾਲੇ ਇਲੈਕਟ ਕਰਨਾ ਅਸੀਂ, ਬਟ ਇੱਕ ਵਾਰੀ ਤਾਂ ਬਿਠਾਉਣਾ ਪਊਗਾ ਨਾ। ਹੁਣ ਕੋਈ ਛੋਟੀ ਮੋਟੀ ਕਿਸੇ ਨੇ ਮੰਨ ਲਓ ਕਿ ਸਰ ਮੈਂ ਆਈ ਗੋ ਟੂ ਵਾਸ਼ਰੂਮ, ਹੈ ਨਾ, ਕਿਸੇ ਨੇ ਪੁੱਛਣਾ ਪੈ ਗਿਆ ਤਾਂ ਕਿਹਨੂੰ ਪੁੱਛੂਗਾ, ਓਬਵੀਅਸ ਜੀ ਗੱਲ ਹੈ। ਤਾਂ ਇੱਥੇ ਤਾਂ ਕਿਸੇ ਨਾ ਕਿਸੇ ਨੂੰ ਬਿਠਾਉਣਾ ਪਊਗਾ ਪਹਿਲੀ ਗੱਲ। ਹੁਣ ਉਹੀ ਜਿਹੜਾ ਕਿਸੇ ਨਾ ਕਿਸੇ ਨੂੰ ਬਿਠਾਉਣਾ ਰਾਜੇ, ਉਹ ਆਪਣਾ ਹੈਗਾ ਸਪੀਕਰ ਪ੍ਰੋਟੈਮ, ਠੀਕ ਹੈ। ਪੜ੍ਹਦੇ ਹਾਂ ਇਹਦੇ ਵਾਸਤੇ। ਹੁਣ ਦੇਖੋ ਆਪਾਂ ਨੇ ਕਿਹਾ ਕਿ ਜਿਹੜਾ ਸਪੀਕਰ ਹੈਗਾ, ਅਸਲੀ ਪਾਵਰ ਤਾਂ ਸਪੀਕਰ ਕੋਲ ਆਊਗੀ, ਅਸਲੀ ਆਫਿਸ ਇਹਦਾ ਸਪੀਕਰ ਨੂੰ ਹੀ ਬਿਲੋਂਗ ਕਰਦਾ ਹੈਗਾ, ਬਟ ਸਪੀਕਰ ਹਾਲੇ ਚੁਣਿਆ ਨਹੀਂ ਗਿਆ ਹੈਗਾ। ਤਾਂ ਹੁਣ ਇਸ ਤੋਂ ਪਹਿਲਾਂ ਦਾ ਸੀਨ ਦੇਖਦੇ ਆਪਾਂ, ਸਪੀਕਰ ਨੂੰ ਚੁਣਨਾ। ਚਲੋ ਆਪਾਂ ਆਪਣਾ ਇੱਕ ਗੋਲ ਮੰਨ ਕੇ ਚੱਲਦੇ ਵੀ ਹੁਣ ਅਸੀਂ ਸਪੀਕਰ ਦਾ ਇਲੈਕਸ਼ਨ ਕਰਨਾ। ਹੁਣ ਸਪੀਕਰ ਦੇ ਇਲੈਕਸ਼ਨ ਤੋਂ ਪਹਿਲਾਂ ਵਾਲੀ ਸਟੋਰੀ ਆਪਾਂ ਦੇਖ ਰਹੇ ਹਾਂ ਕੀ ਹੋ ਰਿਹਾ ਹੈਗਾ, ਠੀਕ ਹੈ। ਸਾਰੇ MP ਨਹਾ ਧੋ ਕੇ ਆ ਕੇ ਬੈਠ ਗਏ, ਠੀਕ ਹੈ ਜੀ। ਹੁਣ ਆਪਣਾ ਦੇਖੋ ਪ੍ਰੈਜ਼ੀਡੈਂਟ ਕੀ ਕਰਦਾ ਹੈ, ਪ੍ਰੈਜ਼ੀਡੈਂਟ ਇੱਕ ਕਿਸੇ ਬੰਦੇ ਨੂੰ ਕਹਿੰਦਾ ਵੀ ਮੰਨ ਲਓ ਜਿਹੜਾ ਸੀਨੀਅਰ ਮੋਸਟ ਹੈਗਾ, ਠੀਕ ਹੈ, ਕੋਈ ਵਿਚਾਰਾ 95 ਸਾਲ ਦਾ ਬੁੱਢਾ ਬੈਠਾ ਤੇ MP ਬੈਠਾ ਹੈਗਾ, ਠੀਕ ਹੈ। ਤਾਂ ਪ੍ਰੈਜ਼ੀਡੈਂਟ ਇੱਕ ਰਿਸਪੈਕਟ ਦੇ ਵਜੋਂ ਕੀ ਕਹਿਣਗੇ ਵੀ ਸਰ ਤੁਸੀਂ ਸਭ ਤੋਂ ਸੀਨੀਅਰ ਹੈਗੇ ਹੋ, ਤੁਸੀਂ ਇਹਨਾਂ ਨੂੰ ਕੀ ਹੈ ਰੈਗੂਲੇਟ ਕਰੋ, ਠੀਕ ਹੈ, ਤੁਸੀਂ ਇੱਥੇ ਕੇ ਬੈਠੋ। ਹੁਣ ਜਿਵੇਂ ਇਹਨੇ ਖੁਦ ਹੀ ਕਹਿ ਤਾ ਵੀ ਚਲ ਤੁਸੀਂ ਇੱਥੇ ਕੇ ਬੈਠ, ਹਾਲੇ ਕੋਈ ਇਲੈਕਸ਼ਨ ਨਹੀਂ ਹੋਇਆ ਹੈਗਾ। ਪ੍ਰੈਜ਼ੀਡੈਂਟ ਨੇ ਇੱਕ ਜਸਟ ਕਹਿ ਤਾ ਵੀ ਹਾਂ ਤੁਸੀਂ ਸਭ ਤੋਂ ਸੀਨੀਅਰ ਹੋ, ਤੁਹਾਨੂੰ ਸਭ ਤੋਂ ਜ਼ਿਆਦਾ ਨੌਲੇਜ ਹੈਗੀ, ਐਕਸਪੀਰੀਅੰਸ ਹੈਗਾ, ਤੁਸੀਂ ਇੱਥੇ ਆ ਕੇ ਬੈਠ ਜਾਓ, ਠੀਕ ਹੈ।
ਹੁਣ ਜਿਹੜੇ ਬੰਦੇ ਨੂੰ ਐਵੇਂ ਬਿਠਾਇਆ ਗਿਆ ਹੈ, ਉਹਨੂੰ ਆਪਾਂ ਨਾਮ ਦਿੰਦੇ ਹਾਂ ਬੱਚੇ ਸਪੀਕਰ ਪ੍ਰੋਟੈਮ। ਵੀ ਚਲੋ ਹੁਣ ਆਪਾਂ ਆਪਣਾ ਸਪੀਕਰ ਨੂੰ ਇਲੈਕਟ ਕਰਦੇ ਹਾਂ, ਇੱਕ ਵਾਰੀ ਮੈਂ ਇੱਥੇ ਬੈਠਾ, ਚਲੋ ਕੋਈ ਗੱਲ ਨਹੀਂ, ਠੀਕ ਹੈ। ਤਾਂ ਆਪਾਂ ਨੂੰ ਸਮਝ ਆਉਂਦਾ ਕਿ ਇਹ ਟੈਂਪਰੇਰੀ ਬੰਦਾ ਹੈ। ਪਹਿਲੀ ਗੱਲ ਤਾਂ ਇਹ ਇੱਕ ਟੈਂਪਰੇਰੀ ਆਫਿਸ ਹੈਗਾ, ਕਿਉਂਕਿ ਜਦੋਂ ਅਸੀਂ ਸਪੀਕਰ ਚੁਣ ਲਿਆ ਬੱਚੇ, ਉਦੋਂ ਇਹ ਬੰਦਾ ਦੁਬਾਰਾ ਆਪਣੀ ਸੀਟ 'ਤੇ ਆ ਕੇ ਬੈਠ ਜਾਊਗਾ, ਠੀਕ ਹੈ। ਕਿਉਂਕਿ ਅਸੀਂ ਪਹਿਲਾਂ ਹੀ ਕੀ ਪੜ੍ਹ ਰਹੇ ਹਾਂ, ਅਸੀਂ ਸਪੀਕਰ ਦੇ ਇਲੈਕਸ਼ਨ ਤੋਂ ਪਹਿਲਾਂ ਵਾਲਾ ਸੀਨ ਪੜ੍ਹ ਰਹੇ ਹਾਂ, ਕੀ ਹੋ ਰਿਹਾ ਹੈਗਾ, ਠੀਕ ਹੈ। ਤਾਂ ਯੂਜੂਅਲੀ ਇਹ ਸੀਨੀਅਰ ਮੋਸਟ ਮੈਂਬਰ ਹੁੰਦਾ ਹੈਗਾ, ਠੀਕ ਹੈ। ਹੁਣ ਦੇਖੋ ਕ੍ਰਾਈਟੀਰੀਆ ਤਾਂ ਕੋਈ ਹੋਣਾ ਚਾਹੀਦਾ ਨਾ, ਇੱਦਾਂ ਦਾ ਕਹੂਗਾ ਵੀ ਮੈਂ ਬਣਦਾ, ਇਹ ਕਹੂਗਾ ਮੈਂ ਬਣਦਾ, ਸਾਰੇ ਰੌਲਾ ਪਾਵਾਂਗੇ ਵੀ ਸਪੀਕਰ ਪ੍ਰੋਟੈਮ ਮੈਂ ਬਣੂੰਗਾ, ਠੀਕ ਹੈ। ਤਾਂ ਇੱਕ ਅਸੀਂ ਕ੍ਰਾਈਟੀਰੀਆ ਰੱਖ ਲਿਆ ਵੀ ਸੀਨੀਅਰ ਮੋਸਟ ਬੰਦੇ ਨੂੰ ਆਪਾਂ ਬਿਠਾ ਲਾਂਗੇ ਇੱਥੇ, ਠੀਕ ਹੈ। ਤਾਂ ਇਸ ਬੰਦੇ ਨੂੰ ਰਾਜੇ ਅਪੁਆਇੰਟ ਕੌਣ ਕਰਦਾ, ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹੀ ਪੁਆਇੰਟ ਹੈਗਾ, ਪੇਪਰ ਦੇ ਵਿੱਚ ਇਹੀ ਆਉਂਦਾ ਹੁੰਦਾ ਕਿ ਸਪੀਕਰ ਪ੍ਰੋਟੈਮ ਨੂੰ ਕੌਣ ਅਪੁਆਇੰਟ ਕਰਦਾ ਹੈ। ਤਾਂ ਪ੍ਰੈਜ਼ੀਡੈਂਟ ਆਪ ਅਪੁਆਇੰਟ ਕਰਦੇ ਨੇ। ਜੇ ਸਪੀਕਰ ਪੁੱਛ ਰਿਹਾ ਵੀ ਸਪੀਕਰ ਨੂੰ ਕੌਣ ਇਲੈਕਟ ਕਰਦਾ, ਤਾਂ ਸਪੀਕਰ ਨੂੰ ਬੱਚੇ ਪ੍ਰੈਜ਼ੀਡੈਂਟ ਨਹੀਂ, ਸਪੀਕਰ ਨੂੰ ਤਾਂ ਲੋਕ ਸਭਾ ਆਪ ਹੀ ਇਲੈਕਟ ਕਰਦੀ ਹੈ, ਠੀਕ ਹੈ। ਫਿਰ ਉਹਦਾ ਆਨਸਰ ਆਏਗਾ ਲੋਕ ਸਭਾ। ਸਪੀਕਰ ਪ੍ਰੋਟੈਮ ਦਾ ਆਨਸਰ ਆ ਰਿਹਾ ਆਪਣੇ ਕੋਲੇ ਪ੍ਰੈਜ਼ੀਡੈਂਟ, ਠੀਕ ਹੈ। ਤਾਂ ਯੂਜੂਅਲੀ ਸੀਨੀਅਰ ਮੋਸਟ ਮੈਂਬਰ ਹੁੰਦਾ, ਔਰ ਪ੍ਰੈਜ਼ੀਡੈਂਟ ਕਿਉਂਕਿ ਖੁਦ ਹੀ ਅਪੁਆਇੰਟ ਕਰਦੇ ਨੇ, ਤਾਂ ਪ੍ਰੈਜ਼ੀਡੈਂਟ ਹੀ ਇਹਨੂੰ ਸਹੁੰ ਵੀ ਚੁਕਾਉਂਦੇ ਨੇ, ਠੀਕ ਹੈ ਜੀ। ਧਿਆਨ ਦੇਣਾ ਬੱਚੇ, ਸਪੀਕਰ ਦੀ ਆਪਦੀ ਕੋਈ ਓਥ ਨਹੀਂ ਹੈਗੀ, ਸਪੀਕਰ ਦੀ ਆਪਦੀ ਕੋਈ ਓਥ ਨਹੀਂ, ਬਟ ਸਪੀਕਰ ਪ੍ਰੋਟੈਮ ਨੂੰ ਸਹੁੰ ਚੁਕਾਈ ਜਾਂਦੀ ਹੈ, ਧਿਆਨ ਦੇਣਾ ਇਸ ਚੀਜ਼ ਦਾ, ਠੀਕ ਹੈ। ਓਬਵੀਅਸਲੀ ਜਿਹੜੀ ਫਰਸਟ ਸਿਟਿੰਗ ਹੈਗੀ ਹੈ ਬੱਚੇ, ਮੈਂ ਤੁਹਾਨੂੰ ਕਿਹਾ ਕਿ ਨਵੀਂ ਲੋਕ ਸਭਾ ਚੁਣੀ ਗਈ ਹੈਗੀ, ਸਪੀਕਰ ਸਾਡੇ ਕੋਲ ਹੈ ਨਹੀਂ, ਅਸੀਂ ਵਿਚਾਰੇ ਔਰਫਨਸ ਵਾਂਗੂ ਫਿਰ ਰਹੇ ਹਾਂ, ਠੀਕ ਹੈ, ਕਿ ਸਾਡੇ ਉੱਪਰ ਕੋਈ ਹੈ ਨਹੀਂਗਾ। ਤਾਂ ਨਵੀਂ ਲੋਕ ਸਭਾ ਚੁਣੀ ਗਈ ਹੈ, ਪਹਿਲੀ ਸਿਟਿੰਗ ਹੈ ਜਸਟ ਅੱਜ, ਠੀਕ ਹੈ। ਤਾਂ ਓਬਵੀਅਸ ਜੀ ਗੱਲ ਹੈ, ਜਿਹੜਾ ਅਸੀਂ ਸੀਨੀਅਰ ਮੋਸਟ ਬੰਦਾ ਬਿਠਾਤਾ ਇੱਥੇ, ਹੀ ਪ੍ਰੀਜ਼ਾਈਡ ਓਵਰ ਫਰਸਟ ਸਿਟਿੰਗ, ਪਹਿਲੀ ਸਿਟਿੰਗ ਨੂੰ ਹੀ ਪ੍ਰੀਜ਼ਾਈਡ ਕਰਦਾ ਇਹ, ਠੀਕ ਹੈ। ਔਰ ਸਭ ਤੋਂ ਵੱਡਾ ਹੋਰ ਕੀ ਕੰਮ ਹੈ ਬੱਚੇ ਇਹਦਾ, ਕਿ ਜਿਹੜਾ ਸਪੀਕਰ ਪ੍ਰੋਟੈਮ ਹੈਗਾ, ਇਹ ਪ੍ਰੋਟੈਮ ਬੰਦਾ ਹੈਗਾ, ਇਹ ਕੀ ਕਰਦਾ ਸਾਰੇ, ਕਿਉਂਕਿ ਨਵੇਂ ਚੁਣੇ ਹੋਏ ਨੇ ਐਮਪੀਜ਼, ਤਾਂ ਸਾਰੇ ਐਮਪੀਜ਼ ਨੂੰ ਰਾਜੇ ਇਹ ਸਹੁੰ ਵੀ ਚੁਕਾਉਂਦਾ ਹੈਗਾ। ਆਪਾਂ ਹੁਣੀ ਪੜ੍ਹ ਕੇ ਆਏ ਸੀ ਪਿੱਛੇ ਜੇ ਕਿ ਐਮਪੀਜ਼ ਨੂੰ ਸਹੁੰ ਕੌਣ ਚੁਕਾਉਂਦਾ ਬੱਚੇ, ਮੈਂ ਤੁਹਾਨੂੰ ਕਿਹਾ ਸੀ ਆਨਸਰ ਆਉਣਾ ਚਾਹੀਦਾ ਪ੍ਰੈਜ਼ੀਡੈਂਟ, ਠੀਕ ਹੈ। ਕਿ ਬਟ ਐਕਚੁਅਲ ਦੇ ਵਿੱਚ ਕੀ ਹੁੰਦਾ, ਪ੍ਰੈਜ਼ੀਡੈਂਟ ਆਪ ਨਹੀਂ ਚੁਕਾਉਂਦੇ, ਪ੍ਰੈਜ਼ੀਡੈਂਟ ਕਿਸੇ ਨੂੰ ਕਹਿ ਦਿੰਦੇ ਨੇਗੇ ਵੀ ਤੂੰ ਚੁਕਾ ਦੇ ਮੇਰੇ ਬਿਹਾਫ 'ਤੇ, ਠੀਕ ਹੈ। ਬਟ ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਅਗਰ ਕੁਐਸਚਨ ਆਉਂਦਾ ਹੈ ਕਿ ਐਮਪੀਜ਼ ਨੂੰ ਸਹੁੰ ਕੌਣ ਚੁਕਾਉਂਦਾ, ਤਾਂ ਆਪਣਾ ਆਨਸਰ ਆਉਣਾ ਚਾਹੀਦਾ ਪ੍ਰੈਜ਼ੀਡੈਂਟ, ਠੀਕ ਹੈ, ਪ੍ਰੈਜ਼ੀਡੈਂਟ ਆਉਣਾ ਚਾਹੀਦਾ। ਬਟ ਪ੍ਰੈਜ਼ੀਡੈਂਟ ਖੁਦ ਨਹੀਂ ਕਰਦਾ, ਕਿਸੇ ਨੂੰ ਕਹਿ ਦਿੰਦਾ, ਔਰ ਜਿਹੜਾ ਕਿਸੇ ਨੂੰ ਕਹਿੰਦਾ ਰਾਜੇ, ਠੀਕ ਹੈ, ਉਹ ਜਨਰਲੀ ਸਪੀਕਰ ਪ੍ਰੋਟੈਮ ਹੀ ਹੁੰਦਾ ਹੈਗਾ, ਠੀਕ ਹੈ। ਤਾਂ ਕਿਉਂਕਿ ਪ੍ਰੈਜ਼ੀਡੈਂਟ ਆਪਣਾ ਇੱਕ ਕੰਮ ਬਚਾਉਣ ਵਾਸਤੇ ਕੀ ਕਰਦਾ ਵੀ ਹਾਂ ਚਲੋ ਮੈਂ ਕਿੱਥੇ 550 ਬੰਦਿਆਂ ਨੂੰ ਸਹੁੰ ਚੁਕਾਊਂਗਾ, ਤੂੰ ਹੀ ਚੁਕਾ ਦੇ ਯਾਰ ਮੇਰਾ ਵੀਰ ਬਣ ਕੇ, ਠੀਕ ਹੈ। ਤਾਂ ਸਪੀਕਰ ਪ੍ਰੋਟੈਮ ਨੂੰ ਇੱਕ ਲਾਲਚ ਦੇ ਦਿੰਦੇ ਨੇ ਵੀ ਹਾਂ ਚੱਲ ਤੈਨੂੰ ਮੈਂ ਗੱਦੀ 'ਤੇ ਬਿਠਾਊਂਗਾ, ਤੂੰ ਫਿਰ ਇੱਦਾਂ ਕਰੀ ਗੱਦੀ 'ਤੇ ਬੈਠ ਜਾ, ਤੂੰ ਸਾਰਿਆਂ ਨੂੰ ਸਹੁੰ ਵੀ ਚੁਕਾ ਦੇ, ਠੀਕ ਹੈ। ਤਾਂ ਹੋਰ ਕੰਮ ਕੀ ਹੁੰਦਾ ਸਪੀਕਰ ਪ੍ਰੋਟੈਮ ਦਾ, ਇੱਕ ਤਾਂ ਹੁੰਦਾ ਵੀ ਪਹਿਲੀ ਸੀਟਿੰਗ ਨੂੰ ਪ੍ਰੀਜ਼ਾਈਡ ਕਰਨਾ, ਔਰ ਦੂਸਰਾ ਜਿਹੜੇ ਨਵੇਂ ਮੈਂਬਰਸ ਨੇ ਸਾਰੇ ਉਹਨਾਂ ਨੂੰ ਸਹੁੰ ਵੀ ਚੁਕਾਉਂਦਾ ਹੈਗਾ, ਠੀਕ ਹੈ। ਕਿਹਦੇ ਬਿਹਾਫ 'ਤੇ, ਪ੍ਰੈਜ਼ੀਡੈਂਟ ਦੇ ਬਿਹਾਫ 'ਤੇ, ਬਿਕਾਜ਼ ਕਾਗਜ਼ਾਂ ਦੇ ਵਿੱਚ ਕੰਮ ਤਾਂ ਪ੍ਰੈਜ਼ੀਡੈਂਟ ਦਾ ਇਹ ਵੀ ਪ੍ਰੈਜ਼ੀਡੈਂਟ ਨੇ ਸਹੁੰ ਚੁਕਾਉਣੀ ਹੈਗੀ, ਬਟ ਪ੍ਰੈਜ਼ੀਡੈਂਟ ਅੱਗੇ ਆਪਣਾ ਜਿਹੜੀ ਇਹ ਰਿਸਪੌਂਸਿਬਿਲਿਟੀ ਅੱਗੇ ਕਿਸੇ ਹੋਰ ਨੂੰ ਦੇ ਦਿੰਦਾ ਹੈਗਾ, ਠੀਕ ਹੈ, ਇਹ ਚੀਜ਼ ਹੁੰਦੀ ਹੈਗੀ। ਤਾਂ ਓਬਵੀਅਸਲੀ ਆਫਟਰ ਦੈਟ ਕੀ ਹੁੰਦਾ ਬੱਚੇ, ਕਿਉਂਕਿ ਹੁਣ ਦੇਖੋ ਇਹ ਤਾਂ ਟੈਂਪਰੇਰੀ ਆਫਿਸ ਹੈਗਾ, ਇਹਨੂੰ ਤਾਂ ਜਾਣਾ ਹੀ ਪੈਣਾ ਹੈਗਾ। ਤਾਂ ਹੁਣ ਬੱਚੇ ਕੀ ਹੁੰਦਾ, ਇੱਕ ਵਾਰੀ ਉੱਪਰ ਬੈਠ ਗਿਆ, ਹੁਣ ਸਾਰੇ ਹਾਊਸ ਨੂੰ ਕਹਿੰਦਾ ਵੀ ਦੇਖੋ ਤੁਸੀਂ ਚਲੋ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਬਿਠਾਉਣ ਦੀ, ਤੁਸੀਂ ਮੈਨੂੰ ਮਾਣ ਬਖਸ਼ਿਆ, ਤੁਸੀਂ ਮੈਨੂੰ ਬਿਠਾਤਾ, ਬਟ ਹੁਣ ਤੁਸੀਂ ਆਪਣਾ ਸਪੀਕਰ ਤਾਂ ਚੁਣ ਲਓ, ਠੀਕ ਹੈ। ਤਾਂ ਹੀ ਇਨੇਬਲਸ ਦ ਹਾਊਸ ਟੂ ਇਲੈਕਟ ਨਿਊ ਸਪੀਕਰ, ਠੀਕ ਹੈ। ਜਿਹੜਾ ਸਪੀਕਰ ਪ੍ਰੋਟੈਮ ਹੈ, ਕਿਉਂਕਿ ਇਹ ਟੈਂਪਰੇਰੀ ਆਫਿਸ ਹੈਗਾ, ਠੀਕ ਹੈ, ਇਹਨੂੰ ਵੀ ਸਮਝ ਆਉਂਦੀ ਵੀ ਹਾਂ ਮੈਨੂੰ ਤੁਸੀਂ ਬਿਠਾ ਤਾ, ਠੀਕ ਹੈ। ਬਟ ਜੇ ਹੁਣ ਦੇਖੋ ਮਹਿਮਾਨ ਇੱਕ ਦਿਨ ਦਾ ਹੀ ਬਹੁਤ ਹੁੰਦਾ ਹੈਗਾ, ਦੂਸਰੇ ਦਿਨ ਮਹਿਮਾਨ ਆਪਾਂ ਨੂੰ ਤੰਗ ਕਰਨ ਲੱਗਦਾ ਹੈਗਾ, ਠੀਕ ਹੈ, ਫਿਰ ਆਪਾਂ ਨੂੰ ਉਹਨੂੰ ਰਿਸਪੈਕਟ ਉਨੀ ਨਹੀਂ ਮਿਲਦੀ। ਤਾਂ ਸਪੀਕਰ ਪ੍ਰੋਟੈਮ ਸਿਆਣਾ ਬੰਦਾ, ਠੀਕ ਹੈ, ਇਹਨੂੰ ਪਤਾ ਵੀ ਅੱਜ ਤਾਂ ਮੇਰੀ ਖਾਤਰਦਾਰੀ ਹੋ ਰਹੀ ਹੈ, ਕੱਲ੍ਹ ਨੂੰ ਮੇਰੀ ਨਹੀਂ ਹੋਣੀ। ਤਾਂ ਇਹਨੂੰ ਪਤਾ ਵੀ ਮੈਂ ਟੈਂਪਰੇਰੀ ਹਾਂ, ਮੈਂ ਫਟਾਫਟ ਇਹਨਾਂ ਨੂੰ ਕਹਾਂ ਵੀ ਤੁਸੀਂ ਨਵਾਂ ਆਪਣਾ ਸਪੀਕਰ ਚੁਣ ਲਓ, ਠੀਕ ਹੈ। ਤਾਂ ਹੀ ਇਨੇਬਲਸ ਹਾਊਸ ਟੂ ਇਲੈਕਟ ਨਿਊ ਸਪੀਕਰ, ਇਹ ਸਭ ਕੁਝ ਆਪਣੇ ਯਾਦ ਕਰਨਾ ਬੱਚੇ। ਮੈਂ ਅਗੇਨ ਕਹਿ ਰਿਹਾ, ਮੈਂ ਜ਼ਿਆਦਾ ਟਾਈਮ ਇਸੇ ਕਰਕੇ ਲਗਾ ਰਿਹਾ ਤਾਂ ਕਿ ਵਨਸ ਫॉर ਆਲ ਆਪਾਂ ਨੂੰ ਸਾਰੀ ਚੀਜ਼ਾਂ ਕਲੀਅਰ ਹੋ ਜਾਣ, ਠੀਕ ਹੈ। ਵਾਰੀ ਫਿਰ ਆਪਣਾ ਹਰ ਵਾਰ ਪੜ੍ਹਨਾ ਨਾ ਪਵੇ, ਤੁਹਾਡੇ ਦਿਮਾਗ 'ਚ ਚੀਜ਼ਾਂ ਛਪ ਜਾਣ ਇਹ ਚੀਜ਼ਾਂ, ਠੀਕ ਹੈ। ਤਾਂ ਕਰਕੇ ਆਪਾਂ ਇੰਨਾ ਟਾਈਮ ਹਰ ਚੀਜ਼ 'ਤੇ ਲਗਾ ਰਹੇ ਹਾਂ। ਨੈਕਸਟ ਕਰਦੇ ਆਪਾਂ ਬੱਚੇ ਚੇਅਰਮੈਨ ਆਫ ਰਾਜ ਸਭਾ, ਠੀਕ ਹੈ। ਸਪੀਕਰ ਕਰ ਲਿਆ ਆਪਾਂ ਨੇ, ਡਿਪਟੀ ਸਪੀਕਰ ਕਰ ਲਿਆ, ਔਰ ਸਪੀਕਰ ਪ੍ਰੋਟੈਮ ਵੀ ਕਰ ਲਿਆ। ਓਬਵੀਅਸਲੀ ਪਤਾ ਬੱਚੇ ਆਪਾਂ ਨੂੰ ਕਿ ਜਿਹੜਾ ਸਾਡਾ ਉਪ ਰਾਸ਼ਟਰਪਤੀ ਹੈਗਾ, ਵਾਈਸ ਪ੍ਰੈਜ਼ੀਡੈਂਟ ਹੈਗਾ, ਹੀ ਇਜ਼ ਦ ਐਕਸ ਓਫੀਸ਼ੀਅਲ ਚੇਅਰਮੈਨ ਆਫ ਰਾਜ ਸਭਾ। ਕਿ ਜੋ ਵੀ ਬੰਦਾ ਸਾਡਾ ਵਾਈਸ ਪ੍ਰੈਜ਼ੀਡੈਂਟ ਹੋਊਗਾ, ਉਹ ਓਬਵੀਅਸਲੀ ਗੱਲ ਹੈ ਉਹੀ ਚੇਅਰਮੈਨ ਹੋਊਗਾ ਸਾਡਾ ਰਾਜ ਸਭਾ ਦਾ। ਐਟ ਪ੍ਰੈਜ਼ੈਂਟ ਸਾਡੇ ਵੈਂਕਈਆ ਨਾਇਡੂ ਹੈਗੇ ਨੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ, ਠੀਕ ਹੈ ਜੀ। ਤਾਂ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਬੱਚੇ ਕਿ ਜਿਹੜਾ ਆਪਣਾ ਚੇਅਰਮੈਨ ਹੈਗਾ ਰਾਜ ਸਭਾ ਦਾ, ਹੀ ਇਜ਼ ਨਾਟ ਅ ਮੈਂਬਰ ਆਫ ਦ ਹਾਊਸ। ਜੇ ਆਪਾਂ ਗੱਲ ਕਰੀਏ ਬੱਚੇ ਸਪੀਕਰ ਦੀ, ਠੀਕ ਹੈ, ਤਾਂ ਦੇਖੋ ਜੇ ਆਪਾਂ ਕੰਪੇਅਰ ਕਰੀਏ, ਜਿਹੜਾ ਚੇਅਰਮੈਨ ਆਫ ਰਾਜ ਸਭਾ ਹੈ, ਓਬਵੀਅਸਲੀ ਗੱਲ ਸਪੀਕਰ ਆਫ ਲੋਕ ਸਭਾ ਵਰਗਾ ਹੋ ਗਿਆ, ਠੀਕ ਹੈ। ਕਿਉਂਕਿ ਲੋਕ ਸਭਾ ਦੇ ਵਿੱਚ ਜਿਹੜਾ ਪ੍ਰੀਜ਼ਾਈਡਿੰਗ ਆਫਿਸਰ ਸਪੀਕਰ ਹੈ, ਰਾਜ ਸਭਾ ਦੇ ਵਿੱਚ ਚੇਅਰਮੈਨ ਹੈਗਾ। ਜਿਹੜਾ ਬੱਚੇ ਸਪੀਕਰ ਹੈ, ਹੀ ਸ਼ੁੱਡ ਬੀ ਅ ਮੈਂਬਰ ਆਫ ਲੋਕ ਸਭਾ, ਸ਼ੁੱਡ ਬੀ ਹੋਣਾ ਚਾਹੀਦਾ, ਉਹ ਸ਼ੁੱਡ ਬੀ ਅ ਮੈਂਬਰ ਆਫ ਲੋਕ ਸਭਾ, ਬਿਲਕੁਲ ਜ਼ਰੂਰੀ ਹੈਗਾ। ਅਗਰ ਉਹ ਲੋਕ ਸਭਾ ਦਾ ਮੈਂਬਰ ਨਹੀਂ ਹੈਗਾ ਤਾਂ ਉਹ ਸਪੀਕਰ ਵੀ ਨਹੀਂ ਬਣ ਸਕਦਾ। ਬਟ ਇਹਦੇ ਵਿੱਚ ਇੱਕ ਬਹੁਤ ਵੱਡਾ ਡਿਫਰੈਂਸ ਰਾਜ ਸਭਾ ਦੇ ਵਿੱਚ ਹੈ ਕਿ ਜਿਹੜਾ ਚੇਅਰਮੈਨ ਹੈਗਾ, ਚੇਅਰਮੈਨ ਸ਼ੁੱਡ ਨਾਟ ਬੀ ਅ ਮੈਂਬਰ ਆਫ ਰਾਜ ਸਭਾ, ਠੀਕ ਹੈ। ਹੀ ਕੈਨ ਨਾਟ ਬੀ ਅ ਮੈਂਬਰ ਆਫ ਰਾਜ ਸਭਾ।
ਜਿਹੜਾ ਆਪਣਾ ਰਾਜੇ ਵਾਈਸ ਪ੍ਰੈਜ਼ੀਡੈਂਟ ਹੈ ਜਾਂ ਚੇਅਰਮੈਨ ਹੈ ਰਾਜ ਸਭਾ ਦਾ, ਉਹ ਮੈਂਬਰ ਨਹੀਂ ਹੈਗਾ, ਉਹ ਇੱਕ ਵਾਈਸ ਪ੍ਰੈਜ਼ੀਡੈਂਟ ਹੈ, ਉਹ ਕਿਸੇ ਹਾਊਸ ਦਾ ਮੈਂਬਰ ਨਹੀਂ ਹੈਗਾ ਰਾਜੇ, ਠੀਕ ਹੈ। ਔਰ ਇਹੀ ਵੱਡਾ ਕਾਰਨ ਹੈ ਬੱਚੇ, ਆਪਾਂ ਨੇ ਜੁਆਇੰਟ ਸੀਟਿੰਗ ਕੀਤੀ ਸੀ ਇੱਥੇ, ਆਪਾਂ ਨੇ ਜੁਆਇੰਟ ਸੀਟਿੰਗ ਵੇਲੇ ਕਿਹਾ ਸੀ ਕਿ ਜੁਆਇੰਟ ਸੀਟਿੰਗ ਦੇ ਵਿੱਚ ਦੇਖੋ ਲੋਕ ਸਭਾ ਵੀ ਬੈਠਦੀ ਹੈ, ਰਾਜ ਸਭਾ ਵੀ ਬੈਠਦੀ ਹੈ, ਠੀਕ ਹੈ। ਇਹਦਾ ਵੀ ਪ੍ਰੈਜ਼ਾਈਡਿੰਗ ਆਫਿਸਰ ਇਹਦਾ ਵੀ ਹੈ, ਠੀਕ ਹੈ। ਜਦੋਂ ਇਹ ਜੁਆਇੰਟ ਸੀਟਿੰਗ ਹੁੰਦੀ ਹੈ ਆਰਟੀਕਲ 108 ਦੇ ਅੰਡਰ, ਤਾਂ ਜਿਹੜਾ ਪ੍ਰੈਜ਼ਾਈਡ ਕਰੂਗਾ ਇਹਨੂੰ ਲੋਕ ਸਭਾ ਦਾ ਸਪੀਕਰ ਕਰੇਗਾ, ਨਾ ਕਿ ਰਾਜ ਸਭਾ ਦਾ ਚੇਅਰਮੈਨ। ਇਹਦਾ ਹੁਣ ਰੀਜ਼ਨ ਇਹੀ ਹੈਗਾ ਕਿਉਂਕਿ ਜਿਹੜਾ ਇਹ ਰਾਜ ਸਭਾ ਦਾ ਚੇਅਰਮੈਨ ਹੈ ਇਹ ਕਿਸੇ ਵੀ ਹਾਊਸ ਦਾ ਮੈਂਬਰ ਨਹੀਂ ਹੈਗਾ, ਠੀਕ ਹੈ। ਹੁਣ ਜਦੋਂ ਤੁਸੀਂ ਮੈਂਬਰ ਹੀ ਨਹੀਂ ਹੈਗੇ ਫਿਰ ਤੁਸੀਂ ਐਡੀ ਵੱਡੀ ਮੀਟਿੰਗ ਨੂੰ ਚੇਅਰ ਕਿਵੇਂ ਕਰੋਗੇ, ਠੀਕ ਹੈ। ਤੁਸੀਂ ਆਪਣਾ ਹਾਊਸ ਚੇਅਰ ਕਰ ਦਿਓ, ਚੰਗੀ ਗੱਲ ਹੈ, ਠੀਕ ਹੈ। ਚਾਹੇ ਤੁਸੀਂ ਇਸ ਹਾਊਸ ਦੇ ਮੈਂਬਰ ਵੀ ਨਹੀਂ ਹੈਗੇ ਬਟ ਤੁਸੀਂ ਇਹਨੂੰ ਚੇਅਰ ਕਰੋ, ਚੰਗੀ ਗੱਲ ਹੈ। ਬਟ ਹੁਣ ਜਦੋਂ ਤੁਸੀਂ ਬਾਹਰਲੇ ਬੰਦਿਆਂ ਨੂੰ ਵੀ ਚੇਅਰ ਕਰਨਾ ਹੈ ਫਿਰ ਤੁਸੀਂ ਕਿਵੇਂ ਕਰ ਸਕਦੇ ਹੋ, ਤੁਸੀਂ ਖੁਦ ਹੀ ਮੈਂਬਰ ਨਹੀਂ ਹੈਗੇ, ਫਿਰ ਲੋਕ ਸਭਾ ਦਾ ਜਿਹੜਾ ਸਪੀਕਰ ਹੈ ਉਹ ਪ੍ਰੈਜ਼ਾਈਡ ਕਰੇਗਾ, ਠੀਕ ਹੈ। ਇਹ ਇੰਪੋਰਟੈਂਟ ਚੀਜ਼ ਹੈ, ਠੀਕ ਹੈ ਬੱਚੇ। ਅਗੇਨ ਇਹਦੀ ਵੀ ਕਾਸਟਿੰਗ ਵੋਟ ਹੈਗੀ ਹੈ, ਜਿਵੇਂ ਅਸੀਂ ਕਿਹਾ ਸੀ ਸਪੀਕਰ ਜਦੋਂ 250 ਦੇ ਵਿੱਚ ਵੋਟ ਕਰਦਾ ਹੈਗਾ, ਠੀਕ ਹੈ। ਤਾਂ ਜਾਦੂਈ ਸ਼ਕਤੀਆਂ ਇਹ ਵੀ ਕਦੋਂ ਯੂਜ਼ ਕਰੂਗਾ, ਜਦੋਂ ਟਾਈ ਹੁੰਦਾ। ਜੇ ਮੰਨ ਲਓ 240 ਮੈਂਬਰਸ ਨੇਗੇ ਤਾਂ 120 ਇੱਧਰ ਵੋਟ ਕਰਦੇ, 120 ਇੱਧਰ ਵੋਟ ਕਰਤੇ, ਤਾਂ ਹੁਣ ਜਦੋਂ ਟਾਈ ਹੋਗਾ ਬੱਚੇ ਆਪਣਾ ਵੈਂਕਈਆ ਨਾਇਡੂ ਜਾਦੂਈ ਸ਼ਕਤੀਆਂ ਫੇਰ ਯੂਜ਼ ਕਰੂਗਾ, ਕਾਸਟਿੰਗ ਵੋਟ ਫੇਰ ਯੂਜ਼ ਕਰੂਗਾ, ਠੀਕ ਹੈ ਜੀ। ਤਾਂ ਅਗੇਨ ਇਹਦੀ ਵੀ ਜਿਹੜੀ ਸੈਲਰੀ ਹੈ ਰਾਜੇ ਚਾਰਜਡ ਹੈਗੀ ਹੈ, ਠੀਕ ਹੈ। ਹੁਣ ਮੈਂ ਬਾਰ-ਬਾਰ ਨਹੀਂ ਸਮਝਾਵਾਂਗੀ ਚਾਰਜਡ ਕੀ ਹੁੰਦੀ ਹੈ। ਚਾਰਜਡ ਦੇ ਵਿੱਚ ਕੋਈ ਤੁਹਾਨੂੰ ਨੋਕ ਟੋਕ ਨਹੀਂ ਕਰ ਸਕਦਾ ਵੀ ਤੁਸੀਂ ਇੰਨੀ ਸੈਲਰੀ ਦੇਣੀ, ਇੰਨੀ ਨਹੀਂ ਦੇਣੀ, ਠੀਕ ਹੈ। ਇੰਨੀ ਤਾਂ ਦੇਣੀ ਹੀ ਦੇਣੀ ਪਊਗੀ, ਠੀਕ ਹੈ। ਇਹਦੇ ਵਿੱਚ ਕੋਈ ਵੋਟਿੰਗ ਨਹੀਂ ਹੁੰਦੀ ਬੇਸਿਕਲੀ, ਠੀਕ ਹੈ। ਤਾਂ ਇਹਨੂੰ ਅਗੇਨ ਇਹ ਵੀ ਇੰਡੀਪੈਂਡੈਂਸ ਮੇਨਟੇਨ ਕਰਨ ਵਾਸਤੇ, ਤਾਂ ਕਿ ਤੁਸੀਂ ਸੈਲਰੀ ਵਾਲਾ ਪ੍ਰੈਸ਼ਰ ਨਾ ਪਾ ਸਕੋ, ਠੀਕ ਹੈ। ਤਾਂ ਕਿ ਆਪਣਾ ਕੰਮ ਇਹ ਅੱਛੀ ਤਰ੍ਹਾਂ ਕਰੇ, ਇੰਡੀਪੈਂਡੈਂਟ ਨਹੀਂ ਕਰੇ, ਬਿਨਾਂ ਕਿਸੇ ਡਰ ਤੋਂ ਕਰੇ। ਨੈਕਸਟ ਬੱਚੇ ਡੈਪੂਟੀ ਚੇਅਰਮੈਨ, ਜਿਵੇਂ ਆਪਣਾ ਚੇਅਰਮੈਨ ਹੁੰਦਾ ਹੀ ਡੈਪੂਟੀ ਚੇਅਰਮੈਨ। ਅਗੇਨ ਜਿਹੜਾ ਡੈਪੂਟੀ ਚੇਅਰਮੈਨ ਰਾਜੇ ਹੀ ਇਜ਼ ਇਲੈਕਟਡ ਬਾਏ ਰਾਜ ਸਭਾ ਇਟਸੈਲਫ, ਠੀਕ ਹੈ। ਧਿਆਨ ਦੇਣਾ ਬੱਚੇ, ਅਸੀਂ ਇੱਥੇ ਇਹਦੇ ਇਲੈਕਸ਼ਨ ਦੇ ਬਾਰੇ ਗੱਲ ਨਹੀਂ ਕੀਤੀ ਜ਼ਿਆਦਾ, ਠੀਕ ਹੈ, ਕਿਉਂਕਿ ਅਸੀਂ ਵਾਈਸ ਪ੍ਰੈਜ਼ੀਡੈਂਟ ਵਾਲਾ ਚੈਪਟਰ ਆਲਰੇਡੀ ਪੜ੍ਹ ਚੁੱਕੇ ਹਾਂ, ਠੀਕ ਹੈ। ਤਾਂ ਹੁਣ ਜੋ ਵੀ ਰਾਜ ਸਭਾ ਦਾ ਚੇਅਰਮੈਨ ਦੀ ਗੱਲ ਨਹੀਂ ਹੋ ਰਹੀ ਇੱਥੇ, ਵਾਈਸ ਪ੍ਰੈਜ਼ੀਡੈਂਟ ਦੀ ਗੱਲ ਹੋ ਰਹੀ ਹੈ। ਜਿਵੇਂ ਅਸੀਂ ਵਾਈਸ ਪ੍ਰੈਜ਼ੀਡੈਂਟ ਨੂੰ ਇਲੈਕਟ ਕੀਤਾ ਸਾਰਾ ਕੁਝ ਉੱਥੇ ਉਹੀ ਚੀਜ਼ ਆਊਗੀ, ਠੀਕ ਹੈ। ਕਿ ਦੋਨੇ ਹਾਊਸ ਦੇ ਵੋਟ ਕਰਦੇ ਨੇਗੇ, ਠੀਕ ਹੈ। ਦੋਨੇ ਹਾਊਸ ਦੇ ਇਲੈਕਟਡ ਪਲੱਸ ਨੋਮੀਨੇਟ ਦੋਨੋਂ ਮੈਂਬਰਸ ਵੋਟ ਕਰਦੇ ਨੇਗੇ, ਠੀਕ ਹੈ। ਆਪਾਂ ਵੀਪੀ ਵਾਲੇ ਚੈਪਟਰ ਦੇ ਵਿੱਚ ਪੜ੍ਹ ਚੁੱਕੇ ਹਾਂ, ਜਿਹੜਾ ਚੈਪਟਰ ਆਪਣਾ 3rd ਸੀਗਾ, 3rd ਸੈਸ਼ਨ ਸੀ ਜਿਹੜੇ, ਉਹਦੇ ਵਿੱਚ ਆਪਾਂ ਸਾਰਾ ਕੁਝ ਕਵਰ ਕਰ ਚੁੱਕੇ ਹਾਂ, ਠੀਕ ਹੈ। ਇਸੇ ਕਰਕੇ ਆਪਾਂ ਜ਼ਿਆਦਾ ਨਹੀਂ ਕੀਤਾ। ਬਟ ਜਿਹੜਾ ਡੈਪੂਟੀ ਚੇਅਰਮੈਨ ਰਾਜੇ ਹੀ ਇਜ਼ ਇਲੈਕਟਡ ਬਾਏ ਰਾਜ ਸਭਾ ਇਟਸੈਲਫ। ਥੋੜ੍ਹਾ ਜਿਹਾ ਧਿਆਨ ਦੇਣਾ ਬੱਚੇ ਕਿ ਜਿਹੜਾ ਆਪਣਾ ਚੇਅਰਮੈਨ ਆਫ ਰਾਜ ਸਭਾ ਹੈ, ਇਹਦੀ ਅਗਰ ਇਲੈਕਸ਼ਨ ਪੁੱਛਿਆ ਜਾਵੇ ਕੌਣ ਕਰਦਾ ਹੈ, ਤਾਂ ਇਹਦਾ ਇਲੈਕਸ਼ਨ ਬੱਚੇ ਦੋਨੇ ਹਾਊਸਿਸ ਕਰਦੇ ਨੇ, ਲੋਕ ਸਭਾ ਵੀ ਰਾਜ ਸਭਾ ਵੀ। ਤੁਸੀਂ ਪਲੀਜ਼ ਇੱਕ ਵਾਰੀ ਵਾਈਸ ਪ੍ਰੈਜ਼ੀਡੈਂਟ ਵਾਲਾ ਚੈਪਟਰ ਦੁਬਾਰਾ ਦੇਖ ਲਿਓ। ਲੋਕ ਸਭਾ ਦੇ ਮੈਂਬਰ ਵੀ ਵੋਟ ਕਰਦੇ ਨੇ ਔਰ ਰਾਜ ਸਭਾ ਦੇ ਮੈਂਬਰ ਵੀ। ਤੁਸੀਂ ਪੁੱਛੋਗੇ ਕਿ ਚੇਅਰਮੈਨ ਤਾਂ ਇਕੱਲਾ ਰਾਜ ਸਭਾ ਦਾ ਇਹ, ਠੀਕ ਹੈ, ਫਿਰ ਲੋਕ ਸਭਾ ਦੇ ਮੈਂਬਰ ਕਿਉਂ ਵੋਟ ਕਰਦੇ ਨੇਗੇ? ਥੋੜ੍ਹਾ ਸਵਾਲ ਵੀ ਜਾਇਜ਼ ਹੈਗਾ ਬਿਲਕੁਲ। ਹੁਣ ਜੇ ਮੈਂ ਸਪੀਕਰ ਦੀ ਗੱਲ ਕਰਾਂ ਤਾਂ ਸਪੀਕਰ ਦੇ ਇਲੈਕਸ਼ਨ ਦੇ ਵਿੱਚ ਇਕੱਲੇ ਲੋਕ ਸਭਾ ਦੇ ਮੈਂਬਰ ਵੋਟ ਕਰਦੇ ਨੇ ਬੱਚੇ, ਇੱਥੇ ਰਾਜ ਸਭਾ ਦਾ ਕੋਈ ਰੋਲ ਨਹੀਂ ਹੈਗਾ। ਹੁਣ ਤੁਸੀਂ ਕਹੋਗੇ ਫਿਰ ਇੱਦਾਂ, ਫਿਰ ਚੇਅਰਮੈਨ ਦੇ ਕੇਸ ਦੇ ਵਿੱਚ ਇਹ ਚੀਜ਼ ਕਿਉਂ ਹੈਗੀ? ਕਿਉਂ ਚੇਅਰਮੈਨ ਤਾਂ ਇਹ ਰਾਜ ਸਭਾ ਦਾ ਹੈ, ਫਿਰ ਲੋਕ ਸਭਾ ਦਾ ਰੋਲ ਕਿੱਥੋਂ ਆ ਗਿਆ ਰਾਜ ਦੇ ਵਿੱਚ? ਲੋਕ ਸਭਾ ਦਾ ਰੋਲ ਤਾਂ ਆਇਆ ਬੱਚੇ ਕਿਉਂਕਿ ਸਿਰਫ ਇਹ ਰਾਜ ਸਭਾ ਦਾ ਚੇਅਰਮੈਨ ਨਹੀਂ ਹੈਗਾ, ਇਹ ਦੇਸ਼ ਦਾ ਉਪ ਰਾਸ਼ਟਰਪਤੀ ਹੈਗਾ, ਠੀਕ ਹੈ, ਦੇਸ਼ ਦਾ ਵਾਈਸ ਪ੍ਰੈਜ਼ੀਡੈਂਟ ਹੈ। ਤਾਂ ਇਸ ਕਰਕੇ ਲੋਕ ਸਭਾ ਦਾ ਰੋਲ ਵੀ ਇਹਦੇ ਵਿੱਚ ਆਊਗਾ, ਠੀਕ ਹੈ। ਤਾਂ ਦੋਨੇ ਹੀ ਹਾਊਸਿਸ ਵੋਟ ਕਰਨਗੇ। ਸਪੀਕਰ ਕਿਉਂਕਿ ਸਿਰਫ ਲੋਕ ਸਭਾ ਦਾ ਹੀ ਆਪਣਾ ਸਪੀਕਰ ਹੈਗਾ, ਮਤਲਬ ਪ੍ਰੈਜ਼ਾਈਡਿੰਗ ਆਫਿਸਰ ਹੈ, ਤਾਂ ਇਹਦੇ ਵਿੱਚ ਰਾਜ ਸਭਾ ਦਾ ਕੋਈ ਕੰਸਰਨ ਨਹੀਂ ਹੈਗਾ, ਠੀਕ ਹੈ। ਔਰ ਇਸੇ ਤਰ੍ਹਾਂ ਰਿਮੂਵਲ ਦੇ ਵਿੱਚ ਕਿਉਂਕਿ ਇਲੈਕਟ ਦੋਨੇ ਹਾਊਸਿਸ ਨੇ ਕੀਤਾ ਹੈ, ਤਾਂ ਰਿਮੂਵਲ ਦੇ ਵਿੱਚ ਵੀ ਦੋਨੇ ਹਾਊਸਿਸ ਪਾਰਟੀਸਪੇਟ ਕਰਨਗੇ, ਠੀਕ ਹੈ, ਵਾਈਸ ਪ੍ਰੈਜ਼ੀਡੈਂਟ ਦੇ। ਬਟ ਅਗਰ ਸਪੀਕਰ ਦੀ ਗੱਲ ਕਰੀਏ ਤਾਂ ਸਪੀਕਰ ਨੂੰ ਕੱਲ ਇਲੈਕਟ ਵੀ ਇਕੱਲੇ ਲੋਕ ਸਭਾ ਨੇ ਕੀਤਾ ਸੀ ਔਰ ਇਸੇ ਕਰਕੇ ਰਿਮੂਵਲ ਵੀ ਇਕੱਲੇ ਲੋਕ ਸਭਾ ਹੀ ਕਰੂਗੀ। ਰਾਜ ਸਭਾ ਦਾ ਇਹਦੇ ਵਿੱਚ ਅਗੇਨ ਕੋਈ ਰੋਲ ਨਹੀਂ ਹੈਗਾ, ਠੀਕ ਹੈ ਬੱਚੇ। ਹੁਣ ਡਿਪਟੀ ਚੇਅਰਮੈਨ ਕੀ ਹੈ ਬੱਚੇ? ਡਿਪਟੀ ਚੇਅਰਮੈਨ ਵਿਲ ਬੀ ਅ ਮੈਂਬਰ, ਠੀਕ ਹੈ। ਡਿਪਟੀ ਚੇਅਰਮੈਨ ਮੈਂਬਰ ਹੈਗਾ। ਜੇ ਮੈਂ ਰਾਜ ਸਭਾ ਦੀ ਗੱਲ ਕਰਾਂ, ਇੱਥੇ ਬੈਠਾ ਚੇਅਰਮੈਨ, ਠੀਕ ਹੈ, ਇਹ ਸਾਰੇ MPs ਬੈਠੇ ਨੇ। ਹੁਣ ਜਿਹੜਾ ਚੇਅਰਮੈਨ ਆਪਾਂ ਕਹਿ ਰਹੇ ਰਾਜੇ ਇਸ ਹਾਊਸ ਦਾ ਮੈਂਬਰ ਨਹੀਂ ਹੈਗਾ, ਬਟ ਜਿਹੜਾ ਡਿਪਟੀ ਚੇਅਰਮੈਨ ਹੈ ਉਹ ਓਬਵੀਅਸਲੀ ਮੈਂਬਰ ਹੈਗਾ, ਬਿਲਕੁਲ ਹੈਗਾ, ਠੀਕ ਹੈ। ਧਿਆਨ ਦੇਣਾ ਇਸ ਚੀਜ਼ ਦਾ, ਚੇਅਰਮੈਨ ਮੈਂਬਰ ਨਹੀਂ ਹੈਗਾ, ਡਿਪਟੀ ਚੇਅਰਮੈਨ ਮੈਂਬਰ ਹੈਗਾ, ਠੀਕ ਹੈ। ਤਾਂ ਇਲੈਕਟਡ ਬਾਏ ਰਾਜ ਸਭਾ ਇਟਸੈਲਫ ਓਬਵੀਅਸਲੀ। ਹੁਣ ਡਿਪਟੀ ਚੇਅਰਮੈਨ ਦੇ ਇਲੈਕਸ਼ਨ ਦੇ ਵਿੱਚ ਲੋਕ ਸਭਾ ਦਾ ਕੋਈ ਰੋਲ ਨਹੀਂ ਹੈਗਾ, ਸਮਝ ਆਉਂਦਾ ਆਪਾਂ ਨੂੰ। ਹੁਣ ਅਗਰ ਇਹਨੂੰ ਵੀ ਰਿਮੂਵ ਕਰਨਾ ਬੱਚੇ ਤਾਂ ਇਹਨੂੰ ਵੀ ਤੁਸੀਂ ਮਤਾ ਪਾਸ ਕਰਕੇ ਰਿਮੂਵ ਕਰ ਸਕਦੇ ਹੋ, ਬਟ ਅਗੇਨ 14 ਡੇਜ਼ ਦਾ ਨੋਟਿਸ ਚਾਹੀਦਾ। ਸਪੀਕਰ, ਡਿਪਟੀ ਸਪੀਕਰ, ਵਾਈਸ ਚੇਅਰਮੈਨ ਅਤੇ ਵਾਈਸ ਡਿਪਟੀ ਚੇਅਰਮੈਨ, ਇਹਨਾਂ ਸਾਰਿਆਂ ਨੂੰ ਰਿਮੂਵ ਕਰਨ ਵਾਸਤੇ ਰਾਜੇ 14 ਦਿਨਾਂ ਦਾ ਨੋਟਿਸ ਉਹਨੂੰ ਦੇਣਾ ਹੀ ਪਊਗਾ, ਠੀਕ ਹੈ, ਚਾਰੇ ਆਫਿਸ ਨੂੰ, ਸਪੀਕਰ, ਡਿਪਟੀ ਸਪੀਕਰ, ਚੇਅਰਮੈਨ, ਡਿਪਟੀ ਚੇਅਰਮੈਨ, ਠੀਕ ਹੈ। ਹੁਣ ਅਗਰ ਡਿਪਟੀ ਚੇਅਰਮੈਨ ਬੱਚੇ ਰਿਜ਼ਾਈਨ ਕਰਨਾ ਹੈ ਤਾਂ ਇਹ ਕਿਹਨੂੰ ਰਿਜ਼ਾਈਨ ਕਰੂਗਾ? ਰਾਈਟਿੰਗ ਬਾਏ ਚੇਅਰਮੈਨ, ਠੀਕ ਹੈ। ਧਿਆਨ ਦੇਣਾ, ਹੁਣ ਮੈਂ ਥੋੜ੍ਹਾ ਜਿਹਾ ਦੁਬਾਰਾ ਸਮਝਾ ਰਿਹਾ। ਅਗਰ ਸਪੀਕਰ ਨੇ ਰਿਜ਼ਾਈਨ ਕਰਨਾ ਹੈ, ਕਿਹਨੂੰ ਦਊਗਾ ਰਾਜੇ ਇਸਤੀਫਾ? ਆਪਣਾ ਡਿਪਟੀ ਸਪੀਕਰ ਨੂੰ। ਅਗਰ ਬੱਚੇ ਡਿਪਟੀ ਚੇਅਰਮੈਨ ਨੇ ਇਸਤੀਫਾ ਦੇਣਾ ਹੈ, ਠੀਕ ਹੈ, ਡਿਪਟੀ ਚੇਅਰਮੈਨ ਨੇ, ਤਾਂ ਇਹ ਇਸਤੀਫਾ ਦਊਗਾ ਬੱਚਾ ਆਪਣੇ ਚੇਅਰਮੈਨ ਨੂੰ ਦਊਗਾ। ਸੌਰੀ ਦੁਬਾਰਾ ਲਿਖਦੇ ਹਾਂ। ਅਗਰ ਡਿਪਟੀ ਸਪੀਕਰ ਨੇ ਇਸਤੀਫਾ ਦੇਣਾ ਹੈ
ਤਾਂ ਇਹ ਦਊਗਾ ਬੱਚੇ ਸਪੀਕਰ ਨੂੰ। ਅਗਰ ਸਪੀਕਰ ਨੇ ਇਸਤੀਫਾ ਦੇਣਾ ਤਾਂ ਇਹ ਦਊਗਾ ਡਿਪਟੀ ਸਪੀਕਰ ਨੂੰ। ਇਹ ਸਮਝ ਆਉਂਦਾ? ਤੁਸੀਂ ਪਲੀਜ਼ ਸਕਰੀਨਸ਼ਾਟ ਲੈ ਲਿਓ, ਠੀਕ ਹੈ। ਹੁਣ ਅਗਰ ਡਿਪਟੀ ਚੇਅਰਮੈਨ ਨੇ ਬੱਚੇ ਇਸਤੀਫਾ ਦੇਣਾ ਹੈ, ਸਿਰਫ ਇਸਤੀਫੇ ਦੀ ਗੱਲ ਕਰ ਰਿਹਾ ਮੈਂ, ਰੈਜ਼ਿਗਨੇਸ਼ਨ ਦੀ ਗੱਲ ਕਰ ਰਿਹਾ, ਰਿਮੂਵਲ ਦੀ ਗੱਲ ਨਹੀਂ ਕਰ ਰਿਹਾ, ਠੀਕ ਹੈ। ਵੀ ਜਦੋਂ ਕੋਈ ਬੰਦਾ ਪਰਸਨਲੀ ਰਿਜ਼ਾਈਨ ਕਰਦਾ ਹੈਗਾ ਆਪਣੇ ਬੇਸਿਸ ਦੇ ਉੱਪਰ, ਠੀਕ ਹੈ, ਰੈਜ਼ਿਗਨੇਸ਼ਨ ਦੀ। ਡਿਪਟੀ ਚੇਅਰਮੈਨ ਕਿਹਨੂੰ ਰਿਜ਼ਾਈਨ ਕਰਦਾ ਰਾਜੇ, ਕਿਹਨੂੰ ਤਿਆਗ ਪੱਤਰ ਦੇਗਾ? ਆਪਣਾ ਚੇਅਰਮੈਨ ਨੂੰ ਦੇਗਾ, ਠੀਕ ਹੈ। ਹੁਣ ਚੇਅਰਮੈਨ ਕਿਹਨੂੰ ਦੇਗਾ ਰਾਜੇ ਆਪਣਾ ਤਿਆਗ ਪੱਤਰ? ਡਿਪਟੀ ਚੇਅਰਮੈਨ ਨੂੰ? ਨਹੀਂ, ਗਲਤ, ਬਿਲਕੁਲ ਗਲਤ। ਚੇਅਰਮੈਨ, ਕਿਉਂਕਿ ਰਾਜੇ ਚੇਅਰਮੈਨ ਹੀ ਨਹੀਂ, ਇਹ ਰਾਜੇ ਵਾਈਸ ਪ੍ਰੈਜ਼ੀਡੈਂਟ ਵੀ ਹੈਗਾ, ਠੀਕ ਹੈ। ਤਾਂ ਵਾਈਸ ਪ੍ਰੈਜ਼ੀਡੈਂਟ ਆਪਾਂ ਨੇ ਦੇਖਿਆ ਸੀ ਬੱਚੇ ਕਿਹਨੂੰ ਇਸਤੀਫਾ ਦਊਗਾ, ਇਹ ਦਊਗਾ ਰਾਜੇ ਪ੍ਰੈਜ਼ੀਡੈਂਟ ਨੂੰ, ਠੀਕ ਹੈ। ਔਰ ਪ੍ਰੈਜ਼ੀਡੈਂਟ ਕਿਹਨੂੰ ਦੇਗਾ ਰਾਜੇ? ਪ੍ਰੈਜ਼ੀਡੈਂਟ ਅਗੇਨ ਵਾਈਸ ਪ੍ਰੈਜ਼ੀਡੈਂਟ। ਪਲੀਜ਼ ਇਹ ਵਾਲੀ ਜਿਹੜੀ ਸਲਾਈਡ ਹੈ ਬਹੁਤ ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਚਲੋ ਠੀਕ ਹੈ ਬੱਚੇ, ਚਲੋ ਹੁਣ ਆਪਾਂ ਨੈਕਸਟ ਸਲਾਈਡ ਜਿਹੜੀ ਆਪਾਂ ਇਸ ਤੋਂ ਸਟਾਰਟ ਕਰਾਂਗੇ, ਠੀਕ ਹੈ। ਪਲੀਜ਼ ਇੱਕ ਵਾਰੀ ਵੀਡੀਓ ਨੂੰ ਚਾਹੇ ਦੁਬਾਰਾ ਦੇਖ ਲਿਓ, ਠੀਕ ਹੈ। ਚਾਹੇ ਤੁਸੀਂ ਕੋਈ ਮਟੀਰੀਅਲ ਰੈਫਰ ਕਰੋ, ਜਿਵੇਂ ਮਰਜ਼ੀ ਕਰੋ, ਇਹਨੂੰ ਅੱਛੀ ਤਰ੍ਹਾਂ ਰਿਵੀਜ਼ਨ ਕਰਨੀ ਹੈਗੀ ਹੈ, ਠੀਕ ਹੈ, ਇਸ ਸਾਰੇ ਸੈਸ਼ਨ ਦੀ। ਇਸ ਤੋਂ ਬਾਅਦ 'ਚ ਆਪਾਂ ਕੰਟੀਨਿਊ ਕਰਾਂਗੇ, ਫੇਰ ਹੀ ਚੀਜ਼ਾਂ ਸਮਝ ਆਉਣ ਲੱਗ ਜਾਣੀਆਂ। ਹੋ ਸਕਦਾ ਰਾਜੇ 2 ਜਾਂ 3 ਹੋਰ ਜਿਹੜੇ ਸੈਸ਼ਨ ਬਣ ਜਾਣ ਪਾਰਲੀਮੈਂਟ ਵਾਲੇ ਚੈਪਟਰ ਦੇ ਵਿੱਚ ਹੀ, ਠੀਕ ਹੈ। ਸਲੋ ਚੱਲਾਂਗੇ, ਕੋਈ ਜਲਦਬਾਜ਼ੀ ਨਹੀਂ, ਕੋਈ ਦਿੱਕਤ ਨਹੀਂ, ਬੜੇ ਈਜ਼ੀਲੀ ਪੜਾਂਗੇ ਆਪਾਂ, ਠੀਕ ਹੈ। ਚਲੋ ਫਿਰ ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ। ਟੇਕ ਕੇਅਰ ਬੱਚੇ।